ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। हाँ जी, संजीव जश खन्ना जी। ਅੱਜ ਅਸੀਂ ਇਹ ਜਾਣਨਾ ਚਾਹਾਂਗੇ ਕਿ ਅੱਜ ਜਿਹੜੇ ਇਹ ਪ੍ਰੋਗਰਾਮ ਵਿੱਚ ਆਪਾਂ ਇਨਕਲੂਡ ਕੀਤੇ ਆ ਉਹ ਕਿਹੜੇ ਮੁੱਦੇ ਆ। ਜੀ ਅੱਜ ਜੀ ਬਲਕਾਰ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੇ ਵੀਜ਼ੇ ਦੇ ਨਾਲ ਜੁੜੀ ਹੋਈ ਚੀਜ਼ ਆ ਉਸ ਦੇ ਬਾਰੇ ਆਪਾਂ ਥੋੜਾ ਜ਼ਿਕਰ ਕਰ ਲਈਏ ਕਿ ਪਤੀ ਨਾਲੋਂ ਵੱਖ ਹੋ ਕੇ ਰਹਿ ਰਹੀਆਂ, ਜਿਹੜੀਆਂ ਪਤੀ ਨਾਲੋਂ ਅੱਡ ਰਹਿੰਦੀਆਂ ਨੇ, ਉਹ ਉਹਨਾਂ ਔਰਤਾਂ ਦੇ ਜਿਹੜੇ ਭਾਰਤੀ ਔਰਤਾਂ ਨੇ ਉਹਨਾਂ ਦੇ ਵੀਜ਼ੇ ਦੇ ਵਿੱਚ ਔਕੜ ਆ ਰਹੀ ਹੈ। ਹਾਂ, ਇਹ ਖਬਰ ਬੜੀ ਹੁਣੇ ਆਈ ਆ ਔਰ ਇਹਦੇ 'ਚ ਉਹ ਲੋਕਾਂ ਨੂੰ ਨੁਕਸਾਨ ਪਹੁੰਚਿਆ ਜਿਹੜੀਆਂ ਕੁੜੀਆਂ ਜਿਨ੍ਹਾਂ ਦੇ ਵਿਆਹ ਹੋਏ ਸੀ ਉੱਥੇ ਔਰ ਆਪਣਾ ਘਰ ਨਾਲ ਰਹਿ ਰਹੀ ਸੀ, ਘਰ ਵਾਲਿਆਂ ਨਾਲ, ਪਰ ਕਿਸੇ ਗੱਲੋਂ ਕਈ ਵਾਰੀ ਉਹਨਾਂ ਦੇ ਤਲਾਕ ਹੋ ਗਏ, ਉਹ ਅਲੱਗ ਹੋ ਗਈਆਂ। ਅਲੱਗ ਹੋਣ ਨਾਲ ਉਹਨਾਂ ਦੀ ਇਮੀਗ੍ਰੇਸ਼ਨ ਨੇ ਬੜੇ ਛੇਤੀ ਤੋਂ ਛੇਤੀ ਜਿਹੜੇ ਵੀਜ਼ੇ ਸੀ ਉਹ ਕੈਂਸਲ ਕਰ ਦਿੱਤੇ ਜੀ। ਹੁਣ ਉਹ ਇਸ ਕਰਕੇ ਕੀਤੇ ਕਿ ਉਹਨਾਂ ਦਾ ਘਰ ਬਾਹਰ ਤਾਂ ਰਹਿੰਦੀਆਂ ਨਹੀਂ, ਕਿ ਉਹਨਾਂ ਨੂੰ ਅਲੱਗ ਰਹਿ ਰਹੀਆਂ, ਜਦੋਂ ਕਿ ਉਹਨਾਂ ਦੇ ਸਪਾਊਸ ਵੀਜ਼ੇ ਸੀ, ਉਹਨਾਂ ਦੇ ਘਰ ਵਾਲਿਆਂ ਦੇ ਨਾਲ ਸੰਬੰਧਿਤ ਵੀਜ਼ੇ ਸੀਗੇ। ਅਤੇ ਜੇ ਉਹਨਾਂ ਨੂੰ ਜਦੋਂ ਪਤਾ ਲੱਗਾ, ਉਹਨਾਂ ਦੀ ਆਬਜ਼ਰਵੇਸ਼ਨ 'ਚ ਆ ਗਿਆ ਕਿ ਉਹਨਾਂ ਦੇ ਘਰ 'ਚ ਨਹੀਂ ਰਹਿ ਰਹੀਆਂ, ਪਹਿਲਾਂ ਤਾਂ ਉਹਨਾਂ ਨਹੀਂ ਇਨਫੋਰਮ ਕੀਤਾ ਕਿ ਸਾਡੇ ਡਿਵੋਰਸ ਹੋ ਗਏ ਆ। ਜਦੋਂ ਉਹਨਾਂ ਦੀ ਇਹ ਨੌਲੇਜ 'ਚ ਆ ਗਿਆ, ਉਹਨਾਂ ਨੇ ਹੁਣ ਸਕੰਜਾ ਕੱਸਿਆ ਕਿ ਤੁਸੀਂ ਇੱਥੇ ਰਹਿ ਨਹੀਂ ਸਕਦੇ, ਕਿਉਂਕਿ ਇਸ ਕਰਕੇ ਨਹੀਂ ਰਹਿ ਸਕਦੇ ਕਿ ਉਹਨਾਂ ਦੇ ਵੀਜ਼ੇ ਜਿਹੜੇ ਉਹਨਾਂ ਨੇ ਕੈਂਸਲ ਕਰਨ ਦੀ ਇਹ ਤਜਵੀਜ਼ ਬਣਾ ਰੱਖੀ ਹੈ। ਪਰ ਹੁਣ ਦੇਖੋ ਵੀ ਅੱਗੇ ਉਹਨਾਂ ਨੇ ਜਾਚਕਾਂ ਦਾਇਰ ਕਰਤੀਆਂ, ਉੱਥੋਂ ਦੀ ਜਿਹੜੀ ਨਿਆਂ ਪ੍ਰਣਾਲੀ ਆ ਜਾਂ ਜੋ ਜਸਟਿਸ ਕਹਿ ਰਹੇ ਆ, ਹੁਣ ਇਹਦੇ ਲਈ ਜਿਊਰੀ ਬਣ ਚੁੱਕੀਆਂ ਔਰ ਡਿਸਕਸ ਹੋ ਰਿਹਾ ਕੇਸ। ਕਈ ਜਾਚਕਾਂ ਦਾਇਰ ਹੋਈਆਂ, ਪਰ ਖਾਸ ਕਰਕੇ ਬਾਹਰਲੇ ਦੇਸ਼ਾਂ ਸਾਰਿਆਂ ਦੇ ਲੋਕ ਉੱਥੇ ਬੈਠੇ ਆ ਅਮਰੀਕਾ 'ਚ, ਪਰ ਜਿੰਨੇ ਸਾਡੇ ਭਾਰਤੀ ਲੋਕ ਬੈਠੇ ਨੇ ਉਹਨਾਂ ਦੀ ਜਿਹੜੀਆਂ ਘਰ ਵਾਲੀਆਂ ਨੇ, ਹੁਣ ਉੱਥੋਂ ਦਾ ਕਲਚਰ ਇੱਦਾਂ ਦਾ ਹੈਗਾ ਕਿ ਬਹੁਤ ਤਲਾਕ ਬਹੁਤ ਹੁੰਦੇ ਆ ਬਹੁਤ ਜਲਦੀ, ਨਾ ਕਿ ਅਮਰੀਕਨ ਲੋਕਾਂ ਦੇ ਹੁੰਦੇ ਆ, ਜਿਹੜੇ ਬਾਕੀ ਇੰਡੀਅਨ ਨੇ ਜਾਂ ਬਾਕੀ ਸੂਬਿਆਂ ਦੇ ਲੋਕ ਬਾਹਰ ਹੋਰ ਬੈਠੇ ਆ, ਉਹ ਵੀ ਲੋਕ ਇਸ ਗੱਲ ਤੋਂ ਬਹੁਤ ਹੀ ਊਣੇ ਰਹਿ ਗਏ। ਇਸ ਕਰਕੇ ਰਹਿ ਗਏ ਕਿ ਹੁਣ ਘਰ ਦਫਾੜ ਹੋ ਜਾਂਦੇ ਆ, ਨੁਕਸਾਨ ਹੋ ਜਾਂਦਾ, ਬੱਚੇ ਕਿਸੇ ਪਾਸੇ ਚਲੇ ਗਏ, ਬੰਦਾ ਕਿਸੇ ਪਾਸੇ ਬੈਠਾ, ਇੱਕ ਘਰ ਦੇ 4-4 ਹਿੱਸੇ ਬਣ ਜਾਂਦੇ ਆ। ਔਰ ਉਹ ਉੱਥੇ ਕਿਉਂਕਿ ਜੁਆਇੰਟ ਫੈਮਿਲੀ ਦਾ ਇੰਨਾ ਰਿਵਾਜ ਨਹੀਂ, ਜਿੱਥੇ ਵੀ ਹੈਗਾ 2-2 ਬੱਚੇ ਦੇ ਨਾਲ ਇੱਕ ਆਪ ਬੈਠੇ ਵਾ, ਪਰ 18 ਸਾਲ ਤੋਂ ਬਾਅਦ ਤੁਹਾਨੂੰ ਪਤਾ ਬੱਚੇ ਵੀ ਆਪਣੇ ਵੱਖਰੇ ਫਲੈਟ 'ਚ ਜਾਣਾ ਸ਼ੁਰੂ ਕਰ ਦਿੰਦੇ ਆ, ਵਿਆਹ ਵੀ ਕਰਾ ਲੈਂਦੇ ਆਪੇ। ਜੇ ਉਹਨਾਂ ਨੂੰ ਬੱਚਿਆਂ ਨੂੰ ਤੰਗ ਕਰਨਗੇ ਤਾਂ ਫਿਰ ਉੱਥੇ ਫੋਨ ਕਰ ਦਿੰਦੇ ਪੁਲਿਸ ਨੂੰ। ਹੁਣ ਉਹਦੇ 'ਚ ਬੜੇ ਕੇਸ ਨੇ ਜਿਨ੍ਹਾਂ ਨੂੰ ਨੁਕਸਾਨ ਪਹੁੰਚ ਗਿਆ, ਔਰ ਉਸ ਨੁਕਸਾਨ ਨੂੰ ਰੋਕਣ ਲਈ ਹੁਣ ਕਈਆਂ ਨੇ ਜਾਚਕਾਂ ਦਾਇਰ ਕੀਤੀਆਂ ਕਿ ਸਾਡਾ ਇਹ ਰਾਈਟ ਬਣਦਾ, ਸਾਨੂੰ ਅਸੀਂ ਉਦੋਂ ਤੋਂ ਵੀਜ਼ਾ ਜਦੋਂ ਲਿਆ ਵਾ, ਸਾਡੇ 'ਚ ਜੋ ਕਾਗਜ਼ ਪੱਤਰ ਲਏ, ਜੋ ਡਾਕੂਮੈਂਟਸ ਲਏ, ਅਸੀਂ ਉਹ ਪ੍ਰੋਡਿਊਸ ਕਰ ਦਿੱਤੇ ਆ, ਉਹ ਜੈਨੂਇਨ ਮੰਨੇ ਗਏ ਆ। ਅਸੀਂ ਮੈਰਿਜ ਜਿਹੜੀ ਹੈਗੀ ਉਹ ਰਜਿਸਟ੍ਰੇਸ਼ਨ ਨਾਲ ਭੇਜੀ ਆ, ਮੈਰਿਜ ਦੇ ਜਿਹੜੇ ਸਰਟੀਫਿਕੇਟ ਨਾਲ ਲਏ ਆ, ਪਰ ਉਹਨਾਂ ਨੇ ਕੋਰਟ ਨੇ ਕਹਿਤਾ ਕਿ ਉਹ ਤਾਂ ਜਦੋਂ ਮੈਰਿਜ ਤੁਹਾਡੀ ਹੋਣ ਤੋਂ ਬਾਅਦ ਤਲਾਕ ਹੋ ਗਿਆ, ਤੁਹਾਡੇ ਤੋਂ ਤਲਾਕ ਤੋਂ ਬਾਅਦ ਜੇ ਇੰਡੀਆ 'ਚ ਕਿਸੇ ਦਾ ਤਲਾਕ ਹੋਇਆ ਤਾਂ ਪਾਸਪੋਰਟ ਬਣਿਆ ਤਾਂ ਤੁਸੀਂ ਬਾਹਰ ਜਾਓਗੇ। ਜੇ ਬੰਦਾ ਬਾਹਰ ਜਾਣਾ ਚਾਹੁੰਦਾ ਤਾਂ ਔਰਤ ਬਾਹਰ, ਬੰਦਾ ਇੱਥੇ ਇੰਡੀਆ 'ਚ ਜੋ ਜਾਣਾ ਚਾਹਵੇ ਬਾਹਰ ਅਤੇ ਪਾਸਪੋਰਟ 'ਤੇ ਜਦੋਂ ਲਿਖਿਆ ਉਹਨਾਂ ਦਾ, ਪਰ ਜਦੋਂ ਉਹਨਾਂ ਦਾ ਸਟੇਟਸ ਕੱਢਣਗੇ ਤਲਾਕ ਹੈਗਾ, ਫਿਰ ਉਹ ਵੀ ਨੁਕਸਾਨ ਹੈਗਾ। ਇਹ ਹੁਣ ਗੱਲ ਬੜੀ ਗੁੰਝਲਦਾਰ ਵੀ ਹੈ ਔਰ ਇਮੀਗ੍ਰੇਸ਼ਨ ਇੱਥੇ ਥੋੜ੍ਹੀ ਸਾਰਟ ਆਊਟ ਕਰ ਰਹੀ ਹੈ। ਦੇਖੋ ਕੀ ਕੁਛ ਹੋ ਰਿਹਾ। ਦੇਖੋ ਕਈ ਵਾਰ ਹੁੰਦਾ ਹੈ ਕਿ ਕਈ ਜੈਨੂਇਨ ਕੇਸ ਹੁੰਦੇ ਨੇ, ਉਹ ਵੀ ਵਿੱਚ ਅੜਿੱਕਾ ਪੈ ਜਾਂਦਾ। ਹਾਂ ਬਿਲਕੁਲ। ਔਰ ਕਈ ਕੇਸ ਤਾਂ ਚਲੋ ਮੁੱਢੋਂ ਹੀ ਗਲਤ ਹੁੰਦੇ ਨੇ, ਉਹ ਤਾਂ ਚਲੋ ਵੱਖਰੀ ਗੱਲ ਹੋ ਗਈ। ਪਰ ਇੱਥੇ ਉਹ ਗੱਲ ਹੁੰਦੀ ਹੈ ਕਿ ਜਿਵੇਂ ਕਹਿੰਦੇ ਨੇ ਨਾ, ਆਟੇ ਦੇ ਨਾਲ ਘੁਣ ਵੀ ਪੀਸਿਆ ਜਾਂਦਾ, ਉਹ ਹਿਸਾਬ ਹੋ ਜਾਂਦਾ ਹੈ। ਹੁਣ ਜਿੱਥੇ ਜੈਨੂਇਨ ਕੇਸ ਨੇ ਉੱਥੇ ਵੀ ਵੀਜ਼ੇ ਦੇ ਵਿੱਚ ਅੜਚਨ ਆਏਗੀ। ਸੋ ਇਸ ਤਰ੍ਹਾਂ ਹੁਣ ਕੀ ਕਹਿ ਸਕਦੇ ਆ, ਸਭ ਦੇ ਆਪਣੇ ਫੈਮਿਲੀ ਦੇ ਹਾਲਾਤ ਨੇ। ਕਈ ਥਾਂ ਤੇ ਉਹ ਪੁੱਗਦੀ ਹੈ, ਮਤਲਬ ਸਾਰੀ ਉਮਰ ਇਕੱਠੇ ਰਹਿੰਦੇ ਨੇ, ਇੱਕ ਦੋਸਤ ਵਾਕਣ ਪੂਰਾ ਜੀਵਨ ਬਿਤਾਉਂਦੇ ਨੇ, ਔਰ ਕਈ ਥਾਂ ਦੇ ਉੱਤੇ ਜਾਂਦੇ ਹੀ ਕਲੇਸ਼ ਸ਼ੁਰੂ ਹੋ ਜਾਂਦੇ ਨੇ ਤੇ ਝਗੜਿਆਂ ਤੱਕ ਔਰ ਨਤੀਜੇ ਨਿਕਲਦੇ ਨੇ ਤੇ ਡਿਵੋਰਸ ਤੱਕ ਗੱਲਾਂ ਆ ਜਾਂਦੀਆਂ ਨੇ। ਵਿਚਾਰਾਂ ਦੇ ਨਾ ਮਿਲਣ ਦੀ ਗੱਲ ਵੀ ਹੈਗੀ ਆ। ਫਿਰ ਕਈ ਵਾਰੀ ਆਪਣੀ ਪ੍ਰਾਈਵੇਸੀ, ਆਪਣੀ ਨਿੱਜੀ ਜ਼ਿੰਦਗੀ ਵੀ ਆ। ਅੱਜ ਕੱਲ੍ਹ ਤੁਹਾਨੂੰ ਪਤਾ ਬੜੀ ਐਡਵਾਂਸਮੈਂਟ ਹੋ ਗਈ ਆ, ਮਾਡਰਨਾਈਜ਼ ਤੋਂ ਉੱਥੇ ਬਹੁਤ ਲੋਕ ਹੋ ਹੀ ਜਾਂਦੇ ਆ। ਸਾਡਾ ਦੇਸ਼ ਜਿਹੜਾ ਹੈਗਾ ਇਹ ਹੋਰ ਤਰ੍ਹਾਂ ਦਾ, ਅਸੀਂ ਸਤਿਕਾਰ ਇੱਜ਼ਤ ਹੋਰ ਤਰ੍ਹਾਂ ਕਰਦੇ ਹਾਂ, ਆਪਾਂ ਮਿਲ ਕੇ ਚੱਲਦੇ ਹਾਂ, ਮੀਆਂ ਬੀਵੀ ਆਪਣੇ ਘਰ ਦੇ ਕੰਮ ਇਕੱਠੇ ਕਰਦੇ ਆ। ਉੱਥੇ ਜਿਹੜੇ ਹੈਗਾ ਕਿ ਆਪਣੇ ਕੰਮ ਕਰਨੇ ਆ, 18 ਘੰਟੇ ਤੇ ਇੱਕ ਦੂਜੇ ਨੂੰ ਮਿਲਦੇ ਨਹੀਂ, ਆਪਣੇ ਪਾਸੇ ਰਹਿੰਦੇ ਆ। ਫਿਰ ਉਦੋਂ ਪਤਾ ਕੀ ਹੁੰਦਾ, ਉਹਨਾਂ ਦਾ ਆਪਣਾ ਸਫੀਰ, ਆਪਣਾ ਦਾਇਰਾ, ਆਪਣਾ ਮਾਰਗ, ਆਪਣਾ ਜਗ੍ਹਾ ਬਣ ਜਾਂਦੀ ਹੈ। ਫਿਰ ਜਦੋਂ ਇੱਕ ਦੂਜੇ ਤੋਂ ਮਿਲਣੇ ਘੱਟ ਆ, ਜਦੋਂ ਇੱਕ ਦੂਜੇ ਨਾਲ ਗੱਲ ਨਹੀਂ ਰਹਿਣੀ ਤਾਂ ਸਾਂਝ ਟੁੱਟ ਜਾਂਦੀ ਹੈ। ਫਿਰ ਇਸੇ ਸਾਂਝ ਦੇ ਟੁੱਟਣ ਨਾਲ ਇੱਕ ਤਾਂ ਘਰ ਉਜੜਿਆ, ਇੱਕ ਉਹਨਾਂ ਦਾ ਪਾਸਪੋਰਟ ਦਾ ਜਿਹੜਾ ਕੈਂਸਲੇਸ਼ਨ ਹੋ ਗਈ, ਇਮੀਗ੍ਰੇਸ਼ਨ ਨੇ ਹੁਣ ਉਹਨਾਂ 'ਤੇ ਜਿਹੜੇ ਸਕੰਜਾ ਕੱਸ ਲਿਆ। ਹੁਣ ਇਹ ਬੜਾ ਜਿਹੜਾ ਲੋਕਾਂ ਨੂੰ ਨੁਕਸਾਨ, ਇਹਦੇ ਵਿੱਚ ਪੇਰੈਂਟਸ ਵੀ ਨੁਕਸਾਨ, ਸਾਰੇ ਕੁੜੀਆਂ ਜਿਹੜੀਆਂ ਇੱਥੋਂ ਨਵੇਂ ਵਿਆਹ ਕਰਾ ਕੇ ਗਈਆਂ ਵਿਚਾਰੀਆਂ, ਜਿਹੜੇ 2 ਮਹੀਨੇ 4 ਮਹੀਨੇ ਰਹੀਆਂ ਜਾਂ ਸਾਲ ਰਹੀਆਂ, ਨਾਲ ਬੱਚਾ ਜਾਂ ਨਹੀਂ ਵੀ ਬੱਚਾ, ਉਹ ਵੱਖਰੇ ਘਰ ਹੋ ਗਏ। ਮਾੜੀ ਗੱਲ ਹੈ, ਬਹੁਤ ਮਾੜੀ ਗੱਲ ਹੈ। ਐਕਚੁਅਲੀ ਨਾ ਸਾਡੇ ਇੰਡੀਆ ਦਾ ਸਿਸਟਮ ਪਤਾ ਕੀ ਆ ਜੀ, ਮਤਲਬ ਕੁੜੀ ਦਾ ਵਿਆਹ ਕਦੋਂ ਕਰਨਾ ਵੀ ਸਮਝਦਾਰ ਹੋ ਗਈ ਹੈ,
ਮੁੰਡੇ ਦਾ ਵਿਆਹ ਕਦੋਂ ਕਰਨਾ, ਕਈ ਵਾਰ ਦੇਖਦੇ ਆ ਮੁੰਡਾ ਵਿਗੜਿਆ ਹੁੰਦਾ, ਸਹੀ ਗੱਲ, ਉਹਦਾ ਵਿਆਹ ਕਰਾ ਦਿਓ, ਜ਼ਿੰਮੇਵਾਰੀ ਪਏਗੀ ਨਾ, ਆਪੇ ਸੁਧਰ ਜੂਗਾ। ਹੁਣ ਦੱਸੋ ਉਹ ਕੁੜੀ ਜਿਹੜੀ ਹੈ ਉਹ ਸੁਧਾਰਨ ਵਾਸਤੇ ਆ ਰਹੀ ਹੈ, ਉਹਦੇ ਸੁਪਨੇ ਨਹੀਂ ਹੈਗੇ, ਉਹਦਾ ਜੀਵਨ ਨਹੀਂ ਹੈਗਾ, ਉਹ ਕਿਉਂ ਭੁਗਤੇ? ਤੁਹਾਡੇ ਵਿਗੜੇ ਹੋਏ ਮੁੰਡੇ ਕਾਰਨ ਉਹਦਾ ਜੀਵਨ ਕਿਉਂ ਖਰਾਬ ਕੀਤਾ ਜਾਵੇ? ਪਹਿਲਾਂ ਆਪਣੇ ਮੁੰਡੇ ਨੂੰ ਸੁਧਾਰੋ, ਫਿਰ ਵਿਆਹ ਕਰੋ। ਉਹ ਸੁਧਾਰਨ ਵਾਸਤੇ ਥੋੜਾ ਆਏਗੀ। ਦੂਜੀ ਗੱਲ, ਕੁੜੀ ਆ ਗਈ ਤੇ ਹੁਣ ਕੰਮ ਕਈ ਨਹੀਂ ਵੀ ਆਉਂਦੇ, ਕਿਉਂਕਿ ਨਵੀਂ ਥਾਂ ਤੇ ਆਈ ਹੈ, ਹਰ ਥਾਂ ਦਾ ਮਾਹੌਲ ਵੱਖਰਾ, ਹਜੇ ਸਿੱਖੇਗੀ, ਆਏਗੀ, ਸਮਝੇਗੀ, ਫਿਰ ਜਾ ਕੇ ਕੰਮ ਕਰੇਗੀ। ਸੱਸ ਕੀ ਗੱਲ ਕੁੜੀ ਨੂੰ ਕਹੇਗੀ, ਮਾਂ ਨੇ ਕੁਝ ਨਹੀਂ ਸਿਖਾ ਕੇ ਭੇਜਿਆ। ਹੁਣ ਉਹ ਪੇਕਿਆਂ ਤੋਂ ਆਈ ਹੈ ਕਿ ਟ੍ਰੇਨਿੰਗ ਸੈਂਟਰ ਤੋਂ ਆਈ ਹੈ? ਤੁਸੀਂ ਮਾਂ ਜੇ ਉਹਦੀ, ਤੁਸੀਂ ਦੂਜੀ ਮਾਂ ਜੇ, ਤੁਸੀਂ ਆਪ ਸਿਖਾਓ ਜੇ ਨਹੀਂ ਆਉਂਦਾ ਕੁਝ ਤੇ। ਬਿਲਕੁਲ, ਉਹ ਟ੍ਰੇਨਿੰਗ ਸੈਂਟਰ ਤੋਂ ਥੋੜਾ ਆਈ ਹੈ, ਉਹ ਪੇਕਿਆਂ ਤੋਂ ਆਈ ਹੈ। ਕਈ ਕੰਮ ਆਉਂਦੇ ਨੇ, ਕਈ ਕੰਮ ਨਹੀਂ ਆਉਂਦੇ, ਕਈ ਕੰਮ ਸੱਸ ਨੂੰ ਨਹੀਂ ਆਉਂਦੇ, ਨੂੰਹ ਨੂੰ ਆਉਂਦੇ ਨੇ, ਤਾਂ ਮਿਲ ਜੁਲ ਕੇ ਸਹੇਲੀਆਂ ਬਣ ਕੇ ਰਹੋ ਨਾ। ਕੀ ਪ੍ਰੋਬਲਮ ਕੀ ਹੈ? ਪਰ ਜਿਹੜੀਆਂ ਪੁਰਾਣੀਆਂ ਸੱਸਾਂ ਉਹ ਤਾਂ ਵੈਸੇ ਕਮਾਲ ਨਾਲ ਲੋਕਾਂ ਨੂੰ ਸਿਖਾ ਦਿੰਦੀਆਂ ਸਭ ਕੁਛ। ਹੁਣ ਦੀਆਂ ਜਿਹੜੀਆਂ ਕੁੜੀਆਂ ਆਉਂਦੀਆਂ ਨਵੀਆਂ, ਕੁਛ ਉਹਨਾਂ 'ਚ ਵੀ ਕੋਆਪਰੇਸ਼ਨ ਦੀ ਹੱਦ ਤੋਂ ਵੱਧ ਨਹੀਂ ਹੈਗੀ, ਉਹ ਉਣਤਾ ਹੀ ਹੈ। ਅਤੇ ਦੂਜੇ ਪਾਸੇ ਜਿਹੜੀਆਂ ਸੱਸਾਂ ਨੇ ਉਹ ਵੀ ਥੋੜ੍ਹਾ ਜਿਹਾ ਵੀ ਉਹਨਾਂ ਨੂੰ ਵੀ ਝਿੜਕਾਂ ਪਈਆਂ ਹੁੰਦੀਆਂ, ਉਹ ਵੀ ਕਿਤੇ ਨਵਾਂ ਰਹੀਆਂ ਹੁੰਦੀਆਂ, ਉਹਨਾਂ ਆਪਣੀ ਸੱਸਾਂ ਨੂੰ ਝਿੜਕਾਂ ਲਈਆਂ ਹੁੰਦੀਆਂ, ਉਹ ਬਦਲੇ 'ਚ ਫਿਰ ਦੂਜੀਆਂ ਜਿਹੜੀਆਂ ਆਈਆਂ ਕੁੜੀਆਂ ਨੌਵਾਂ ਬਣ ਕੇ ਉਹਨਾਂ ਨੂੰ ਝਿੜਕਾਂ ਦਿੰਦੀਆਂ, ਫਿਰ ਉਹਨਾਂ ਦੇ ਵਿੱਚ ਆਪੋ ਵਿੱਚ ਦਫਾੜ ਬਣ ਜਾਂਦਾ। ਫਿਰ ਕੌਣ ਫਸਦਾ? ਟੌਰਚਰ ਕੌਣ ਹੁੰਦਾ? ਮੈਂਟਲੀ ਮੁੰਡਾ ਮਾਂ ਨੂੰ ਖੁਸ਼ ਕਰਨਾ ਚਾਹੁੰਦਾ, ਘਰ ਵਾਲੀ ਨੂੰ ਖੁਸ਼ ਕਰਨਾ ਚਾਹੁੰਦਾ, ਵਿਚਕਾਰ ਫਸ ਕੇ ਉਹ ਕਹਿੰਦਾ ਬਹਿ ਜਾਓ, ਤੁਸੀਂ ਬਹਿ ਜਾਓ, ਤੁਸੀਂ ਬਹਿ ਜਾਓ, ਘਰ ਵਾਲੀ ਨੂੰ ਬਿਠਾ ਦੇ, ਕਦੀ ਮਾਂ ਨੂੰ ਬਿਠਾਉਂਦਾ, ਉਹ ਕਰਦਿਆਂ ਕਰਾਉਂਦਾ ਫਿਰ ਨਵਾਂ ਘਰ ਬਣ ਜਾਂਦਾ। ਬਹੁਤ ਵਧੀਆ ਇੱਕ ਗੱਲ ਆ, ਆਪਣੇ ਹੀ ਸਰਕਲ ਦੇ ਇੱਕ ਬੜੇ ਸੀਨੀਅਰ ਪੱਤਰਕਾਰ ਨੇ, ਉਹ ਦੱਸਦੇ ਪਏ ਸੀਗੇ, ਕਹਿੰਦੇ ਪੁਰਾਣੀ ਗੱਲ ਹੈ, ਜਦੋਂ ਨਵਾਂ ਵਿਆਹ ਹੋਇਆ ਤੇ ਕਹਿੰਦੇ ਮੈਂ ਬਾਹਰ ਨਹਾਉਣ ਡਿਆ, ਨਲਕੇ ਦੇ ਕੋਲ ਪਾਣੀ ਗੇੜ ਕੇ ਨਹਾਈ ਜਾਵਾਂ, ਤੇ ਇੱਥੇ ਨੂੰਹ ਸੱਸ ਤੇ ਲੜਨ ਡਈਆਂ, ਦੋਵੇਂ ਲੜੀ ਜਾਣ। ਕਹਿੰਦਾ ਮੇਰਾ ਸਿਰ ਦੁਖਣ ਲੱਗ ਪਿਆ, ਕਹਿੰਦਾ ਮੈਂ ਬਾਲਟੀ ਭਰੀ ਪਾਣੀ ਦੀ, 4 ਮੱਗੇ ਭਰ ਕੇ ਪਾਣੀ ਤੇ ਆਪਣੀ ਮਾਂ ਤੇ ਪਾ ਦੇ ਤੇ 4 ਵਹੁਟੀ ਤੇ ਪਾ ਦੇ, ਮੈਂ ਕਿਹਾ ਦੋਵੇਂ ਠੰਡੀਆਂ ਹੋ ਜਾਣ। ਹਾਂ ਇਹ ਗੱਲ, ਮੁੰਡਾ ਫਸ ਜਾਂਦਾ ਦੋ ਪਾਸੇ। ਬਿਲਕੁਲ ਸਹੀ। ਔਰਤ ਦੋ ਦੀ ਲੜਾਈ ਜਿਹੜੀ ਹੁੰਦੀ ਹੈ ਨਾ, ਵੂਮਨ ਸਾਈਕੀ ਹੈ ਨਾ, ਉਹਦੇ ਵਿੱਚ ਬੰਦਾ ਫਸ ਕੇ ਤੇ ਬੁਰੀ ਤਰ੍ਹਾਂ ਵਿਚਾਰਾ ਮਸਲਿਆ ਜਾਂਦਾ। ਫਿਰ ਹਾਰ ਥੱਕ ਕੇ, ਜੇ ਵੈਸੇ ਮਾਂ ਸਿਆਣੀ ਆ ਨਾ, ਜਿਹੜੀ ਸੱਸ ਆ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੁੰਡੇ ਨੂੰ ਸੁਖੀ ਰੱਖਾਂ ਤਾਂ ਆਪਣੀ ਨੌਂ ਨੂੰ ਸੁਖੀ ਰੱਖਾਂ। ਤੇ ਜਿਹੜਾ ਉਹਨਾਂ ਦਾ ਪਿਓ ਆ, ਬਾਪ, ਉਹ ਵਿਚਾਰਾ ਬਾਹਰ ਆ, ਉਹ ਤਾਂ ਕਮਾਈ ਕਰਕੇ ਲਿਆ ਕੇ ਵੰਡ ਦਿੰਦਾ, ਲਓ ਜੀ। ਪਰ ਚੌਧਰ ਜਿਹੜੀ ਹੈਗੀ ਸੱਸ ਦੀ ਆ, ਜਿਹੜੀ ਮਾਂ ਸੱਸ ਆ। ਬਿਲਕੁਲ, ਬੜੀਆਂ ਪਿਆਰੀਆਂ ਘਟਨਾਵਾਂ ਨੇ, ਨਿੱਕੀਆਂ ਨਿੱਕੀਆਂ ਗੱਲਾਂ ਤੋਂ ਬੰਦਾ ਸਿੱਖ ਸਕਦਾ। ਮੈਂ ਆਪਣੇ ਦਰਸ਼ਕਾਂ ਨਾਲ ਇੱਕ ਹੋਰ ਘਟਨਾ ਸਾਂਝੀ ਕਰਾਂ, ਥੋੜਾ ਹਾਸਾ ਮਖੌਲ ਵੀ ਹੋਣਾ ਚਾਹੀਦਾ। ਕਹਿੰਦਾ ਕਿ ਕੀ ਹੋਇਆ ਕਿ ਮੋਟਰਸਾਈਕਲ ਮੇਰੇ ਨਾਲ ਗੱਲ ਕਰ ਰਿਹਾ, ਕਹਿੰਦਾ ਭਾਜੀ ਮੋਟਰਸਾਈਕਲ ਮੈਨੂੰ ਮਿਲਿਆ ਵਿਆਹ ਦੇ ਵਿੱਚ, ਮੋਟਰਸਾਈਕਲ ਮਿਲਿਆ ਤੇ ਮੈਂ ਬੜਾ ਖੁਸ਼, ਗਿਫਟ ਦਿੱਤਾ ਸਹੁਰਿਆਂ ਨੇ, ਤੇ ਤੁਹਾਡੀ ਭਰਜਾਈ ਨੂੰ ਮੈਂ ਪਿੱਛੇ ਬਿਠਾਇਆ, ਮੋਟਰਸਾਈਕਲ ਤੇ ਘੁਮਾਉਣ ਲੈ ਕੇ ਗਿਆ ਤੇ ਪੈਟਰੋਲ ਪਵਾਇਆ, ਤੇ ਆਦਤ ਨਹੀਂ ਸੀ ਨਾ ਕਿ ਕੋਈ ਨਾਲ ਹੋਵੇ, ਭੁੱਲ ਗਿਆ ਕਿ ਤੁਹਾਡੀ ਭਰਜਾਈ ਨਾਲ ਹੈ, ਇਕੱਲਾ ਹੀ ਮੋਟਰਸਾਈਕਲ ਤੇ ਨਿਕਲ ਗਿਆ ਪੈਟਰੋਲ ਪਵਾ ਕੇ। ਉਹ 2-3 ਕਿਲੋਮੀਟਰ ਅੱਗੇ ਜਾ ਕੇ ਧਿਆਨ ਆਇਆ, ਉਹ ਤੁਹਾਡਾ ਭਲਾ ਹੋ ਜਾਵੇ, ਜਿਨ੍ਹਾਂ ਨੇ ਮੋਟਰਸਾਈਕਲ ਦਿੱਤਾ ਹੈ ਉਹਨਾਂ ਦੀ ਕੁੜੀ ਤੇ ਮੈਂ ਉੱਥੇ ਛੱਡ ਆਇਆ। ਇਦਾਂ ਕਈ ਹੋਇਆ। ਮੈਂ ਕਿਹਾ ਫੇਰ? ਕਹਿੰਦਾ ਫਿਰ ਗਿਆ ਤੇ ਉੱਥੇ ਖੜੀ। ਮੈਂ ਕਿਹਾ ਬੈਠੋ ਭਾਗਵਾਨ ਨੂੰ, ਚੱਲੀਏ। ਕਹਿੰਦੇ ਘਰ ਆ ਗਏ, ਘਰ ਆ ਕੇ ਉਹਨੇ ਦੱਸਿਆ ਆਪਣੀ ਸੱਸ ਨੂੰ, ਉਹਦੀ ਸੱਸ ਮੈਨੂੰ ਕੁੱਟੇ, ਉਹਦੀ ਸੱਸ ਮੈਨੂੰ ਡੰਡਾ ਲੈ ਕੇ ਕੁੱਟੇ, ਉਹਦੀ ਸੱਸ ਨੇ ਮੈਨੂੰ ਇਹ ਕਿਹਾ, ਉਹਦੀ ਸੱਸ ਨੇ ਮੈਨੂੰ ਉਹ ਕਿਹਾ। ਮੈਂ ਕਿਹਾ ਗੱਲ ਸੁਣੋ, ਉਹਦੀ ਸੱਸ ਕਰੀ ਜਾਂਦੇ ਹੋ, ਇਹ ਨਹੀਂ ਕਹਿ ਸਕਦੇ ਮੇਰੀ ਮਾਂ। ਉਹ ਕਹਿੰਦਾ ਨਹੀਂ, ਜਿੱਦਾਂ ਮੈਨੂੰ ਕੁੱਟਣ ਡਈ ਸੀ, ਲੱਗਦਾ ਨਹੀਂ ਸੀ ਮੇਰੀ ਮਾਂ ਹੈਗੀ ਆ, ਲੱਗਦਾ ਸੀ ਉਹਦੀ ਸੱਸ ਆ, ਮੇਰੀ ਮਾਂ ਨਹੀਂ ਹੈਗੀ। ਪਤਾ ਨਹੀਂ ਮੈਨੂੰ ਕਿਤੇ ਮੇਲੇ ਤੋਂ ਫੜ ਕੇ ਲਿਆਂਦਾ, ਮੈਨੂੰ ਜੰਮਿਆ ਨਹੀਂ ਹੈਗਾ। ਮੈਂ ਕਿਹਾ ਆਹ ਸਵਾਦ ਆਇਆ ਮੈਨੂੰ, ਜਿਹੜਾ ਉਹ ਮਤਲਬ ਆਪਣੀ ਨੂੰਹ ਦਾ ਪੱਖ ਪੂਰਦੀ ਪਈ ਔਰ ਤੇਰਾ ਕੁਟਾਪਾ ਕਰਦੀ ਪਈ ਨਾ, ਬਾਕੀ ਤੋਂ ਕੁਟਾਪੇ ਦੇ ਲਾਇਕ। ਸੋ ਅਗਰ ਇੱਦਾਂ ਦੀਆਂ ਸੱਸਾਂ ਹੋਣ ਜਿਹੜੀਆਂ ਆਪਣੀ ਨੂੰਹ ਨੂੰ ਆਪਣੀ ਸਹੇਲੀ ਬਣਾ ਕੇ ਰੱਖਣ, ਤਾਂ ਦੋਸਤ ਬਣ ਕੇ ਰਹਿਣ, ਇਹ ਬਹੁਤ ਵਧੀਆ ਗੱਲ ਰਹਿੰਦੀ ਆ। ਪਰ ਮੇਰੇ ਖਿਆਲ ਹੈ ਜਿਹੜਾ ਹੁਣ ਆਪਾਂ ਖਬਰ ਲਈ ਜਿਹੜਾ ਇਸ਼ੂ ਹੈ, ਇਹ ਸਿਰਫ ਉੱਥੇ ਅਮਰੀਕਾ ਜਿਹੜਾ ਵਾਪਰਿਆ ਹੈਗਾ, ਸਾਡੇ ਦੇਸ਼ ਦੇ ਲੋਕਾਂ ਨੂੰ ਇਸ ਤੋਂ ਲੈਸਨ ਲੈਣਾ ਚਾਹੀਦਾ ਕਿ ਜਿਹੜੇ ਬੱਚੇ ਇਸ ਵੇਲੇ ਵਿਆਹੇ ਨੇ ਜਾਂ ਇਕੱਠੇ ਰਹਿ ਰਹੇ ਆ, ਉਹਨਾਂ ਨੂੰ ਇਹ ਸੋਚ ਰੱਖਣੀ ਚਾਹੀਦੀ ਕਿ ਜੇ ਅਸੀਂ ਕੱਲ੍ਹ ਬਾਹਰ ਜਾਣਾ ਜਾਂ ਕੁਛ ਕਰਨਾ ਤਾਂ ਅਸੀਂ ਇਹਦੇ ਵਿੱਚ ਕੋਈ ਇਤਫਾਕ ਨਾ ਰਹੀਏ, ਪਿਆਰ ਨਾ ਰਹੀਏ, ਪੂਰਾ ਪਰਿਵਾਰ ਜੁਆਇੰਟਲੀ ਰਹੀਏ। ਜੇ ਲੜਨਗੇ ਸਾਰਾ ਕੁਝ ਹੋਗਾ ਤਾਂ ਹੋ ਸਕਦਾ ਜੋ ਇਮੀਗ੍ਰੇਸ਼ਨ ਉਹਨੇ ਉੱਥੇ ਡਿਸੀਜਨ ਲਿਆ, ਇੰਡੀਅਨ ਐਮਬੈਸੀ ਜਿਹੜੀ ਆ ਉਹਦੇ ਨਾਲ ਵੀ ਕੁਛ ਨਾ ਕੁਛ ਕਰ ਸਕਦੇ ਆ। ਬਿਲਕੁਲ ਸਹੀ ਗੱਲ। ਜੇ ਬੱਚਿਆਂ ਲਈ ਬਾਹਰ ਜਾਣਾ ਹੈਗਾ, ਸਪਾਊਸ ਵੀਜ਼ੇ ਤੇ ਜਾਣਾ ਹੈਗਾ, ਤਾਂ ਥੋੜ੍ਹਾ ਜਿਹਾ ਮੁਸ਼ਕਲ ਪੇਸ਼ ਆਊਗੀ। ਉਹਨਾਂ ਨੂੰ ਤਰੀਕੇ ਨਾਲ ਰਹਿਣਾ ਚਾਹੀਦਾ ਤੇ ਦੋਵਾਂ ਨੂੰ ਜੁੜ ਕੇ ਪਿਆਰ ਨਾਲ, ਮੁਹੱਬਤ ਨਾਲ ਰਹਿਣਾ। ਐਗਜ਼ੈਕਟਲੀ, ਮਤਲਬ ਮਜ਼ਾਕ ਦੀਆਂ ਗੱਲਾਂ ਆਪਣੀ ਜਗ੍ਹਾ, ਘਰ ਪਰਿਵਾਰ ਨੂੰ ਕਿਵੇਂ ਸਾਂਭਣਾ ਹੈ ਉਹ ਆਪਣੀ ਜਗ੍ਹਾ। ਪਰ ਜੇ ਕੋਈ ਮੁਸ਼ਕਲ ਆਈ ਗਈ ਹੈ, ਤਲਾਕ ਵਾਲੀ ਗੱਲ ਹੋ ਗਈ ਹੈ, ਪਰ ਫਿਰ ਜਿਸ ਤਰ੍ਹਾਂ ਐਮਬੈਸੀਜ਼ ਚਾਹੁੰਦੀਆਂ ਨੇ, ਗਵਰਨਮੈਂਟ ਜਿੱਦਾਂ ਚਾਹੁੰਦੀ ਹੈ, ਉਹ ਸਾਰੀ ਡਾਕੂਮੈਂਟੇਸ਼ਨ ਤੁਹਾਡੀ ਪੂਰੀ ਹੋਣੀ ਚਾਹੀਦੀ। ਜ਼ਰੂਰ। ਚਲੋ ਫਿਰ ਅੱਗੇ ਤੁਰੀਏ। ਜ਼ਰੂਰ। ਕਿ ਨਵੀਂ ਸਨਅਤੀ ਨੀਤੀ ਨਾਲ ਪੰਜਾਬੀ ਮੁੰਡਿਆਂ ਨੂੰ ਮਿਲੇਗਾ ਵੱਡਾ ਰੋਜ਼ਗਾਰ। ਇਹ ਬਹੁਤ ਵਧੀਆ ਗੱਲ ਹੈ। ਜਦੋਂ ਆਪਾਂ ਵਿਦੇਸ਼ ਜਾਣ ਦੀ ਵੀ ਗੱਲ ਕਰਦੇ ਹਾਂ, ਜੇ ਪੰਜਾਬ ਦੇ ਵਿੱਚ ਹੀ ਉਹਨਾਂ ਨੂੰ ਵੱਡਾ ਰੋਜ਼ਗਾਰ ਮਿਲੇ, ਆਪਣੇ ਟੈਲੈਂਟ ਦੇ ਮੁਤਾਬਿਕ, ਹੁਨਰ ਦੇ ਮੁਤਾਬਿਕ, ਸਟੱਡੀਜ਼ ਦੇ ਮੁਤਾਬਿਕ ਉਹਨਾਂ ਨੂੰ ਕੰਮਕਾਰ ਮਿਲੇ, ਤਾਂ ਮੇਰਾ ਖਿਆਲ ਨਹੀਂ ਕਿ ਬਾਹਰ ਜਾਣ 'ਚ ਵੀ ਕੋਈ ਇੰਟਰਸਟਿਡ ਹੋਏਗਾ। ਜਿਹੜੀ ਇੰਡਸਟਰੀਅਲ ਡਿਵੈਲਪਮੈਂਟ ਪਾਲਿਸੀ ਜਿਹੜੀ ਆਈ ਨਵੀਂ ਇੰਟਰੋਡਿਊਸ ਹੋ ਰਹੀ ਹੈ, ਇਹਨਾਂ ਨੇ ਕੈਬਨਿਟ ਪੇਸ਼ ਕਰ ਰਹੇ ਨਵੀਂ, ਉਹਦੇ 'ਚ ਵਿਧਾਨ ਸਭਾ ਜਦੋਂ ਪੇਸ਼ ਹੋਈ ਇਹਨਾਂ ਦੇ ਵਿੱਚ ਉਦੋਂ ਇੰਪਲੀਮੈਂਟ ਹੋਣ ਕੇ ਕਾਨੂੰਨੀ ਤੌਰ 'ਤੇ ਇੱਕ ਮੁੱਦਾ ਬਣ ਜਾਊਗਾ।
ਤਾਂ ਕਿ ਇਹਨਾਂ ਨੇ ਕਿਹਾ ਕਿ ਇੰਡਸਟਰੀ ਦੀ ਨਵੀਂ ਨੀਤੀ ਜਿਹੜੀ ਇੰਟਰੋਡਿਊਸ ਹੋ ਕੇ ਉਹਦੇ ਵਿੱਚ ਇੰਡਸਟਰੀ ਦੀ ਐਸਟੈਬਲਿਸ਼ਮੈਂਟ ਕਰੀਏ ਪਿੰਡਾਂ 'ਚ, ਖਾਸ ਤੌਰ 'ਤੇ ਕੁਝ ਸ਼ਹਿਰਾਂ 'ਚ, ਅਰਬਨ ਏਰੀਆ 'ਚ ਵੀ। ਔਰ ਉਹਦੇ 'ਚ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹ ਆਪਣੇ ਤੌਰ 'ਤੇ ਪੈਸਾ ਗੌਰਮੈਂਟ ਤੋਂ ਜਾਂ ਲੋਨ ਲੈ ਕੇ ਲੈ ਸਕਦੇ ਆ। ਔਰ ਉਹਦੇ 'ਚ ਪ੍ਰੋਸੈਸ ਬਣੂਗਾ ਕਿ ਉਹਦੇ 'ਚ ਕਿੰਨਾ ਪੈਸਾ ਇਹਨਾਂ ਨੂੰ ਦਿੱਤਾ ਜਾ ਸਕਦਾ ਜਿਹੜੇ ਬੇਰੁਜ਼ਗਾਰ ਲੋਕ ਬੈਠੇ ਨੇ, ਔਰ ਕਿਸ ਤਰ੍ਹਾਂ ਦੀ ਇੰਡਸਟਰੀ ਲਾ ਰਹੇ ਆ, ਉਹਨਾਂ ਕੋਲ ਕੀ ਨੌਲੇਜ ਹੈਗਾ, ਤਾਂ ਕਿ ਉਹਨਾਂ ਨੂੰ ਇਹਦੇ ਨਾਲ ਜਿਹੜੇ ਹਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਇੰਡਸਟਰੀਲਾਈਜ਼ ਜਿਹੜਾ ਡਿਪਾਰਟਮੈਂਟ ਉਹ ਖੋਲ੍ਹਣ ਜਾ ਰਹੇ ਆ, ਅਤੇ ਉਹਦੇ ਵਿੱਚ ਨਵੇਂ ਮੁੰਡੇ ਜਿਹੜੇ ਆਉਣਗੇ ਉਹ ਉਹਨਾਂ ਨੂੰ ਬਹੁਤ ਫਾਇਦਾ ਹੋਊਗਾ। ਬੇਰੁਜ਼ਗਾਰੀ ਤਾਂ ਹੈ ਹੀ ਆ, ਜੇ ਮੁੰਡੇ ਟਿਕ ਕੇ ਇੱਥੇ ਕੰਮ ਕਰ ਲੈਣਗੇ, ਪੰਜਾਬ ਵਿੱਚ ਇੰਡਸਟਰੀ ਲਾ ਲੈਣਗੇ, ਅਤੇ ਜ਼ਰੂਰਤ ਨਹੀਂ ਹੈਗੀ ਸਾਨੂੰ ਚਾਈਨਾ ਦੀ, ਬਾਕੀ ਇਲੈਕਟ੍ਰੋਨਿਕ ਚੀਜ਼ਾਂ ਦੀ। ਜੋ ਚੀਜ਼ਾਂ ਇੱਥੇ ਬਣਾ ਸਕਦੇ ਮੁੰਡੇ, ਬਣਾਉਣਾ ਚਾਹੀਦਾ ਉਹਨਾਂ ਨੂੰ, ਤਾਂ ਕਿ ਇੰਡਸਟਰੀ ਸ਼ਿਫਟ ਹੋ ਕੇ, ਜਿਸ ਤਰ੍ਹਾਂ ਬਾਦਲ ਸਰਕਾਰ ਦੇ ਟਾਈਮ 'ਤੇ ਇੰਡਸਟਰੀ ਹਿਮਾਚਲ 'ਚ ਚਲੇ ਗਈ, ਉੱਥੇ ਟੈਕਸ ਘੱਟ ਸੀਗਾ, ਇੰਡਸਟਰੀ ਹਰਿਆਣਾ ਨਾਲ ਦੇ 'ਚ ਚਲੇ ਗਈ, ਔਰ ਇਸ ਵੇਲੇ ਜਿਹੜਾ ਲੁਧਿਆਣਾ ਸਾਡਾ ਹੈਗਾ ਖਾਲੀ ਹੋ ਗਿਆ ਇੰਡਸਟਰੀ ਤੋਂ ਇਲਾਵਾ। ਪਰ ਮੇਰੇ ਖਿਆਲ ਨਾਲ ਇਹ ਜਿਹੜੇ ਨੌਜਵਾਨ ਮੁੰਡੇ ਨੇ, ਜਿਹੜੇ ਪੜ੍ਹੇ ਲਿਖੇ ਨੌਜਵਾਨ ਹੈਗੇ, ਉਹਨਾਂ ਨੂੰ ਬੜਾ ਫਾਇਦਾ ਹੋਊਗਾ। ਬਿਲਕੁਲ। ਐਕਚੁਅਲੀ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੈ ਨਾ, ਸਕਿੱਲ ਇੰਡੀਆ ਜੀ, ਉਹਦੇ ਟ੍ਰੇਨਿੰਗ ਹੈ ਸਾਰੀ। ਉਹਦੇ 3 ਕੈਟਾਗਰੀਜ਼ ਨੇ। ਇੱਕ ਤਾਂ ਉਹ ਜਿਨ੍ਹਾਂ ਨੂੰ ਕੋਈ ਵੀ ਕੰਮ, ਕੋਈ ਵੀ ਹੁਨਰ ਨਹੀਂ ਆਉਂਦਾ, ਜਿਹੜੇ ਬਿਲਕੁਲ ਉਹਨਾਂ ਨੂੰ ਰॉ ਹੈਂਡ ਨੇ, ਉਹਨਾਂ ਨੂੰ ਟ੍ਰੇਨਿੰਗ ਦਿਓ। ਇੱਕ ਉਹ ਜਿਹੜੇ ਕਰਦੇ ਪਏ ਨੇ ਪਰ ਐਵਰੇਜ ਨੇ, ਇੱਕ ਉਹਨਾਂ ਨੂੰ ਟ੍ਰੇਨਿੰਗ ਦਿਓ। ਇੱਕ ਉਹ ਜਿਹੜੇ ਐਡਵਾਂਸ ਲੈਵਲ ਤੇ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਟ੍ਰੇਨਿੰਗ ਦਿਓ। ਇਹ 3 ਤਰ੍ਹਾਂ ਦੀ ਕੈਟਾਗਰੀ ਆ। ਜਿੱਥੇ ਕੋਈ ਮੁੰਡਾ ਸੈੱਟ ਬੈਠੇਗਾ ਉਹਨੂੰ ਉਹਦੇ ਮੁਤਾਬਿਕ ਰੋਜ਼ਗਾਰ ਮਿਲੇਗਾ। ਦੂਜੀ ਗੱਲ, ਇੰਡਸਟਰੀ ਕਿੱਦਾਂ ਦੀ ਲਗਾਉਂਦੇ ਨੇ, ਉਹਦਾ ਰॉ ਮਟੀਰੀਅਲ ਕਿੱਥੋਂ ਆਉਣਾ ਹੈ। ਜ਼ਿਆਦਾਤਰ ਕਿਹਾ ਜਾਂਦਾ ਕਿ ਖੇਤੀਬਾੜੀ ਤੇ ਆਧਾਰਿਤ ਹੀ ਜੇ ਇੰਡਸਟਰੀ ਪੰਜਾਬ 'ਚ ਡਿਵੈਲਪ ਕੀਤੀ ਜਾਵੇ ਤਾਂ ਜ਼ਿਆਦਾ ਫਾਇਦਾ ਰਹੇਗਾ, ਕਿਉਂਕਿ ਸਾਰਾ ਰॉ ਮਟੀਰੀਅਲ ਖੇਤੀਬਾੜੀ ਤੋਂ ਮਿਲੇਗਾ ਤੇ ਖੇਤੀਬਾੜੀ ਨਾਲ ਰਿਲੇਟਡ ਮੁੰਡਿਆਂ ਕੋਲ ਪਹਿਲਾਂ ਹੀ ਜਾਣਕਾਰੀ ਹੈ, ਕਿਉਂਕਿ ਘਰਾਂ 'ਚੋਂ ਪਿੰਡਾਂ 'ਚੋਂ ਮਿਲ ਜਾਂਦੀ ਹੈ, ਉਹ ਵੀ ਫਾਇਦਾ ਹੋਏਗਾ। ਤੀਜੀ ਗੱਲ ਇਹ ਆ ਕਿ ਜਿੰਨੀ ਤੱਕ ਇਹ ਜਿਹੜੀ ਪੋਲੀਟੀਕਲ ਸਟੇਬਿਲਿਟੀ ਨਹੀਂ ਆਉਂਦੀ ਹੈ ਨਾ, ਪੋਲੀਟੀਕਲੀ ਬਿਲਕੁਲ ਸ਼ਾਂਤ ਨਹੀਂ ਹੁੰਦਾ ਵਾਤਾਵਰਣ, ਐਡਮਿਨਿਸਟ੍ਰੇਸ਼ਨ ਸ਼ਾਂਤ ਨਹੀਂ ਹੁੰਦਾ, ਲਾਅ ਐਂਡ ਆਰਡਰ ਸ਼ਾਂਤ ਨਹੀਂ ਹੁੰਦਾ, ਉਦੋਂ ਤੱਕ ਬਾਹਰੋਂ ਇਨਵੈਸਟਰਸ ਨਹੀਂ ਆਉਣ ਵਾਲੇ, ਕਿਉਂਕਿ ਉਹਨਾਂ ਨੂੰ ਚਾਹੀਦਾ ਕਿ ਬਿਲਕੁਲ ਸ਼ਾਂਤ ਵਾਤਾਵਰਣ ਦੇ ਵਿੱਚ ਆਪਣੇ ਪੈਸੇ ਲਾਉਣ। ਇੱਕ ਤਾਂ ਹੈ ਹੀ ਸਰਹੱਦੀ ਸੂਬਾ, ਤਾਂ ਵੀ ਲੋਕ ਡਰਦੇ ਨੇ, ਸਰਹੱਦਾਂ ਦੇ ਉੱਤੇ ਇੰਡਸਟਰੀ ਡਿਵੈਲਪ ਨਹੀਂ ਹੁੰਦੀ। ਜਿੱਥੇ ਸੇਫ ਜ਼ੋਨ ਮਿਲੇਗਾ ਉੱਥੇ ਉਹ ਪੈਸੇ ਲਾਉਣਗੇ। ਜੇ ਭਾਰਤ ਵਿੱਚੋਂ ਵੀ ਕੋਈ ਕਾਰੋਬਾਰੀ ਆਉਂਦਾ ਹੈ ਪੰਜਾਬ ਦੇ ਵਿੱਚ ਕਾਰੋਬਾਰ ਕਰਨ ਵਾਸਤੇ, ਕੋਈ ਉੱਥੋਂ ਦਾ ਕੋਈ ਅਮੀਰ ਆਦਮੀ ਇੱਥੇ ਪੈਸਾ ਲਗਾਉਂਦਾ, ਉਹ ਵੀ ਚਾਰੋਂ ਪਾਸੇ ਸੁਰੱਖਿਅਤ ਹੋ ਕੇ ਲਗਾਏਗਾ ਕਿ ਪੰਜਾਬ ਦਾ ਮਾਹੌਲ ਕਿੱਦਾਂ ਦਾ। ਇੱਕ ਤਾਂ ਮਾਹੌਲ ਵੱਲ ਧਿਆਨ ਦੇਣਾ ਪਏਗਾ, ਦੂਜੇ ਉਹਨਾਂ ਨੂੰ ਜਿਹੜੀ ਲੇਬਰ ਚਾਹੀਦੀ ਹੈ ਜਾਂ ਇੱਥੋਂ ਜਿਹੜੀ ਟੈਲੈਂਟ ਚਾਹੀਦਾ ਹੈ ਉਹਨਾਂ ਦੀ ਇੰਡਸਟਰੀ 'ਚ ਕੰਮ ਕਰਨ ਵਾਲਾ, ਉਹਦਾ ਲੈਵਲ ਕੀ ਹੈ। ਇਹ ਦੋਵੇਂ ਚੀਜ਼ਾਂ ਚਾਹੀਦੀਆਂ ਨੇ, ਕਿਤੇ ਇਹ ਨਾ ਹੋਵੇ ਫਿਰ ਇੰਡਸਟਰੀ ਇੱਥੇ ਲੱਗੇ ਤੇ ਮੁੰਡੇ ਬਾਹਰੋਂ ਇੰਪਲੋਇਮੈਂਟ ਕਰੀ ਜਾਣ, ਪੰਜਾਬ ਦੇ ਨਾ ਹੁਣ ਬਾਹਰੋਂ ਲਿਆ ਕੇ ਇੱਥੇ ਫਿਕਸ ਕਰਨ, ਕਿਉਂਕਿ ਉਹਨੇ ਤਾਂ ਆਪਣਾ ਪੈਸਾ ਕਮਾਉਣਾ, ਆਪਣੀ ਇੰਡਸਟਰੀ ਚਲਾਉਣੀ ਹੈ। ਇਸ ਕਰਕੇ ਪੰਜਾਬ ਦੇ ਮੁੰਡਿਆਂ ਨੂੰ ਵੀ ਉਸ ਲੈਵਲ ਦੇ ਉੱਤੇ ਤਿਆਰੀ ਕਰਨੀ ਪਏਗੀ। ਵੈਸੇ ਇਹ ਨਿਊ ਇੰਟਰਪ੍ਰੀਨਿਓਰ ਜਿਹੜੀ ਹੈਗੀ ਨਾ ਨੀਤੀ, ਇਹਦੇ 'ਚ ਹੈ ਕਿ ਸੈਂਟਰ ਵੀ ਇਨਵੋਲਵ ਹੈ, ਸਟੇਟ ਵੀ ਹੈਗੇ ਆ। ਇਹ ਕੇਵਲ ਪੰਜਾਬ ਲਈ ਨਹੀਂ ਹੈਗੀ, ਪੰਜਾਬ 'ਚ ਤਾਂ ਇਹਨਾਂ ਨੇ ਕੀਤਾ ਕਿ ਲਾਂਚ ਹੋਣੀ ਚਾਹੀਦੀ ਆ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਸੂਬਾ ਸਰਹੱਦੀ ਆ, ਔਰ ਇਹਦੇ 'ਚ ਇਹ ਵੀ ਇਹਨਾਂ ਨੂੰ ਵੇਖਣਾ ਪਊਗਾ ਕਿ ਇਹਦੀ ਮਾਰਕੀਟਿੰਗ ਕਿੱਥੇ ਹੋਣੀ ਹੈ। ਮੰਨ ਲਓ ਇਹਨਾਂ ਨੇ ਪ੍ਰੋਡਕਟ ਬਣਾ ਲਏ, ਸਾਰਾ ਕੁਝ ਹੋ ਗਿਆ, GST ਤਾਂ ਲੱਗਣਾ ਹੀ ਲੱਗਣਾ, ਜਿਹੜੇ ਪ੍ਰੋਡਕਟ ਨਵੀਂ ਆ ਰਹੀਆਂ ਉਹਨਾਂ 'ਤੇ ਬਣੂਗਾ, ਪਰ ਇਹਨਾਂ ਨੇ ਮਾਰਕੀਟਿੰਗ ਨੂੰ ਸੋਚਣਾ ਪੈਣਾ ਕਿ ਕਿੱਥੇ ਦੇਣਾ, ਰॉ ਮਟੀਰੀਅਲ ਕਿੱਧਰ ਦੀ ਆਉਣਾ। ਹੁਣ ਜਿਸ ਤਰ੍ਹਾਂ ਗੋਇੰਦਵਾਲ ਸਾਹਿਬ ਹੈਗਾ, ਇੰਡਸਟਰੀਅਲ ਏਰੀਆ ਹੈਗਾ, ਪਰ ਉਹ ਜਿਹੜਾ ਰੂਰਲ ਏਰੀਆ ਉਹਦੇ ਵਿੱਚ ਇੰਡਸਟਰੀ ਲੱਗੀ, ਧਾਗਾ ਮਿਲ ਵੀ ਸੀ। ਰਾਜੀਵ ਗਾਂਧੀ ਜਦੋਂ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੇ ਉੱਥੇ ਇਨਾਗੂਰੇਟ ਕੀਤਾ, ਧਾਗਾ ਮਿਲ ਬਹੁਤ ਵੱਡੀ ਬਣ ਗਈ, ਕਾਗਜ਼ ਦੀਆਂ ਮਿਲਾਂ ਲੱਗ ਗਈਆਂ ਉੱਥੇ, ਔਰ ਉੱਥੇ ਕੱਲ੍ਹ ਪੁਰਜੇ ਬਣਨੇ ਸ਼ੁਰੂ ਹੋ ਗਏ। ਪਰ ਪ੍ਰੋਬਲਮ ਇਹ ਰਹੀ ਕਿ ਰॉ ਮਟੀਰੀਅਲ ਆਉਣ ਲਈ ਮੁਸ਼ਕਿਲ ਹੋਈ। ਪਰ ਫਿਰ ਦੇਖੋ ਸੈਂਟਰ ਗੌਰਮੈਂਟ ਨੇ ਉਧਰ ਦੀ ਇੱਕ ਲਾਈਨ ਕੱਢ ਦਿੱਤੀ, ਟ੍ਰੇਨ ਜਾਂਦੀ ਹੈ ਲਾਈਨ ਦੇ ਨਾਲ, ਸਿੰਗਲ ਟਰੈਕ ਹੈਗਾ, ਆਉਂਦੀ ਆ, ਪਰ ਉਹਦੇ 'ਚ ਰॉ ਮਟੀਰੀਅਲ ਆਉਣਾ ਔਖਾ ਹੋ ਗਿਆ। ਫਿਰ ਜਿਹੜੇ ਪ੍ਰੋਡਕਟ ਬਣਦੀਆਂ ਸੀ ਉੱਥੇ, ਕੰਬਲ ਬਣ ਰਹੇ ਸੀ, ਬੜਾ ਕੁਝ ਬਣ ਰਿਹਾ, ਇੰਡਸਟਰੀਅਲ ਏਰੀਆ ਇੱਕ ਬਣਿਆ, ਪਰ ਉਹਦਾ ਰॉ ਮਟੀਰੀਅਲ ਆ ਕੇ ਫਿਰ ਜਿਹੜਾ ਪ੍ਰੋਡਕਟ ਬਣਦੀਆਂ ਉਹ ਕਿੱਧਰ ਜਾਣਗੀਆਂ। ਉੱਥੇ ਬਹੁਤ ਮੁੰਡਿਆਂ ਨੇ ਕੰਮ ਕੀਤਾ, ਬਹੁਤ ਨੌਜਵਾਨਾਂ ਨੇ ਕੰਮ ਕੀਤਾ ਰਾਜੀਵ ਗਾਂਧੀ ਸਰਕਾਰ ਦੇ ਟਾਈਮ ਦਾ। ਪਰ ਹੁਣ ਇਹ ਗੱਲ ਤੁਹਾਡੀ ਸਹੀ ਸੀ ਕਿ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਦੋਂ ਕਿ ਇਹਨਾਂ ਨੇ ਕੰਮ ਕਰਨਾ, ਜਵਾਨਾਂ ਨੇ ਪੈਸਾ ਵੀ ਉਹਨਾਂ ਨੇ ਲਾਉਣਾ, ਸਾਰਾ ਕੁਛ ਹੈਗਾ, ਕਿਉਂਕਿ ਪੈਸਾ ਦੀ ਜ਼ਰੂਰਤ ਬਹੁਤ ਜ਼ਰੂਰੀ ਹੈ। ਪੈਸਾ ਲਾ ਕੇ ਵੀ ਜੇ ਬੱਚੇ ਫਿਰ ਪਿੱਛੇ ਨੁਕਸਾਨ ਲੈ ਲਿਆ, ਉਹਨਾਂ ਨੇ ਨਾ ਕੁਛ ਹੋਇਆ। ਲੁਧਿਆਣਾ ਇੰਡਸਟਰੀ ਰਹੀ ਬਹੁਤ ਵੱਡੀ, ਉਹ ਵੀ ਗੌਰਮੈਂਟ ਨੇ ਨਹੀਂ ਸੰਭਾਲੀ। ਇਹ ਸਾਡੀ ਇਹ 2 ਗੌਰਮੈਂਟਾਂ ਗਈਆਂ, ਜਿਸ 'ਚ ਕਾਂਗਰਸ ਅਕਾਲੀ ਗੌਰਮੈਂਟਾਂ, ਉਹਨਾਂ ਨੇ ਇੰਡਸਟਰੀ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਪਰ ਹੁਣ ਮੌਜੂਦਾ ਸਰਕਾਰ ਇਹਨਾਂ ਨੇ ਨਵੀਂ ਜਿਹੜੀ ਇੰਟਰੋਡਿਊਸ ਕੀਤੀ ਹੈ ਜਿਹੜੀ ਇਹ ਨੀਤੀ, ਪਰ ਚਾਹੀਦਾ ਇਹਨਾਂ ਨੂੰ ਕਿ ਇਹ ਵੀ ਤਰੀਕੇ ਨਾਲ ਕਰਨ, ਤਾਂ ਕਿ ਨੌਜਵਾਨ ਜਿਹੜੇ ਆ ਉਹ ਸੁਧਰ ਜਾਣ, ਕੰਮ ਵੀ ਕਰਨ, ਐਨਰਜੀ ਉਹਨਾਂ 'ਚ ਹੈਗੀ ਕੰਮ ਦੀ, ਪੈਸਾ ਵੀ ਉਹਨਾਂ ਨੂੰ ਮੁਹੱਈਆ ਕਰਨ, ਤਾਂ ਕਿ ਜਿਹੜੇ ਨੌਜਵਾਨ ਆਉਣ ਲੱਗ ਵਾਲੇ ਜਿਹੜੇ ਆ ਦਲਦਲ 'ਚ, ਨਸ਼ਿਆਂ ਦੀ ਦਲਦਲ 'ਚੋਂ ਬਾਹਰ ਆ ਜਾਣ ਅਤੇ ਪੰਜਾਬ ਫਿਰ ਸੁਰਖਰੂ ਹੋ ਜਾਏ। ਐਗਜ਼ੈਕਟਲੀ, ਕਿਉਂਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਕਿੱਲ ਇੰਡੀਆ
ਜੀ ਇਹ ਇੱਕ ਨੀਤੀ ਹੈਗੀ ਹੈ। ਦੂਸਰਾ ਸਟਾਰਟਅਪ ਬਿਜ਼ਨਸ ਜੋ ਸ਼ੁਰੂ ਕਰਨਾ ਚਾਹੁੰਦੀ ਹੈ ਗਵਰਨਮੈਂਟ, ਕਿ ਥਾਂ ਦੇ ਉੱਤੇ ਜਿਹੜੇ ਮੁੰਡੇ ਕਾਬਿਲ ਨੇ ਉਹ ਸਟਾਰਟਅਪ ਬਿਜ਼ਨਸ ਕਰਨ, ਐਂਟਰਪ੍ਰੀਨਿਓਰ ਬਣਨ, ਹੋਰ ਲੋਕਾਂ ਨੂੰ ਵੀ ਉਹ ਕੰਮ ਤੇ ਰੱਖਣ। ਸੋ ਇਹ ਸਭ ਚੀਜ਼ਾਂ ਚੱਲਦੀਆਂ ਪਈਆਂ, ਪਰ ਹੋਣਾ ਤੇ ਸਭ ਕੁਝ ਪੈਸੇ ਦੇ ਨਾਲ ਹੈ ਨਾ। ਬਿਲਕੁਲ। ਹੁਣ ਸੈਂਟਰ ਗਵਰਨਮੈਂਟ ਕੋਲੋਂ ਕਿੰਨੇ ਫੰਡ ਆਉਂਦੇ ਨੇ, ਕਿੰਨਾ ਪਰਸੈਂਟੇਜ ਉਹ ਚੁੱਕਦੀ ਹੈ ਬੋਝ, ਔਰ ਬਾਕੀ ਸਟੇਟ ਗਵਰਨਮੈਂਟ ਕੋਲ ਕਿੰਨੇ ਫੰਡ ਨੇ, ਔਰ ਬਾਕੀ ਕਿੰਨੇ ਇਨਵੈਸਟਰਸ ਆਉਂਦੇ ਨੇ। ਪਬਲਿਕ ਜਿਹੜੀ ਸਾਰੀਆਂ ਕੰਸਰਨਸ ਨੇ, ਜਿਹੜੀਆਂ ਪਬਲਿਕ ਇੰਡਸਟਰੀ ਮਤਲਬ ਗਵਰਨਮੈਂਟ ਵੱਲੋਂ, ਗਵਰਨਮੈਂਟ ਸੈਕਟਰ ਦੀ ਇੰਡਸਟਰੀ ਨਾਲ ਪ੍ਰਾਈਵੇਟ ਸੈਕਟਰ ਕਿੰਨਾ ਕੋਲੈਬੋਰੇਟ ਕਰੇਗਾ। ਇਹ ਦੋਵੇਂ ਚੀਜ਼ਾਂ ਡਿਪੈਂਡ ਕਰਨੀਆਂ, ਕਿਉਂਕਿ ਇਸ ਵਕਤ ਜੋ ਪੰਜਾਬ ਦੀ ਹਾਲਤ ਹੈ, ਬਲਕਿ ਹਮੇਸ਼ਾ ਇੰਡੀਆ ਦੀ ਵੀ ਇਹ ਹਾਲਤ ਰਹੀ ਹੈ, ਜਦੋਂ ਤੱਕ ਪਬਲਿਕ ਸੈਕਟਰ ਦੇ ਨਾਲ ਪ੍ਰਾਈਵੇਟ ਸੈਕਟਰ ਸ਼ੇਕ ਹੈਂਡ ਨਹੀਂ ਕਰੇਗਾ ਉਦੋਂ ਤੱਕ ਕੋਈ ਵੀ ਇੰਡਸਟਰੀ ਡਿਵੈਲਪ ਨਹੀਂ ਹੋ ਸਕਦੀ। ਕਿਉਂਕਿ ਪੰਜਾਬ ਗਵਰਨਮੈਂਟ ਫਿਰ ਉੱਦਾਂ ਹੀ ਐਡਮਿਨਿਸਟ੍ਰੇਸ਼ਨ ਹੋਏਗੀ, ਆਫਿਸਰਸ ਬੈਠੇ ਨੇ, ਪਰ ਜਦੋਂ ਪ੍ਰਾਈਵੇਟ ਸੈਕਟਰ ਨਾਲ ਆਏਗਾ, ਉਹ ਬਿਜ਼ਨਸਮੈਨ ਨਾਲ ਆਉਣਗੇ, ਉਹਨਾਂ ਕੋਲ ਐਕਸਪੀਰੀਅੰਸ ਹੈ ਬਿਜ਼ਨਸ ਦਾ। ਪਰ ਇਹਨਾਂ ਨੂੰ ਜੇ ਸਿੱਖਣਾ ਚਾਹੀਦਾ ਤਾਂ ਚਾਈਨਾ ਤੋਂ ਸਿੱਖਣ। ਕਾਟੇਜ ਇੰਡਸਟਰੀ ਪਿੰਡੋਂ ਪਿੰਡ ਲੱਗੀ ਹੈਗੀ, ਹਰ ਪਿੰਡ 'ਚ ਲੱਗੀ ਉਹਨਾਂ ਨੇ, ਔਰ ਪੂਰਾ ਆਲ ਓਵਰ ਵਰਲਡ ਉਹਨਾਂ ਦਾ ਮਟੀਰੀਅਲ ਜਾ ਰਿਹਾ। ਕਿਸੇ ਕੰਟਰੀ ਚਲ ਜਾਓ, ਚਾਈਨੀ ਬੈਠੇ ਉੱਥੇ ਦੇ ਰਿਹਾ। ਇਲੈਕਟ੍ਰੋਨਿਕਸ ਆ, ਹੁਣ ਦੀਵਾਲੀ ਗਈ ਹੁਣੇ ਆਪਣੀ, ਕਿੱਥੋਂ ਲਾਈਟਾਂ ਆਈਆਂ, ਉਹਨਾਂ ਦੀ ਜਗ ਰਹੀਆਂ। ਸਾਈਕਲ ਕੌਣ ਦੇ ਰਿਹਾ, ਉਹ ਦੇ ਰਿਹਾ। ਇਹਨਾਂ ਨੂੰ ਸਿੱਖਣਾ ਚਾਹੀਦਾ, ਕੋਈ ਕੰਮ ਕਰਦੇ, ਮਿਹਨਤ ਕਰਦੇ ਆ, ਗੱਲਾਂ ਨਹੀਂ ਨਾ ਕਰਦੇ ਇਹਨਾਂ ਨੂੰ। ਇੱਥੇ ਗੱਲਾਂ ਇੰਡਸਟਰੀ 'ਚ ਗੱਲਾਂ ਜ਼ਰੂਰੀ ਨਹੀਂ, ਮਟੀਰੀਅਲ, ਪੈਸਾ, ਮਿਹਨਤ, ਰਾਤ ਦਿਨ ਦੀ ਕਮਾਈ। ਬਿਲਕੁਲ ਸਹੀ ਗੱਲ ਹੈ। ਔਰ ਇੱਕ ਚੀਜ਼ ਹੋਰ ਹੈ ਕਿ ਜੋ ਸਾਡੇ ਮਿਨਿਸਟਰ ਸਾਹਿਬ ਨੇ ਨਾ ਸਾਰੇ ਬੈਠੇ ਹੋਏ, ਉਹਨਾਂ ਨੂੰ ਨਾਲ ਦੀ ਨਾਲ ਖੁਦ ਵੀ ਸਟੱਡੀ ਕਰਨਾ ਪਏਗਾ ਸਿਸਟਮ ਨੂੰ, ਬਾਕੀ ਦੇਸ਼ਾਂ ਦੇ ਸਿਸਟਮ ਨੂੰ ਸਟੱਡੀ ਕਰਨਾ ਪਏਗਾ, ਆਪਣੇ ਆਪ ਨੂੰ ਐਜੂਕੇਟ ਕਰਨਾ ਪਏਗਾ, ਤਾਂ ਕਿ ਉਹਨਾਂ ਕੰਟਰੀਜ਼ ਤੋਂ ਸਿੱਖ ਕੇ ਉਸ ਮਾਡਲ ਨੂੰ ਆਪਣੇ ਪੰਜਾਬ ਦੇ ਹਾਲਾਤਾਂ ਦੇ ਮੁਤਾਬਿਕ ਕਿੱਦਾਂ ਉਹਨੂੰ ਚੇਂਜ ਕਰਕੇ, ਆਲਟਰ ਕਰਕੇ ਇੱਥੇ ਕਿੱਦਾਂ ਉਹਨੂੰ ਇੰਪਲੀਮੈਂਟ ਕਰਨਾ। ਕਿਉਂਕਿ ਇਹ ਗੱਲਾਂ ਨਾਲ ਨਹੀਂ ਹੋਣਾ, ਇਹਦੇ ਵਿੱਚ ਖੁਦ ਨੂੰ ਪੜ੍ਹਨਾ ਪਏਗਾ, ਐਜੂਕੇਟ ਕਰਕੇ ਆਪਣੇ ਆਪ ਨੂੰ ਅਪਗ੍ਰੇਡ ਕਰਕੇ, ਤਾਂ ਜਾ ਕੇ ਸੂਬਾ ਸੰਭਲੇਗਾ। ਦੂਜਾ, ਇਹ ਜਿਹੜਾ ਮਾਹੌਲ ਖਰਾਬ, ਕਿਤੇ ਨਾ ਕਿਤੇ ਇੱਦਾਂ ਦੀਆਂ ਬਿਆਨਬਾਜ਼ੀਆਂ, ਕਿੱਦਾਂ ਇੱਦਾਂ ਦੀਆਂ ਕੋਈ ਹਰਕਤਾਂ ਹੋ ਜਾਂਦੀਆਂ ਨੇ, ਇਹ ਮਾਹੌਲ ਜਿਹੜਾ ਖਰਾਬ ਹੋ ਰਿਹਾ, ਇਹਨੂੰ ਵੀ ਕਾਬੂ ਕਰਨਾ ਪਏਗਾ, ਕਿਉਂਕਿ ਇਹ ਚੀਜ਼ ਬਿਜ਼ਨਸ ਵਾਸਤੇ ਬਹੁਤ ਖਤਰਨਾਕ ਹੈ। ਕਿਉਂਕਿ ਜਿੱਥੇ ਸ਼ਾਂਤੀ ਹੁੰਦੀ ਹੈ, ਤਰੱਕੀ ਉੱਥੇ ਹੁੰਦੀ, ਬਿਜ਼ਨਸ ਉੱਥੇ ਹੁੰਦਾ। ਜਿੱਥੇ ਸ਼ਾਂਤੀ ਨਹੀਂ ਹੈਗੀ, ਉੱਥੇ ਕੋਈ ਇਨਵੈਸਟਮੈਂਟ ਨਹੀਂ ਕਰੇਗਾ। ਇਸ ਕਰਕੇ ਮੁੰਡਿਆਂ ਦਾ ਟੈਲੈਂਟ ਖਰਾਬ ਨਾ ਹੋਵੇ, ਔਰ ਇੱਕ ਇਨਸਾਨ ਦੀ ਸਭ ਤੋਂ ਵੱਡੀ ਸਜ਼ਾ ਇਹ ਹੁੰਦੀ ਹੈ ਜਦੋਂ ਉਹਦਾ ਟੈਲੈਂਟ ਵੇਸਟ ਹੋ ਜਾਂਦਾ। ਇਸ ਕਰਕੇ ਫਿਰ ਉਹ ਟੈਲੈਂਟ ਵੇਸਟ ਨਾ ਹੋਵੇ, ਇਸ ਕਰਕੇ ਉਹ ਬਾਹਰ ਨੂੰ ਭੱਜਦੇ ਨੇ। ਉਹਨਾਂ ਦਾ ਵੀ ਕਸੂਰ ਨਹੀਂ, ਉਹ ਵੀ ਠੀਕ ਨੇ ਆਪਣੀ ਜਗ੍ਹਾ। ਇਸ ਕਰਕੇ ਜੇ ਇੱਥੇ ਆਪਾਂ ਮੁੰਡਿਆਂ ਨੂੰ ਰੱਖਣਾ ਹੈ ਨਾ, ਤਾਂ ਬਹੁਤ ਐਂਗਲਸ ਤੋਂ, ਬਲਕਿ ਹਰ ਐਂਗਲ ਤੋਂ 360 ਡਿਗਰੀ ਤੋਂ ਸਾਨੂੰ ਅਟੈਕ ਮਾਰਨਾ ਪਏਗਾ ਇਸ ਪਾਲਿਸੀ ਦੇ ਉੱਤੇ। ਅਟੈਕ ਮਾਰਨ ਦਾ ਮਤਲਬ ਇਹ ਹੈ ਕਿ ਜਿਵੇਂ ਕਾਰਪੋਰੇਟ ਹਾਊਸਿਸ ਕਹਿੰਦੇ ਨੇ ਨਾ, ਮਾਰਕੀਟਿੰਗ ਦਾ ਅਟੈਕ, ਜੋ ਤੁਸੀਂ ਇੱਕ ਸ਼ਬਦ ਇਸਤੇਮਾਲ ਕੀਤਾ, ਮਾਰਕੀਟਿੰਗ ਕਿੱਥੇ ਕਰਨੀ ਹੈ, ਮਾਰਕੀਟਿੰਗ ਪਹਿਲਾਂ, ਚੀਜ਼ ਦੀ ਸੇਲ ਕਿੱਥੇ ਹੋਏਗੀ, ਮੰਡੀ ਜ਼ਰੂਰੀ ਆ। ਮੰਡੀ ਜ਼ਰੂਰੀ ਹੈ। ਕਿਸਾਨ ਕਿਉਂ ਲੜ ਰਿਹਾ, ਕਿਉਂਕਿ ਰੌਲਾ ਪਾ ਰਿਹਾ ਸਮਰਥਨ ਮੁੱਲ ਤਾਂ ਘੱਟੋ ਘੱਟ ਉਹਨਾਂ ਨੂੰ ਮਿਲ ਗਿਆ ਵਾ, ਸਾਰਾ ਕੁਛ ਹੈਗਾ, ਪਰ ਉਹਦੀ ਮਾਰਕੀਟਿੰਗ, ਮੂੰਗੀ ਬੀਜੀ ਆ, ਕਿੱਥੇ ਵੇਚਣੀ ਉਹਨਾਂ ਨੇ। ਸਨਫਲਾਵਰ ਵਿੱਚ ਬਣਿਆ ਸੀ, ਉਹ ਕਿੱਥੇ ਵੇਚਣਾ ਉਹਨਾਂ ਨੇ। ਹੋਰ ਬਾਕੀ ਜਿਹੜੀਆਂ ਦਾਲਾਂ ਨੇ, ਹੈ ਨਾ, ਹੁਣ ਆ ਝੋਨੇ ਦੀ ਪਰਾਲੀ ਦਾ ਜੇ ਕੋਈ ਅਜੇ ਤੱਕ ਨਹੀਂ ਪਤਾ ਲੱਗਾ, ਕੋਈ ਫੈਸਲਾ ਨਹੀਂ ਹੋਇਆ। ਕਿਸਾਨ ਜਿਹੜੇ ਬਾਈ ਪ੍ਰੋਡਕਟ ਆ, ਜਿਹੜੀਆਂ ਵੇਸਟ ਚੀਜ਼ਾਂ, ਉਹਨਾਂ ਨੂੰ ਕਿੱਥੇ ਸੁੱਟਣਗੇ। ਇੰਡਸਟਰੀ ਨਾਲ ਜੁੜਦੀ ਗੱਲ ਹੈ, ਜੇ ਪਰਾਲੀ ਦੇ ਨਾਲ ਹੀ ਕਾਗਜ਼ ਬਣਦਾ, ਉਹਦੇ ਨਾਲ ਗੱਤਾ ਬਣਦਾ, ਉਹ ਇੰਡਸਟਰੀ ਲਾ ਲੈਣ। ਜਿਹੜੀ ਚੀਜ਼ਾਂ ਰॉ ਮਟੀਰੀਅਲ ਮਿਲ ਰਿਹਾ, ਪਰ ਇਹਨਾਂ ਨੂੰ ਪੜ੍ਹਨ ਲਈ, ਲਿਖਣ ਲਈ ਬੰਦੇ ਤੇ ਸੂਝਵਾਨ ਚਾਹੀਦੇ ਆ ਨਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਇਹਨੇ ਸਾਇੰਟਿਸਟ ਬੈਠੇ ਆ, ਇਹਨੇ ਇਕਨੋਮਿਸਟ ਬੈਠੇ ਆ, ਉਹਨਾਂ ਦਾ ਇੱਕ ਐਡਵਾਈਜ਼ਰੀ ਬੋਰਡ ਬਣਾਉਣਾ, ਸਾਰੀਆਂ ਗੱਲਾਂ ਬਿਆਨ ਨਾਲ ਨਹੀਂ ਕੁਛ ਹੁੰਦਾ। ਹਰ ਚੀਜ਼ ਦਾ ਸੋਲੂਸ਼ਨ ਹੈਗਾ 360 ਡਿਗਰੀ। ਸਹੀ ਗੱਲ। ਉਹਦਾ ਹੀ ਮਤਲਬ ਹੈ ਅਟੈਕ ਫਰਮ ਆਲ ਸਾਈਡਸ। ਤੁਸੀਂ ਬਿਜ਼ਨਸ ਨੂੰ ਡਿਵੈਲਪ ਕਿੱਦਾਂ ਕਰਨਾ। ਹੁਣ ਇਹ ਨਹੀਂ ਨਾ ਕਿ ਤੁਸੀਂ ਜਿਹੜੇ ਬੈਠੇ ਆਪਾਂ ਗੱਲਾਂ ਕਰੀ ਜਾਈਏ, ਔਰ ਜਦੋਂ ਇੰਡਸਟਰੀ ਦੀ ਗੱਲ ਕਰੀਏ, ਇਕਨੋਮੀ ਦੀ ਗੱਲ ਕਰੀਏ, ਫਾਈਨੈਂਸ ਦੀ ਗੱਲ ਕਰੀਏ, ਸਾਨੂੰ ਇਲਦਾ ਨਾ ਕੋਕੋ ਨਾ ਆਂਦਾ ਹੋਵੇ, ਤੇ ਅਸੀਂ ਕਿੱਦਾਂ ਫਿਰ ਡਿਵੈਲਪ ਕਰਾਂਗੇ। ਆਪਣੇ ਆਪ ਨੂੰ ਐਜੂਕੇਟ ਪਹਿਲਾਂ ਕਰਨਾ ਪਏਗਾ, ਤਾਂ ਉਹ ਮਾਡਲ ਡਿਵੈਲਪ ਹੋਣਗੇ, ਤਾਂ ਕਿ ਅਸੀਂ ਉਹਨਾਂ ਇਕਨੋਮਿਸਟ ਦੇ ਨਾਲ ਗੱਲ ਕਰਨ ਦੇ ਕਾਬਿਲ ਤਾਂ ਬਣੀਏ। ਤਾਂ ਕਹਿਣਗੇ ਅਸੀਂ ਜਿਹੜੀ ਗੱਲ ਕਰਦੇ ਪਏ ਆ ਤੁਹਾਡੇ ਖਾਨੇ ਹੀ ਨਹੀਂ ਪੈਂਦੀ ਪਈ, ਤੁਸੀਂ ਐਜੂਕੇਟ ਨਹੀਂ ਹੈਗੇ ਉਸ ਲੈਵਲ ਦੇ ਉੱਤੇ। ਸੋ ਇਹ ਚੀਜ਼ਾਂ ਮਿਲ ਕੇ ਕਰਨੀਆਂ ਪੈਣਗੀਆਂ, ਤਾਂ ਰੋਜ਼ਗਾਰ ਡਿਵੈਲਪ ਹੋਏਗਾ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਬੜਾ ਇੰਟਰਸਟਿੰਗ ਹੈ, ਵੈਸੇ ਗੱਲਾਂ ਹੋਰ ਵੀ ਹੋ ਸਕਦੀਆਂ, ਪਰ ਆਪਾਂ ਅੱਗੇ ਚੱਲਦੇ ਆ ਜੀ। ਜੀ ਮੂਸੇਵਾਲਾ ਕਤਲ ਕੇਸ 'ਚ ਭਗਵੰਤ ਮਾਨ ਕਾਫੀ ਜ਼ਿਆਦਾ ਇਹਦੇ ਵਿੱਚ ਹੁਣ ਸੈਂਸਿਟਿਵ ਹੋ ਰਹੇ ਨੇ, ਕਿਉਂਕਿ ਉਹਨਾਂ ਦੇ ਪਿਤਾ, ਮੂਸੇਵਾਲਾ ਦੇ ਪਿਤਾ, ਉਹਨਾਂ ਨੇ ਕਿਹਾ ਕਿ ਮੈਂ ਦੇਸ਼ ਛੱਡ ਜਾਵਾਂਗਾ ਜੇ 25 ਨਵੰਬਰ ਤੱਕ ਕੋਈ ਇਨਸਾਫ ਨਹੀਂ ਹੁੰਦਾ, FIR ਵੀ ਵਾਪਸ ਲੈ ਲਾਂਗਾ। ਸੋ ਇਹ ਹੁਣ ਪ੍ਰੈਸ਼ਰ ਤਾਂ ਪੈ ਗਿਆ, ਕਿਉਂਕਿ ਪਬਲਿਕ ਦਾ ਪ੍ਰੈਸ਼ਰ ਵੀ ਹੈਗਾ ਤੇ ਲੋਕਾਂ ਦਾ ਪ੍ਰੈਸ਼ਰ ਹੋਣ ਕਰਕੇ ਇਹ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਹੈ। ਤੇ ਉਹ ਕਹਿ ਰਹੇ ਨੇ ਕਿ ਜੋ ਗਵਰਨਮੈਂਟ ਵੱਲੋਂ ਸਟੇਟਮੈਂਟਸ ਆ ਰਹੀਆਂ ਨੇ ਕਿ ਅਸੀਂ ਇੱਕ ਮਿਸਾਲੀ ਫੈਸਲਾ ਕਰਾਂਗੇ, ਇੱਕ ਮਿਸਾਲ ਕਾਇਮ ਕਰਾਂਗੇ ਇਸ ਕੇਸ ਦੇ ਵਿੱਚ। ਇਹ ਗੱਲ ਤਾਂ ਬੜੀ ਪੁਰਾਣੀ ਵੀ ਹੋ ਚੁੱਕੀ ਆ। ਹਾਂਜੀ, 5 ਮਹੀਨੇ ਹੋ ਚੁੱਕੇ ਆ, ਜਿਹਦੇ ਵਿੱਚ ਅਜੇ ਕੋਈ ਫੈਸਲਾ ਨਹੀਂ ਹੋਇਆ। ਕਿਤੇ ਕਿਸ ਪਾਸੇ ਵੀ ਜਿਹੜੇ ਗੈਂਗਸਟਰ ਆ, ਜਿਹੜੇ ਸ਼ੂਟਰ ਆ, ਕੋਈ ਫੜਿਆ ਨਹੀਂ ਗਿਆ, ਔਰ ਜੇ ਫੜੇ ਵੀ ਆ ਤਾਂ ਉਹ ਮਾਰ ਦਿੱਤੇ ਗਏ 2 ਮੁੰਡੇ। ਉਸ ਤੋਂ ਬਾਅਦ ਜੇ ਫੜੇ ਨਾ, ਜਿਹੜੇ ਲਾਰੈਂਸ ਬਿਸ਼ਨੋਈ ਵਰਗੇ ਫੜੇ ਆ, ਉਹਨਾਂ 'ਤੇ ਰੋਜ਼ ਦਿਹਾੜੀ ਕੋਈ ਨਾ ਕੋਈ ਟੈਸਟ ਹੁੰਦਾ, ਕੋਈ ਨਾ ਕੋਈ, ਤੇ ਉਹਨਾਂ 'ਤੇ ਊਜ ਲੱਗ ਜਾਂਦੀ ਹੈ। ਹੋਰ ਜਿਹੜੇ ਉਹਨਾਂ 'ਤੇ ਦੋਸ਼ ਮੜੇ ਜਾਂਦੇ ਆ, ਔਰ ਉਹ ਰੋਜ਼ ਕੋਈ ਨਾ ਕੋਈ ਜ਼ਿਲ੍ਹਾ ਬਦਲਦੇ, ਉਹਨਾਂ ਨੂੰ ਜਾ ਕੇ ਜਿਹੜੀਆਂ ਕੋਰਟਾਂ 'ਚ ਪੇਸ਼ ਕੀਤਾ ਜਾਂਦਾ। ਅਜੇ ਤੱਕ ਸਰਕਾਰ ਨੇ ਕੋਈ ਵੀ ਉਹਦਾ
ਨਿਰੀਖਣ ਨਹੀਂ ਕੀਤਾ ਤੇ ਕੋਈ ਉੱਥੇ ਸਿੱਟੇ ਤੇ ਨਹੀਂ ਪਹੁੰਚੀ। ਬੰਦਾ ਤਾਂ ਫੜ ਲਿਆ ਉਹਨਾਂ ਨੇ, ਤਾਂ ਦੀਪਕ ਟੀਨੂ ਫੜਿਆ ਗਿਆ, ਉਹਨੂੰ ਲਿਆਂਦਾ ਗਾ ਜਮਾਨਸਾ ਦੀ ਜੇਲ੍ਹ 'ਚ ਲਿਆਂਦਾ ਉਹਨਾਂ ਨੇ ਦੁਬਾਰਾ, ਔਰ ਜਿਸ ਜੇਲ੍ਹ 'ਚੋਂ ਭੱਜਿਆ ਵਾ ਉੱਥੇ ਫਿਰ ਉਹਨਾਂ ਨੂੰ ਲਿਆਂਦਾ ਵਾ। ਔਰ ਇਹ ਵਾਰ-ਵਾਰ ਨਾ ਤਾਂ ਪੰਜਾਬ ਪੁਲਿਸ ਕੁਛ ਕਰ ਸਕੀ ਹੈ ਤੇ ਨਾ ਜੁਡੀਸ਼ਰੀ ਕੁਛ ਕਰ ਰਹੀ ਹੈ। ਉਹਦੇ ਫਾਦਰ ਜਿਹੜੇ ਮਰਹੂਮ ਮੂਸੇਵਾਲਾ ਦੇ ਫਾਦਰ ਨੇ ਬਲਕੌਰ ਸਿੰਘ ਨੇ ਕਹਿ ਦਿੱਤਾ ਕਿ ਜੇ ਨਹੀਂ ਕੁਝ ਫੈਸਲਾ ਕੀਤਾ ਜਾਊਗਾ ਉਹ ਅੱਕ ਚੁੱਕੇ ਆ। ਉਹਨਾਂ ਕਿਹਾ ਸਾਡਾ ਪੁੱਤਰ ਤਾਂ ਸਾਡੇ ਤੋਂ ਵਿਛੜ ਗਿਆ, ਪਰ ਅਸੀਂ ਹੁਣ ਇਸ ਪੰਜਾਬ 'ਚ ਨਹੀਂ ਰਵਾਂਗੇ, ਪੰਜਾਬ ਦੀ ਉਸ ਮਿੱਟੀ 'ਚ ਨਹੀਂ ਰਵਾਂਗੇ ਜਿਸ ਮਿੱਟੀ ਨੇ ਸਾਨੂੰ ਬੇਟਾ ਦਿੱਤਾ ਸੀਗਾ, ਅਸੀਂ ਇੱਥੋਂ ਨਿਕਲ ਜਾਵਾਂਗੇ। ਇਹ ਕਿੱਡੀ ਤਰਾਸਦੀ ਹੈ, ਕਿੰਨਾ ਵੱਡਾ ਜਿਹੜਾ ਹੈਗਾ ਦੁੱਖ ਭਰੀ ਖਬਰ ਆ। ਔਰ ਜਿਹਦਾ ਪੁੱਤਰ ਜਵਾਨ ਪੁੱਤਰ ਚਲੇ ਗਿਆ, 8 ਗੈਂਗਸਟਰਾਂ ਨੇ ਆ ਕੇ ਦਿਨ ਦਿਹਾੜੇ ਮਾਰ ਦਿੱਤਾ ਪੰਜਾਬ ਦੀ ਧਰਤੀ 'ਤੇ, ਔਰ ਉਹਦੇ ਵਿੱਚ ਪੰਜਾਬ ਪੁਲਿਸ ਅਜੇ ਤੱਕ ਕਿਸੇ ਵੀ ਸਿੱਟੇ 'ਤੇ ਨਹੀਂ ਪਹੁੰਚ ਸਕੀ। ਔਰ ਉਹਨਾਂ ਨੇ ਕਹਿ ਦਿੱਤਾ ਕਿ ਅੱਜ ਵੀ ਭੋਗਪੁਰ ਦੇ ਏਰੀਏ 'ਚੋਂ 4 ਗੈਂਗਸਟਰ ਫੜ ਲਏ ਆ, ਔਰ ਉਹਦੇ ਵਿੱਚੋਂ ਕਮਾਦਾਂ 'ਚ ਲੁਕੇ ਸੀਗੇ, ਉਹਨਾਂ ਨੂੰ ਫੜਿਆ ਕਿਉਂਕਿ ਉਹ ਏਰੀਆ ਉਹ ਗੰਨਾ ਮਿਲਦਾ ਹੈਗਾ, ਉਹਦੇ ਵਿੱਚ ਕਮਾਦ ਜ਼ਿਆਦਾ ਬੀਜਦੇ ਆ, ਔਰ ਕਮਾਦ ਦੇ ਖੇਤ ਬਹੁਤ ਵੱਡੇ ਹੁੰਦੇ ਆ। ਇਹ 1984 'ਚ ਵੀ ਮੁੰਡੇ ਇਸੇ ਤਰ੍ਹਾਂ ਕਮਾਦਾਂ 'ਚ ਮੱਕੀ ਦੇ ਖੇਤਾਂ 'ਚ ਲੁਕਦੇ ਸੀ, ਉਦੋਂ ਬੁਲਟ ਪ੍ਰੂਫ ਟਰੈਕਟਰ ਆਏ ਸੀ ਅੰਦਰ ਉਹਨੂੰ ਫੜ ਲਈ, ਔਰ ਮੁੰਡਿਆਂ ਨੂੰ ਹੋਰ ਕੋਈ ਜਗ੍ਹਾ ਮਿਲਣੀ ਕਿਉਂਕਿ ਇਹ ਸਾਡਾ ਏਰੀਆ ਮੈਦਾਨੀ ਏਰੀਆ, ਪਲੇਨ ਏਰੀਆ। ਜੇ ਪਹਾੜੀ ਏਰੀਆ ਹੋਵੇ, ਸੈਮੀ ਹਿਲੀ ਏਰੀਆ ਹੋਵੇ ਜਿੱਦਾਂ ਸ਼ਿਮਲਾ ਅਤੇ ਉੱਧਰ, ਉਹ ਤਾਂ ਪਹਾੜੀਆਂ 'ਚ ਲੁਕ ਜਾਂਦੇ ਆ। ਆਪਣੇ ਤਾਂ ਬੰਦਾ 10 ਕੁ ਤੱਕ ਨਜ਼ਰ ਆ ਜਾਂਦਾ, ਪਿਓ ਭੱਜਾ ਜਾਂਦਾ, ਫੜਿਆ ਜਾਂਦਾ। ਜਿਸ ਤਰ੍ਹਾਂ ਹੁਣ ਭਿੱਖੀਵਿੰਡ ਏਰੀਆ 'ਚ ਫੜੇ 2 ਗੈਂਗਸਟਰ, ਪੌੜੀਆਂ 'ਚ ਮਾਰ ਦਿੱਤੇ ਗਏ, ਔਰ ਵੀ ਮੱਕੀ ਦੇ ਖੇਤਾਂ 'ਚ ਭੱਜਦੇ ਨਜ਼ਰ ਆ ਰਹੇ ਸੀਗੇ। ਕੈਮਰਾ ਤਾਂ ਦੂਰ ਤੱਕ ਕੈਪਚਰ ਕਰ ਲੈਂਦਾ, ਕੈਮਰੇ ਦੀ ਰੇਂਜ ਜਿੱਥੋਂ ਤੱਕ ਹੁੰਦੀ ਹੈ, ਪਰ ਹੁਣ ਉਹ ਵੀਡੀਓ ਪੁਲਿਸ ਕੋਲ ਆ ਜਾਂਦੀ ਹੈ। ਇਸ ਵੇਲੇ ਉਹਨਾਂ ਦਾ ਪਰਿਵਾਰ ਜਿਹੜਾ ਉਸ ਕਿਸ ਨੁਕਸਾਨ ਤੋਂ ਗੁਜ਼ਰ ਕੇ, ਕੀ ਉਹਨਾਂ ਦੀ ਮੈਂਟਲ ਲੈਵਲ ਆ, ਕੀ ਵਿਚਾਰੇ ਸੋਚ ਰਹੇ ਆ, ਅਜੇ ਤੱਕ ਕੁਝ ਨਹੀਂ ਹੋਇਆ। ਹੁਣ 25 ਨਵੰਬਰ ਤੱਕ ਉਹਨਾਂ ਨੇ ਅਲਟੀਮੇਟਮ ਦੇ ਦਿੱਤਾ, ਨਹੀਂ ਤਾਂ ਉਹਨਾਂ ਨੇ ਕਿਹਾ ਸੀ ਪੰਜਾਬ ਛੱਡ ਦੇਵਾਂਗੇ। ਔਰ ਦੇਖੋ ਇਹ ਜਦੋਂ ਖਬਰ ਬਾਹਰਲੇ ਦੇਸ਼ਾਂ 'ਚ ਜਾਊਗੀ, ਜਿੱਥੇ ਸਾਡੇ ਜਵਾਨ ਮੁੰਡੇ ਬੈਠੇ ਨੇ, ਪ੍ਰਵਾਸੀ ਭਾਰਤੀ ਬੈਠੇ ਆ, ਉਹ ਕਿੰਨੇ ਤੰਗ ਹੋਣਗੇ, ਕਿੰਨੇ ਦੁਖੀ ਹੋਣਗੇ। ਅਸੀਂ ਤਾਂ ਇਸ ਦੇਸ਼ 'ਚ ਬੈਠੇ ਹਾਂ, ਜਿਸ ਦੇਸ਼ ਦੇ ਜਿਸ ਪੰਜਾਬ ਦੇ ਵਿੱਚ ਕੋਈ ਅਜੇ ਤੱਕ ਸਿੱਟੇ ਤੱਕ ਨਹੀਂ ਪਹੁੰਚਦੀ ਗੱਲ। ਇਹਦਾ ਮਤਲਬ ਕੀ ਜਸਟਿਸ ਦੇਣਗੇ, ਕੀ ਉੱਥੇ ਨਿਰਣਾ ਕਰਨਗੇ? ਜਿਹਦੇ 5 ਮਹੀਨੇ ਹੋ ਗਏ ਆ, ਅਜੇ ਤੱਕ ਕੋਈ ਪ੍ਰੋਪਰ ਬੰਦਾ ਫੜਿਆ ਹੀ ਨਹੀਂ ਗਿਆ, ਤੇ ਨਾ ਉਹਨੂੰ ਅਜੇ ਤੱਕ ਕੋਈ ਸਜ਼ਾ ਹੋਈ ਹੈ। ਐਗਜ਼ੈਕਟਲੀ, ਕਿਉਂਕਿ ਹਰ ਬੰਦਾ ਡਰਿਆ ਹੋਇਆ ਜੀ, ਕਿਉਂਕਿ ਟੈਕਨੋਲੋਜੀ ਇੰਨੀ ਵਧੀਆ ਆ ਚੁੱਕੀ ਹੈ ਕਿ ਤੁਸੀਂ ਡਰੋਨ ਦੇ ਨਾਲ ਸਰਵੇਲੈਂਸ ਲੈ ਸਕਦੇ ਹੋ ਸਾਰੀ। ਅੱਜ ਵੀ ਡਰੋਨ ਘੁਮਾਇਆ ਉਹਨਾਂ ਨੇ ਉੱਥੇ, ਹਾਂ, CCTV ਕੈਮਰਾਸ ਦੇ ਵਿੱਚ ਮੂਸੇਵਾਲਾ ਦੀ ਫੁਟੇਜ ਮਿਲੀ ਆ। ਜੀ, ਸੋ ਇਹ ਸਭ ਚੀਜ਼ਾਂ ਸਾਡੇ ਕੋਲ ਹੈਗੀਆਂ ਨੇ, ਬਹੁਤ ਹੈਲਪਿੰਗ ਹੈਂਡਸ ਹੈਗੇ ਨੇ ਸਾਡੇ ਕੋਲ। ਗੱਲ ਇਹ ਹੈਗੀ ਕਿ ਹੁਣ ਇਹ ਕੇਸ ਕਿੱਥੇ ਤੱਕ ਪਹੁੰਚਿਆ, ਗਹਿਰਾਈ ਕਿੰਨੀ ਆ, ਕੀ ਨਹੀਂ ਹੈ, ਔਰ ਕਿਤੇ ਇਹ ਵੀ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਕੁਝ ਇੱਕ ਮਤਲਬ ਮਨੀ ਵੀ ਇਨਵੋਲਵ ਹੈ ਇਹਦੇ ਵਿੱਚ, ਕੋਈ ਬੰਦੇ ਦੌੜ ਗਏ ਨੇ ਜਾਂ ਭਜਾ ਦਿੱਤੇ ਗਏ ਨੇ, ਕਈ ਗੱਲਾਂ ਸਾਹਮਣੇ ਆ ਰਹੀਆਂ ਨੇ। ਹੁਣ ਗੱਲ ਇਹ ਹੈ ਕਿ ਬੜਾ ਸੰਜੀਦਾ ਕੇਸ ਹੋ ਚੁੱਕਾ ਹੈ, ਔਰ ਇਹਦੀ ਸਿਰਫ ਪੰਜਾਬ ਲੈਵਲ ਨਹੀਂ ਬਲਕਿ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਗੱਲਬਾਤ ਹੋ ਰਹੀ ਹੈ ਕਿ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਕੀ ਹੈ। 5 ਮਹੀਨਿਆਂ ਦੇ ਅੰਦਰ ਇਹਨਾਂ ਨੇ ਕੀ ਕੁਝ ਕਰਕੇ ਦਿਖਾਇਆ ਹੈ ਇਸ ਕੇਸ ਦੇ ਵਿੱਚ, ਔਰ ਇਹਨੂੰ ਫਾਈਨਲ ਰੂਪ ਕਦੋਂ ਤੱਕ ਦਿੱਤਾ ਜਾਏਗਾ। ਇਸੇ ਕਰਕੇ ਹੀ ਅਲਟੀਮੇਟਮ ਦਿੱਤਾ ਉਹਨਾਂ ਦੇ ਫਾਦਰ ਸਾਹਿਬ ਨੇ, ਕਿਉਂਕਿ ਅਸੀਂ ਸਾਰੇ ਸਮਝ ਸਕਦੇ ਹਾਂ ਇੱਕੋ ਹੀ ਬੇਟਾ ਚਲਾ ਜਾਵੇ ਤਾਂ ਕਿੰਨਾ ਪ੍ਰੈਸ਼ਰ ਹੁੰਦਾ ਦਿਮਾਗ ਦੇ ਉੱਤੇ, ਔਰ ਬੰਦਾ ਇਕੱਲਾ ਬੈਠਾ ਕਿੰਨਾ ਕੁਝ ਸੋਚਦਾ ਹੈ। ਕਈ ਵਾਰ ਤੁਸੀਂ ਦੇਖੋ ਨਾ, ਬੰਦਾ ਕਈ ਮਿੰਟ ਇੱਕੋ ਹੀ ਥਾਂ ਦੇ ਉੱਤੇ ਕੱਢ ਕੇ ਅੱਖਾਂ ਇਦਾਂ ਹੀ ਬੈਠਾ ਘੂਰਦਾ ਹੀ ਰਹਿੰਦਾ, ਸਿੱਧਾ ਹੀ ਝਾਕਦਾ ਰਹਿੰਦਾ, ਕਿਉਂਕਿ ਦਿਮਾਗ ਦੇ ਅੰਦਰ ਥਾਟ ਚੱਲਦੇ, ਜਿਹੜਾ ਦਿਮਾਗ ਦੇ ਅੰਦਰ ਚੱਲ ਗਏ ਨਾ ਵਿਚਾਰ, ਉਹ ਫਿਰ ਘੁੰਮਣ ਘੇਰੀ ਬਣ ਜਾਂਦੇ ਉਹਦੇ, ਵਾਰ-ਵਾਰ ਉਹ ਤੁਹਾਡੇ ਦਿਮਾਗ 'ਚ ਆਉਂਦਾ। ਅੱਧੀ ਰਾਤ ਨੂੰ ਨੀਂਦਾਂ ਖੁੱਲਦੀਆਂ ਨੇ, ਝੋਲਾ ਪੈਂਦਾ, ਝੋਲਾ ਕੀ ਪੈਂਦਾ ਕਿ ਹੁਣੇ ਪੁੱਤਰ ਇੱਥੋਂ ਨਿਕਲੇਗਾ। ਕਈ ਵਾਰ ਬੰਦਾ ਸੁੱਤਾ ਪਿਆ ਆਵਾਜ਼ਾਂ ਮਾਰਨ ਲੱਗ ਪੈਂਦਾ, ਹਾਂ ਤੂੰ ਮੈਨੂੰ ਬੁਲਾਇਆ ਸੀ, ਫਿਰ ਚੇਤਾ ਆਉਂਦਾ ਉਹ ਤਾਂ ਹੁਣ ਹੈ ਹੀ ਨਹੀਂ, ਹੈ ਨਾ। ਇਹ ਸਭ ਚੀਜ਼ਾਂ ਉਹਨਾਂ ਦੀਆਂ, ਰਿਸ਼ਤਾ ਬੜਾ ਪਿਆਰ ਵਾਲਾ ਨਾ, ਬੜਾ ਪਿਆਰਾ, ਉਹਨਾਂ ਦੀ ਖਰੀਦੀਆਂ ਹੋਈਆਂ ਚੀਜ਼ਾਂ, ਕੱਪੜੇ, ਮਤਲਬ ਬੰਦਾ ਮਤਲਬ ਹੁਣ ਸਾਰੇ ਸਮਝ ਸਕਦੇ ਨੇ ਕਿ ਕੀ ਸਾਈਕੋਲੋਜੀ। ਜਿਹਨਾਂ ਦਾ ਪੁੱਤਰ ਗਿਆ ਨਾ, ਉਹਨਾਂ ਤੋਂ ਵਿਛੜ ਗਿਆ ਵਾ ਸਦਾ ਲਈ, ਉਹਨਾਂ ਨੂੰ ਪਤਾ ਹੈਗਾ। ਆਪਾਂ ਤਾਂ ਗੱਲਾਂ ਕਰ ਰਹੇ ਹਾਂ ਜਾਂ ਲੋਕ ਕਰਨਗੇ ਜਾਂ ਪੁਲਿਸ ਵੀ ਕੇਸ ਲੱਭ ਰਹੀ ਹੈ, ਉਹ ਉਹਨਾਂ ਨੂੰ ਪਤਾ ਹੈ ਇੱਕੋ ਇਕਲੌਤਾ ਪੁੱਤਰ ਜਦੋਂ ਨਹੀਂ ਰਿਹਾ, ਜਿਹਦਾ ਵਿਆਹ ਵੀ ਧਰਿਆ ਉਹਨਾਂ ਨੇ, ਜਨਮ ਦਿਨ ਵੀ ਆ ਰਿਹਾ ਸੀਗਾ, ਔਰ ਟਰੈਕਟਰ ਦੇਖੋ ਖੜੇ ਉੱਥੇ, ਗੱਡੀਆਂ ਕਾਰਾਂ ਖੜੀਆਂ, ਕਿੱਡੀ ਵੱਡੀ ਹਵੇਲੀ ਘਰ ਬਣਾ ਗਿਆ। ਉਹ ਚੀਜ਼ਾਂ ਤਾਂ ਉਹਨਾਂ ਨੂੰ ਨਹੀਂ ਭੁੱਲਣਗੀਆਂ, ਨਾ ਉਹਨਾਂ ਨੂੰ ਆਪਣਾ ਬੇਟਾ ਭੁੱਲੂਗਾ। ਪਰ ਸਰਕਾਰ ਨੂੰ ਤੇ ਜਿਹੜੀ ਪੰਜਾਬ ਪੁਲਿਸ ਹੈ, ਇਹਨਾਂ ਨੂੰ ਘੱਟੋ ਘੱਟ ਇੰਨੀ ਹਮਦਰਦੀ ਨਾਲ ਤਾਂ ਚੱਲਣਾ ਚਾਹੀਦਾ ਕਿ ਪ੍ਰੋਪਰ ਬੰਦੇ ਫੜਨ ਜਿਨ੍ਹਾਂ ਨੇ ਕੰਮ ਕੀਤਾ। ਇਹ ਨਹੀਂ ਕਿ ਦੂਜੇ ਕੋਈ ਕਮਾਦਾਂ 'ਚੋਂ ਫੜ ਲਏ ਤੇ ਕੋਈ ਪੌੜੀਆਂ 'ਚੋਂ ਫੜ ਲਿਆ ਤੇ ਕੋਈ ਉਹਨਾਂ ਨੂੰ ਰੁੱਖ 'ਤੇ ਚੜ੍ਹਿਆ ਫੜ ਲਿਆ। ਇਹ ਨਹੀਂ ਕਿ ਕੇਸ ਨੂੰ ਪੂਰਾ ਕਰਨਾ, ਜਿਨ੍ਹਾਂ ਨੇ ਇੱਕ ਦੋਸ਼ ਜਿਹਨਾਂ 'ਤੇ ਮੜਿਆ ਗਿਆ, ਜਿਹੜੇ ਬੰਦੇ ਵੀਡੀਓ 'ਚ ਆ ਗਏ ਆ, ਜਿਹੜੇ ਫੜੇ ਜਾਣੇ ਚਾਹੀਦੇ, ਉਹਨਾਂ ਨੂੰ ਫੜਨਾ ਚਾਹੀਦਾ ਵਾ। ਐਵੇਂ ਤੁਰੇ ਜਾਂਦੇ ਨੌਜਵਾਨਾਂ ਨੂੰ ਨਾ ਤੰਗ ਕਰਨ, ਤਾਂ ਕਿ ਉਹਨਾਂ ਵੀ ਮੈਂਟਲੀ ਤੌਰ 'ਤੇ ਅਪਸੈਟ ਨਾ ਕਰਨ। ਸੋ ਇਹਦੇ ਵਿੱਚ ਅਸੀਂ ਉਹ ਦੇਖਿਆ ਕਿ ਪਿੱਛੇ ਜਿਹੜੇ ਗੈਂਗਸਟਰ ਪ੍ਰਿਤਪਾਲ ਜੋ ਪੁਲਿਸ ਆਫਿਸਰ CI ਸਟਾਫ 'ਚ ਸੀ, ਹਾਂਜੀ, ਉਹਨਾਂ ਦੀ ਗ੍ਰਿਫਤ 'ਚੋਂ ਭੱਜ ਗਏ ਸੀ ਟੀਨੂ। ਹਾਂ, ਉਸ ਗੈਂਗਸਟਰ ਨੂੰ ਫਿਰ ਤੋਂ ਫੜਿਆ ਗਿਆ, ਫੜ ਲਿਆ, ਔਰ ਅੰਡਰ ਅਰੈਸਟ ਹੈ, ਹੁਣ ਪੁਲਿਸ ਰਿਮਾਂਡ ਤੇ ਹੈ। ਅਸੀਂ ਇਹ ਸਾਰੇ ਗੱਲ ਜਾਣਦੇ ਹਾਂ। ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ
ਠੀਕ ਹੈ ਕਾਰਵਾਈ ਹੋ ਰਹੀ ਹੈ, ਪਰ ਫਿਰ ਵੀ ਮਾਂ-ਬਾਪ ਕਹਿੰਦੇ ਨੇ ਥੋੜਾ ਜਲਦੀ ਹੋਣੀ ਚਾਹੀਦੀ ਹੈ। ਸੋ ਦੇਖੋ ਸਰਕਾਰ ਕੀ ਕਰਦੀ ਹੈ ਤੇ ਪ੍ਰਸ਼ਾਸਨ ਕੀ ਕਰਦਾ ਹੈ ਤੇ ਪੁਲਿਸ ਕੀ ਕਾਰਗੁਜ਼ਾਰੀ ਪੇਸ਼ ਕਰਦੀ ਹੈ। ਇਹ ਤਾਂ ਉਹਨਾਂ ਤੇ ਹੈ ਨਾ ਡਿਪੈਂਡੈਂਟ ਹੁਣ ਜੋ ਉਹਨਾਂ ਨੇ ਕਰਨਾ, ਕਿਉਂਕਿ ਉਹਨਾਂ ਨੇ ਇੱਕ ਫੋਰਸ ਬਣਾਈ ਆ, ਉਹ ਫੋਰਸ ਜੋ ਡਿਸਾਈਡ ਕਰਦੀ। ਸੈਂਸਿਟਿਵ ਸਟੇਟਮੈਂਟਸ ਨੇ ਕਿ ਮੈਂ ਬਿਲਕੁਲ ਰੱਬ ਸਮਝਦਾ ਸੀ ਪ੍ਰਸ਼ਾਸਨ ਨੂੰ, ਰੱਬ ਵਰਗਾ ਵਿਸ਼ਵਾਸ ਕਰਦਾ ਸੀ, ਪਰ ਉਹਦਾ ਨਤੀਜਾ ਕੀ ਆ ਰਿਹਾ। ਸੋ ਇਹ ਅਸੀਂ ਸਮਝ ਸਕਦੇ ਹਾਂ ਦਿਲ ਦਾ ਦਰਦ ਕੀ ਹੈ ਉਹਨਾਂ ਦਾ। ਇਹ ਬੜੀ ਭਿਆਨਕ ਗੱਲ ਹੈ, ਬਿਲਕੁਲ ਭਿਆਨਕ ਗੱਲ ਹੈ। ਸੋ ਆਪਾਂ ਅੱਗੇ ਵਧੀਏ। ਅਗਲੀ ਨਿਊਜ਼ ਇਹ ਆਪਣੇ ਕੋਲ ਕਿ ਪੰਜਾਬ ਸਰਕਾਰ ਖਤਮ ਕਰੇਗੀ ਵਗਾਰ ਕਲਚਰ। ਇਹ ਵਗਾਰਾਂ ਦਾ ਆਪਾਂ ਜਾਣਦੇ ਹਾਂ, ਸਭ ਨੂੰ ਪੈਂਦੀਆਂ ਰਹਿੰਦੀਆਂ ਨੇ। ਆ ਸਾਰੀਆਂ ਵਗਾਰਾਂ ਹੀ ਨੇ ਜਿਹੜੀਆਂ ਰਿਸ਼ਵਤਖੋਰੀ ਹੈ, ਜਿਹੜਾ ਸਭ ਕੁਝ ਚੱਲਦਾ ਪਿਆ। ਹੈਲਪਲਾਈਨ ਖੋਲ੍ਹੀ ਗਈ ਹੈ, ਇਹ ਵਗਾਰਾਂ ਨੂੰ ਰੋਕਣ ਵਾਸਤੇ ਖੋਲ੍ਹੀ ਗਈ ਹੈ। ਪਰ ਅਸੀਂ ਦੇਖਦੇ ਹਾਂ ਕਿ ਵਗਾਰਾਂ ਦਾ ਇੱਦਾਂ ਹੋ ਗਿਆ ਨਾ ਜਿਵੇਂ ਮਸ਼ੀਨ ਦੇ ਅੰਦਰ ਗਰੀਸ ਨਹੀਂ ਹੁੰਦੀ ਕਿ ਬਿਨਾਂ ਗਰੀਸ ਤੋਂ ਮਸ਼ੀਨ ਨਹੀਂ ਚੱਲਣੀ, ਉਸੇ ਤਰ੍ਹਾਂ ਇਹ ਰਿਸ਼ਵਤਖੋਰੀ, ਇਹ ਬੇਈਮਾਨੀ, ਇਹ ਵਗਾਰ, ਇਹ ਸਭ ਉੱਦਾਂ ਹੀ ਚੱਲਦਾ ਹੈ। ਇਹ ਤੋਂ ਬਿਨਾਂ ਮਸ਼ੀਨ ਨਹੀਂ ਕੰਮ ਕਰਦੀ, ਜਿਹੜੀ ਸਰਕਾਰੀ ਮਸ਼ੀਨਰੀ ਹੈ। ਇਹ ਦੇਖਣ ਨੂੰ ਮਿਲਦਾ ਪਿਆ। ਹਾਂ, ਇਹ ਹੁਣੇ ਮੌਜੂਦਾ ਸਰਕਾਰ ਨੇ ਇੱਕ ਗੱਲ ਕੀਤੀ ਹੈ ਕਿ ਇਹ ਮੁੱਦਾ ਰੱਖੀਏ ਤਾਂ ਕਿ ਇਹਨਾਂ ਨੂੰ ਜਿਹੜੀਆਂ ਵਗਾਰਾਂ ਪੈ ਰਹੀਆਂ ਅਫਸਰਾਂ ਨੂੰ ਪੈ ਰਹੀਆਂ ਸੀ। ਜਦੋਂ ਦੇਖੋ ਜਦੋਂ SSP ਆਉਂਦਾ ਕਿਸੇ ਇਲਾਕੇ 'ਚ, ਉਹਦੇ 'ਚ ਉਹਦੇ ਬਾਕੀ ਜਿਹੜੇ ਛੋਟੇ ਅਧਿਕਾਰੀ ਨੇ ਉਹਨਾਂ ਨੂੰ ਪਤਾ ਹੁੰਦਾ ਕਿ SSP ਨੇ ਆਉਣਾ, ਉਹਦੇ ਵਿੱਚ ਖਾਣ ਪੀਣ ਰਹਿਣ ਉਹਦਾ ਸਾਰਾ ਕੁਝ ਉਹ ਕਰਦੇ ਆ। ਔਰ ਜੇ ਸਮਝ ਲਓ MLA ਜਾ ਰਿਹਾ ਇੱਕ ਹਲਕੇ 'ਚ, ਤਾਂ ਉਦੋਂ SSP ਨੂੰ ਕਰਨਾ ਪੈਂਦਾ ਉਹਦੇ ਵਿੱਚ ਕਿ ਉਹਦੇ MLA ਸਾਹਿਬ ਆ ਰਹੇ ਆ ਤੇ ਹੁਣ ਮੈਂ ਉਹਨਾਂ ਦੇ ਖਾਣ ਪੀਣ ਲਈ ਉਹਨਾਂ ਦੇ ਹੋਟਲ ਬੁੱਕ ਕਰਾਂ, ਉਹਨਾਂ ਦੇ ਉਹ ਕਰਾਂ। ਔਰ ਉਹ ਪੈਸਾ ਫਿਰ ਕਿੱਧਰੋਂ ਲੈਂਦਾ? ਪੰਚਾਇਤਾਂ ਕੋਲੋਂ। ਪੰਚਾਇਤਾਂ ਕਿੱਥੋਂ ਲੈਂਦੀਆਂ? ਲੋਕਾਂ ਕੋਲੋਂ। ਔਰ ਉਹ ਪੈਸਾ ਕਿਹਨਾਂ ਤੋਂ ਆ ਜਾਂਦਾ? ਉਹ ਸਾਰਾ ਕੁਝ ਇਕੱਠਾ ਹੋ ਕੇ ਵੰਗਾਰ ਜਿਹੜੀ ਹੈ ਇਹ ਅਫਸਰਾਂ 'ਤੇ ਪੈਂਦੀ ਅਤੇ ਅਫਸਰ ਲੋਕਾਂ ਕੋਲੋਂ ਲੈ ਲੈਂਦੇ ਆ, ਕਿਉਂਕਿ ਅਫਸਰਸ਼ਾਹੀ ਹੈ ਪੰਜਾਬ 'ਚ। ਜਦੋਂ ਵੀ ਅਫਸਰ ਕੋਲ ਜਦੋਂ ਕੋਈ ਤਾਕਤ ਆ ਉਹਨੇ ਤਾਂ ਕਹਿਣਾ ਹੀ ਆ। ਜਦੋਂ SSP ਬੈਠਾ ਵਾ, DSP ਬੈਠਾ, SSP ਨੇ DSP ਨੂੰ ਕਹਿ ਦੇਣਾ, DSP ਨੇ SHO ਨੂੰ ਕਹਿ ਦੇਣਾ, SHO ਨੇ ਨਾਲ ਦੇ ਦੂਜੇ ਨੂੰ ਕਹਿ ਦੇਣਾ। ਇਹ ਵੰਗਾਰਾਂ ਫਿਰ ਉਹ ਪੂਰੀਆਂ ਕਰਦੇ ਆ ਜਿਨ੍ਹਾਂ ਲੋਕਾਂ ਦੇ ਉਹਦੇ ਨਾਲ ਲੋਕ ਆਉਂਦੇ ਉਹਨਾਂ ਕੋਲੋਂ। ਹੁਣ ਉਹ ਲੋਕ ਪਿੰਡਾਂ 'ਚ ਵਿਚਾਰੇ ਪੈਸਾ ਇਕੱਠਾ ਕਰਦੇ ਆ, ਪਿੰਡਾਂ 'ਚੋਂ ਪੈਸਾ ਜਿਹੜਾ ਆਉਣ ਲੱਗੇ, ਉਹ ਖਾਣਾ ਪੀਣਾ ਜਿਹੜਾ ਰਹਿਣ ਸਹਿਣਾ ਉਹ ਸਾਰਾ ਕੁਛ ਉਹਦੇ ਲਈ MLA ਦੇ ਕਰਨਗੇ। ਮੰਤਰੀ ਸਾਹਿਬ ਆ ਰਹੇ ਜੀ, ਲਓ ਜੀ ਉੱਥੇ ਇਸ਼ਤਿਹਾਰ ਲੱਗ ਜਾਣੇ ਸਾਡੇ ਮੰਤਰੀ ਸਾਹਿਬ ਆ ਰਹੇ ਆ, ਅਤੇ ਇਹਦੇ 'ਚ ਲਓ ਪੈਸਾ ਅਤੇ ਇਕੱਠਾ ਕਰੋ। 2 ਦਿਨ ਰਹਿਣਾ ਉਹਨਾਂ ਨੂੰ ਇੱਥੇ ਸਰਵੇ ਕਰਾਉਣਾ, ਉਹਨਾਂ ਨੇ ਨਹਿਰ ਕੱਢਣੀ ਆ, ਉਹਨਾਂ ਨੇ ਇੱਥੇ ਸੂਏ ਲਾਉਣੇ ਆ। ਉਹ ਸਾਰਾ ਕੁਛ ਕਿਹਨਾਂ 'ਤੇ ਪੈਸਾ ਪਊਗਾ? ਪੰਚਾਇਤਾਂ 'ਤੇ। ਇਹ ਜਿਹੜੀਆਂ ਸੋ ਕਾਲਡ ਲੋਕਾਂ ਲਈ ਵੰਗਾਰਾਂ ਨੇ, ਜਿਹੜੇ ਲੋਕ ਇਹਦੇ ਵਿੱਚ ਇਨਵੋਲਵ ਹੋ ਜਾਂਦੇ ਆ। ਅਫਸਰ ਆਪਣਾ ਪੂਰਾ ਕਰਦੇ ਕੰਮ ਅਤੇ ਉਹਨਾਂ ਤੋਂ ਪੈਸਾ ਇਕੱਠਾ ਕਰਦੇ ਲੋਕਾਂ ਤੋਂ, ਜਨਤਾ ਤੋਂ। ਔਰ ਇਹ ਹੁਣ ਇਹਨਾਂ ਨੇ ਤਾਂ ਕਿਹਾ ਵਾ, ਜਿਹੜੇ ਜੰਪਾ ਜੀ ਨੇ ਜਿਹੜੇ ਮੰਤਰੀ ਇਹਦੇ ਨਾਲ ਬ੍ਰਹਮ ਸ਼ੰਕਰ, ਉਹਨਾਂ ਨੇ ਗੱਲ ਕਿ ਅਗਲੇ ਆਉਣ ਵਾਲੇ ਸਮੇਂ 'ਚ ਅਸੀਂ ਇਹਨੂੰ ਰੋਕ ਲਾਵਾਂਗੇ। ਔਰ ਵੇਖੋ ਰੋਕ ਲੱਗਦੀ ਹੈ ਕਿ ਨਹੀਂ ਲੱਗਦੀ। ਕਈ ਵਾਰੀ ਤਾਂ ਇਸ਼ੂ ਜਿਹੜੇ ਬਣ ਜਾਂਦੇ ਆ ਲੋਕਾਂ ਤੱਕ ਪਹੁੰਚਦੇ ਹੀ ਨਹੀਂ ਗੇ। ਲੋਕਾਂ ਤੱਕ ਤਾਂ ਪਹੁੰਚਣਗੇ ਜੇ ਪੰਚਾਇਤਾਂ ਨੂੰ ਇਕੱਠੀਆਂ ਕਰਨ, ਉੱਥੇ ਜਾ ਕੇ ਲੋਕਾਂ ਨੂੰ ਪਿੰਡਾਂ 'ਚ ਦੱਸਣ, ਪਿੰਡਾਂ ਦੇ ਲੋਕ ਇਸ ਗੱਲ ਤੋਂ ਸਮਝਣ। ਦੂਜੇ ਪਾਸੇ ਪਿੰਡਾਂ 'ਚ ਜਿਹੜਾ ਸਾਡਾ ਸੋਸ਼ਲ ਮੀਡੀਆ ਇੰਨਾ ਨਹੀਂ ਜਾ ਰਿਹਾ। ਬਾਕੀ ਜਿਹੜੇ ਉੱਥੇ ਲੋਕਾਂ ਦੇ ਨਾਲ ਗੱਲ ਕਰੋਗੇ ਮੈਨ ਟੂ ਮੈਨ, ਡੋਰ ਟੂ ਡੋਰ, ਤਦ ਗੱਲ ਬਣਦੀ ਹੈ। ਔਰ ਬਾਕੀ ਅਰਬਨ ਲੋਕ ਨੇ, ਅਰਬਨ ਲੋਕ ਜਿਹੜੇ ਆ ਵੰਗਾਰਾਂ ਤੋਂ ਵੈਸੇ ਬਰੀ ਹੋ ਜਾਂਦੇ, ਇਹ ਨਹੀਂ ਮੰਨਦੇ ਨਹੀਂ। ਇੱਥੇ ਕਾਰਪੋਰੇਸ਼ਨ ਨੇ, ਇਹਦੇ ਵਿੱਚ ਕੌਣ ਆ? ਮੇਅਰ ਆ। ਮੇਅਰ ਦੇ ਨਾਲ ਜਿਹੜੇ ਉਹਨਾਂ ਦੇ ਕੌਂਸਲਰ ਆ, ਔਰ ਉਹਨਾਂ ਨੇ ਲੋਕਾਂ ਦੀ ਗੱਲਾਂ ਇੰਨੀਆਂ ਨਹੀਂ ਮੰਨਣੀ, ਕਿਉਂਕਿ ਇੱਥੇ ਇਨਕਮ ਜ਼ਿਆਦਾ, ਪਿੰਡਾਂ 'ਚ ਇਨਕਮ ਨਹੀਂ ਜ਼ਿਆਦਾ ਹੈਗੀ। ਔਰ ਇਹੀ ਵੰਗਾਰਾਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਵਿਚਾਰਿਆਂ ਨੂੰ ਬੌਲੇ ਕਰ ਦਿੰਦੀਆਂ। ਪੈਸਾ ਇੰਨਾ ਇਕੱਠਾ ਕਰਨਾ ਪੈਂਦਾ ਵਿਚਾਰੇ। ਕਈ ਵਾਰ ਸੁਣਨ ਨੂੰ ਆਉਂਦਾ, ਹਾਲਾਂਕਿ ਅਸੀਂ ਕੋਈ ਫੈਕਟਸ ਨਹੀਂ ਸਾਡੇ ਕੋਲ, ਸੁਣਨ ਨੂੰ ਆਉਂਦਾ ਜੀ। ਕਈ ਵਾਰ ਟਰਾਂਸਫਰ ਕਰਵਾਉਣੀ ਹੋਵੇ, ਪੈਸਾ ਚੱਲਦਾ। ਕਿਹੜਾ ਆਫਿਸ ਲੈਣਾ, ਕਿੱਥੇ ਤੁਸੀਂ ਕਿਹੜੀ ਕੁਰਸੀ 'ਤੇ ਬਹਿਣਾ, ਤੁਹਾਡੇ ਪੈਸਾ ਦੇਣਾ ਪੈਂਦਾ। ਈਵਨ ਤੁਸੀਂ ਕਹਿੰਦੇ ਹੋ ਕਿ ਸ਼ਹਿਰ ਦੇ ਅੰਦਰ ਵੀ ਤਬਾਦਲੇ ਕਰਵਾਉਣੇ ਹੋਣ, ਕਿਸੇ ਵੀ ਡਿਪਾਰਟਮੈਂਟ 'ਚ ਕਰਵਾਉਣੇ ਹੋਣ, ਉੱਥੇ ਵੀ ਪੈਸਾ ਚੱਲਦਾ। ਸੋ ਇਹ ਹਰ ਥਾਂ ਦੇ ਉੱਤੇ ਪੈਸਾ। ਇਹ ਪੈਸਾ ਕਾਹਦੇ ਵਾਸਤੇ ਹੈ? ਸਟੈਂਪ ਪੇਪਰ ਲੈਣ ਜਾਓ, ਉੱਥੇ ਤੁਸੀਂ ਦੇਖੋ 100 ਰੁਪਏ ਦਾ ਸਟੈਂਪ ਪੇਪਰ ਹੋਏਗਾ, 120 ਰੁਪਏ ਦਾ ਮਿਲੇਗਾ। 20 ਰੁਪਏ ਕਾਹਦੇ? ਖਰਚਾ ਜੀ ਕਹਿਣਗੇ ਸਾਡਾ ਖਰਚਾ ਕਿੱਧਰੋਂ ਗਿਆ ਸਾਡਾ, ਜੋ ਛੋਟੀ ਜਿਹੀ ਗੱਲ ਹੈ। ਹਾਲਾਂਕਿ ਇਹਨਾਂ ਨੇ ਕਿਹਾ ਕਿ ਡਾਊਨਲੋਡ ਤੁਸੀਂ ਕਰ ਸਕਦੇ ਹੋ 500 ਰੁਪਏ ਤੱਕ ਦੇ ਸਟੈਂਪ ਪੇਪਰ। ਇੱਕ ਨਵਾਂ ਰੂਲ ਦਿੱਤਾ ਹੈ, ਚਲੋ ਠੀਕ ਹੈ, ਜਿੱਥੇ ਤੱਕ ਬਿਹਤਰੀ ਹੋ ਸਕੇ। ਬਟ ਇਹ ਕੀ ਕਲਚਰ ਆ ਤੁਸੀਂ ਦੇਖੋ। ਔਰ ਤੁਸੀਂ ਦੇਖਦੇ ਹੋ ਸਰਕਾਰੀ ਦਫ਼ਤਰ 'ਚ ਜੋ ਜਾਂਦੇ ਹੋ, ਇੱਕ ਕਲਚਰ ਹੀ ਬਣਿਆ ਹੋਇਆ ਹੈ। PN ਆਏਗਾ, ਉਹਨੂੰ ਥੋੜ੍ਹਾ ਜਿਹਾ ਮੁੱਠੀ ਗਰਮ ਕਰੋ, ਕਲੈਰੀਕਲ ਸਟਾਫ ਮੁੱਠੀ ਗਰਮ ਕਰੋ। ਉਹ ਸ਼ੇਕ ਹੈਂਡ ਕਰਨ ਵੇਲੇ ਹੀ ਅੰਦਰ ਨੋਟ ਹੱਥ 'ਚ ਫੜਾ ਦਿੰਦੇ, ਠੀਕ ਹੈ ਨਾ। ਅਤੇ ਅੰਦਰ ਵੀ ਚੱਲਦਾ ਹੀ ਹੈ। ਤੁਸੀਂ ਦੇਖੋ ਛੋਟੀ ਛੋਟੀਆਂ 50 ਰੁਪਏ 100 ਰੁਪਏ ਰੇਟ, ਜਿਵੇਂ ਨਿੱਕੇ ਨਿੱਕੇ ਰੇਟ ਫਿਕਸ ਹੁੰਦੇ ਨੇ। ਬਾਕੀ ਸਰਕਾਰੀ ਦਫ਼ਤਰਾਂ 'ਚ ਕਈ ਵਾਰ ਦਲਾਲ ਬੈਠੇ ਹੋਏ ਨੇ, ਉਹਨਾਂ ਦੀ ਕੋਈ ਡੈਜ਼ਿਗਨੇਸ਼ਨ ਨਹੀਂ। ਦਲਾਲ ਕੰਮ ਕਰਵਾਉਣਾ ਭਾਜੀ, ਹਾਂਜੀ ਕਰਵਾਉਣਾ, ਹੋ ਨਹੀਂ ਰਿਹਾ, ਹਾਂ ਮੈਂ ਕਰਵਾ ਦਿੰਦਾ। ਕਚਹਿਰੀ 'ਚ ਬੈਠੇ ਆ, ਇੰਨਾ ਲਊਂਗਾ ਮੈਂ, ਸਾਰੇ ਪਾਸੇ ਬੈਠੇ। ਜਿਹੜਾ ਕੰਮ ਅੰਦਰ ਨਹੀਂ ਹੋ ਰਿਹਾ ਤੂੰ ਕਿਵੇਂ ਕਰਵਾ ਦੇਂਗਾ? ਅਸਲ 'ਚ ਇਹਨਾਂ ਨੇ ਆਪਣੇ ਛੱਡੇ ਦੇ ਇੱਕ ਮਾਸ ਦੇ ਵਿੱਚ ਬੈਠੇ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਹੁਣ ਤੁਸੀਂ ਰਜਿਸਟਰੀ ਕਰਾਉਣੀ ਆ, ਕਚਹਿਰੀ 'ਚ ਚਲੇ ਗਏ, ਉੱਥੇ ਜਿਹੜੇ ਨਾਲ ਹੈ ਉੱਥੇ ਆਵਾਜ਼ਾਂ ਮਾਰਨ ਵਾਲੇ ਆ ਤਹਿਸੀਲਦਾਰ ਨੂੰ, ਉਹਨਾਂ ਨੂੰ ਪਤਾ ਹੁੰਦਾ
ਤੁਹਾਡੇ ਕਾਗਜ਼ ਜੀ ਕਿੱਥੇ ਆ, ਠੀਕ ਹੈ ਨਾ, ਹਾਂ ਜੀ ਵਸੀਕਾ ਨਵੀਸ ਆ ਗਿਆ ਤੁਹਾਡਾ, ਆਹ ਫੀਸ ਹੈਗੀ ਉਹਨਾਂ ਦੀ, ਇਹਦੇ ਵਿੱਚ ਕੁਝ ਬਣਦਾ ਫੰਦਾ ਇਹਨਾਂ ਨੂੰ ਦੇ ਦਿਓ, ਕੁਛ ਅਸੀਂ ਲੈ ਲਾਂਗੇ, ਤੁਹਾਡੀ ਰਜਿਸਟਰੀ 2 ਮਿੰਟ ਤੱਕ ਆਈ, ਚੌਕੀਦਾਰ ਅੰਦਰ ਗਿਆ, ਸਾਈਨ ਕਰਵਾ ਕੇ ਲੈ ਆ, ਤੇ ਤੁਹਾਨੂੰ ਪੈਸੇ ਸਾਰੇ ਦੇਣੇ ਪੈਣਗੇ। ਪਰ ਇਸ ਕਰਕੇ ਦਿੰਦੇ ਆ, ਮੁੱਠੀ ਗਰਮ ਹੱਥ ਗਰਮ ਇਸ ਕਰਕੇ ਕਰਦੇ ਵੀ ਯਾਰ ਜੇ ਹੁਣ ਦੇਤਾ ਸੀ, ਕੱਲ੍ਹ ਨੂੰ 2 ਦਿਨ ਲੱਗੇ ਹੋਰ, ਮੈਂ ਮੁਕਤਸਰੋਂ ਆ ਰਿਹਾ ਇੱਥੇ ਬਣਾਉਣ ਲਈ, ਕਚਹਿਰੀ ਆ ਗਿਆ ਤੇ ਕੋਰਟ ਦੇ ਵਿੱਚ ਮੈਂ ਆਪਣੀ ਰਜਿਸਟਰੀ ਬਣਾਉਣੀ ਆ, 3 ਦਿਨ ਤੇ ਮੈਨੂੰ ਇੱਥੇ ਰਹਿਣ ਦੇ ਲੱਗ ਜਾਣੇ, ਤੇ ਜੇ ਮੈਂ 2000 ਇਹਨੂੰ ਦੇ ਹੀ ਦਊਂਗਾ ਤੇ ਮੇਰਾ ਤਾਂ ਖਰਚਾ ਨਿਕਲ ਆਊਗਾ ਨਾ। ਹੁਣ ਉਹ ਇਸ ਪਾਸੇ ਸੋਚਦਾ, ਪਰ ਦੂਜੇ ਪਾਸੇ ਰਿਸ਼ਵਤ ਆ, ਉਹ ਰਿਸ਼ਵਤ ਕਿਉਂ ਦੇ ਰਿਹਾ, ਉਹਨੂੰ ਪਤਾ ਵੀ ਯਾਰ ਟਾਈਮ ਨਾਲ ਕੰਮ ਹੋ ਜਾਊਗਾ, ਮੈਂ ਆਪਣੇ ਕੰਮ ਬਾਕੀ ਜਾ ਕੇ ਕਰ ਲੂੰਗਾ। ਉਹਨਾਂ ਨੂੰ ਪਤਾ ਵੀ ਕਚਹਿਰੀਆਂ ਤੇ ਰੁੱਖ ਜਿਹੜੇ ਆ ਨਾ ਪੱਤੇ ਵੀ ਪੈਸੇ ਮੰਗਦੇ ਆ, ਇਹ ਹੁੰਦੀ ਗੱਲ। ਇਹਦੇ ਵਿੱਚ ਜਿੱਦਾਂ ਹੈਲਪਲਾਈਨ ਨਿਕਲੀ ਹੈ, ਮੋਬਾਈਲ ਇੱਥੇ ਰੱਖ ਲਓ ਜੀ, ਮੋਬਾਈਲ ਹੁਣ ਮੋਬਾਈਲ ਵੀ ਬਾਹਰ ਹੁੰਦੇ, ਹੁਣ ਮੋਬਾਈਲ ਕਿੱਥੇ ਅੰਦਰ ਲੈ ਕੇ ਜਾਂਦੇ, ਕਦੀ ਵੀਡੀਓ ਸੁਣੀ ਹੈ ਬਣੀ ਹੋਈ, ਫਿਰ ਉਹ ਅਸਲ 'ਚ ਇਹਨਾਂ ਨੂੰ ਸਿੱਧੇ ਤੌਰ 'ਤੇ ਕਹਿਣਾ ਚਾਹੀਦਾ। ਲੋਕ ਸੂਝਵਾਨ ਕਹਿ ਰਿਹਾ ਕਿ ਇਹਨੂੰ ਕਹਿ ਦਿਓ ਕਿ ਰਿਸ਼ਵਤ ਪੱਕੀ ਹੈ, ਲੈਣੀ ਹੈ, ਇਹਦਾ ਇੱਕ ਰਾਈਟ ਬਣ ਜਾਓ, ਇਹ ਫੰਡਾਮੈਂਟਲ ਰਾਈਟ ਆ, ਉਹਨਾਂ ਰਿਸ਼ਵਤ ਲੈਣੀ ਹੈ ਤੇ ਨਾ ਤੁਹਾਨੂੰ ਉੱਥੋਂ ਰੋਕ ਸਕਦੇ ਜੀ ਤੇ ਨਾ ਰੋਕਣੀ ਹੈ। ਸੀਐਮ ਪੰਜਾਬ ਨੇ ਕਿਹਾ ਕਿ ਜਿਹੜੇ ਆਫਿਸ ਦੇ ਬਾਹਰ ਇਹ ਬੋਰਡ ਲੱਗਾ ਹੋਇਆ ਹੈ ਕਿ ਤੁਸੀਂ ਮੋਬਾਈਲ ਲੈ ਕੇ ਅੰਦਰ ਨਹੀਂ ਆ ਸਕਦੇ, ਮੈਨੂੰ ਉਹਦੀ ਡਿਟੇਲ ਭੇਜੋ, ਮੈਂ ਐਕਸ਼ਨ ਲਵਾਂਗਾ। ਫਿਰ ਕਿਵੇਂ ਨਹੀਂ ਮੋਬਾਈਲ ਅੰਦਰ ਲੈ ਕੇ ਜਾ ਸਕਦੇ, ਤੇ ਮੋਬਾਈਲ ਨਾਲ ਅੰਦਰ ਲੈ ਕੇ ਗਏ ਤੇ ਵੀਡੀਓ ਕਿਵੇਂ ਬਣਾਉਣੀ ਹੈ ਰਿਸ਼ਵਤ ਲੈਂਦੇ ਦੀ। ਪਰ ਇੱਥੇ ਤੇ ਦੋਵੇਂ ਧਿਰਾਂ ਜਦੋਂ ਮਿਲੀਆਂ ਹੋਈਆਂ ਨੇ ਤੇ ਵੀਡੀਓ ਕਿਹਨੇ ਬਣਾਉਣੀ ਹੈ, ਉਹ ਆਪਣੇ ਪੈਸੇ ਬਚਾਉਣਾ ਚਾਹੁੰਦਾ, ਉਹ ਆਪਣੇ ਪੈਸੇ ਬਚਾਉਣਾ ਚਾਹੁੰਦਾ, ਤਾਂ ਕਿ ਸਰਕਾਰ ਨੂੰ ਜਿਹੜਾ ਟੈਕਸ ਦੇਣਾ ਉਹ ਟੈਕਸ ਬਚ ਜਾਵੇ। ਸਾਡੇ ਦੋਵਾਂ ਦਾ ਟੈਕਸ ਚੋਰੀ ਦੋਵੇਂ ਮਿਲ ਕੇ ਕਰਨਾ ਚਾਹੁੰਦੇ ਨੇ ਤੇ ਉਹਦੇ ਵਿੱਚ ਉਹ ਰਿਸ਼ਵਤ ਦੇ ਕੇ ਸਾਰਾ ਕੇਸ ਆਪਣਾ ਸੋਲਵ ਕਰਵਾਉਣਾ ਚਾਹੁੰਦੇ ਨੇ। ਦੈਨ ਕੌਣ ਬਣਾਏਗਾ ਉਹ ਵੀਡੀਓ? ਸੀਐਮ ਸਾਹਿਬ ਭਾਵੇਂ ਲੱਖ ਜ਼ੋਰ ਲਾ ਲੈਣ, ਜੋ ਕੁਛ ਹੈਗਾ, ਜਿਹੜੀ ਅਫਸਰਸ਼ਾਹੀ ਆ, ਜਿਹੜੇ ਅਫਸਰ ਉਹਨਾਂ ਨੂੰ ਆਦਤਾਂ ਪਈਆਂ ਨੇ ਪੁਰਾਣੀਆਂ, ਉਹ ਆਦਤਾਂ ਉਹਨਾਂ ਦੇ ਖੂਨ 'ਚ ਚਲੇ ਗਈਆਂ, ਉਹ ਨਹੀਂ ਉਤੋਂ ਸੁਧਰਨਗੇ। ਕਿਹੜੇ ਮਹਿਕਮਾਵਾਂ ਜਦੋਂ ਵੀ ਪੁੱਛ ਲਓ ਜਿੱਥੇ ਕਿੱਥੇ ਰਿਸ਼ਵਤ ਬੰਦ ਹੋ ਗਈ ਆ, ਪੁਲਿਸ ਵਾਲੇ ਕਿੰਨੇ ਫੜੇ ਜਾਂਦੇ ਰੋਜ਼, ਕਿਤੇ ਗਵਾਹੀ ਦਿੰਦੇ ਪੈਸੇ ਲੈ ਲੇ, ਜੇਲ੍ਹਾਂ ਦੇ ਵਿੱਚ ਜਾਂ ਜਾ ਕੇ ਤੁਸੀਂ ਥਾਣਿਆਂ 'ਚ ਉਹਨਾਂ ਕੋਲ ਨਸ਼ੇ ਫੜੇ ਗਏ, ਕਿਸੇ ਕੋ ਬੀੜੀਆਂ, ਕਿਸੇ ਕੋ ਫੀਮ, ਕਿਸੇ ਕੋ ਪੁਲਿਸ ਵਾਲਿਆਂ ਦੇ ਆਪਣੇ ਜੇਬਾਂ 'ਚੋਂ। ਅਤੇ ਹੁਣ ਇਹਦੇ ਵਿੱਚ ਭਗਵੰਤ ਮਾਨ ਖੁਦ ਆ ਕੇ ਕੀ ਕਰੂਗਾ, ਜਦੋਂ ਕਰਨ ਵਾਲੇ ਕਰਿੰਦੇ ਲੋਕ, ਇੱਦਾਂ ਦੇ ਲੋਕ ਜਿਹੜੇ ਗਲਤ ਕੰਮ ਕਰ ਰਹੇ, ਉਹਨਾਂ ਨੂੰ ਵਾਰੀ ਥੋੜ੍ਹਾ ਦੱਸੂਗਾ ਕਿ ਉਹਨੇ ਤਾਂ ਐਲਾਨ ਕਰਨਾ ਹੈ। ਬਿਲਕੁਲ, ਇੱਕ ਇਮਾਨਦਾਰ ਆਦਮੀ ਹੋਵੇ ਇੱਕ ਡਿਪਾਰਟਮੈਂਟ ਦੇ ਅੰਦਰ, ਇੱਕ ਇਮਾਨਦਾਰ ਆਦਮੀ, ਉਹ ਬਰਦਾਸ਼ਤ ਨਹੀਂ ਹੁੰਦਾ ਨਾ, ਠੀਕ ਹੈ। ਜੇ ਉਹ ਸਿਸਟਮ ਬਦਲਣਾ ਸ਼ੁਰੂ ਕਰੂਗਾ, ਉਹਨੂੰ ਸਿਸਟਮ ਬਦਲ ਕੇ ਰੱਖ ਦਿੰਦਾ, ਉਹਨੂੰ ਬਦਲ ਕੇ ਉਹਦੇ ਬਦਲੇ ਹੀ ਕਰ ਦਿੰਦੇ, ਉਹਦੇ ਬਦਲੇ ਹੀ ਕਰ ਦੇਣਗੇ। ਰੋਜ਼ ਬਿਸਤਰੇ ਤੇ ਰੱਸੀ ਪਾ ਕੇ ਰੱਖਣਗੇ, ਉਹ ਤੁਰਿਆ ਰਹੇਗਾ। ਉਹਨੂੰ ਕਹਿਣਗੇ ਤੂੰ ਆਪ ਨਹੀਂ ਨਾ ਖਾਣਾ ਤੇ ਨਾ ਖਾ, ਸਾਈਨ ਤਾਂ ਕਰ, ਦੂਜਿਆਂ ਦੇ ਢਿੱਡ 'ਚ ਲੱਤ ਨਾ ਮਾਰ। ਕਹਿੰਦਾ ਯਾਰ ਸਾਈਨ ਮੈਂ ਕਿਉਂ ਕਰਾਂ, ਮੈਂ ਆਬਜੈਕਸ਼ਨ ਵੀ ਤੇ ਲਗਾ ਸਕਦਾ ਕਿ ਫਾਈਲ ਦੇ ਅੰਦਰ ਆਬਜੈਕਸ਼ਨ ਆ, ਡਾਕੂਮੈਂਟ ਘੱਟ ਲੈ ਕੇ ਆਓ ਯਾਰ, ਨਾ ਤੂੰ ਖਾਣਾ ਨਾ ਖਾ। ਬੜੇ ਇਮਾਨਦਾਰ ਵੀ ਆ ਮੁੰਡੇ, ਬੜੇ ਅੱਛੇ ਮੁੰਡੇ ਆ ਜਿਹੜੇ, ਉਹਦੀ ਕਿਤੇ ਕੋਈ ਸੁਣਵਾਈ ਨਹੀਂ, ਲੋਕਾਂ ਦਾ ਹੈਲਪ ਕਰਦੇ ਆ, ਬੜੇ ਹੈਗੇ, ਪਰ ਉਹਦੀ ਜਮਾਤ ਛੋਟੀ ਹੋਗੀ, ਉਹਦਾ ਗਰੁੱਪ ਨਿੱਕਾ ਹੋ। ਇਦਾਂ ਰਹਿੰਦਾ ਹੈ ਜਿਵੇਂ ਨਾ ਆ 32 ਦੰਦਾਂ ਦੇ ਅੰਦਰ ਇੱਕ ਜੀਭ ਰਹਿੰਦੀ ਹੈ ਨਾ, ਉਵੇਂ ਉਹ 32 ਜਿਹੜੇ ਰਿਸ਼ਵਤਖੋਰ ਨੇ ਉਹਨਾਂ 'ਚੋਂ ਇਕੱਲਾ ਬੈਠਾ ਹੁੰਦਾ, ਉਹ ਕਿਸੇ ਵਕਤੀ ਉਹਨੂੰ ਦੰਦ ਪੈ ਸਕਦੇ ਨੇ, ਕਿਸੇ ਵਕਤ ਵੀ ਉਹਨੂੰ ਦੰਦ ਉਹਨੂੰ ਵੱਢ ਸਕਦੇ ਨੇ। ਮੇਰਾ ਖਿਆਲ ਇਹ ਵੰਗਾਰ ਕਲਚਰ ਨਹੀਂ, ਲਲਕਾਰ ਕਲਚਰ ਹੀ ਬਣ ਗਿਆ। ਲਲਕਾਰ ਕੇ ਲੈਂਦੇ ਅਗਲੇ ਸਿੱਧੇ ਦਿਨ ਦਿਹਾੜੇ ਪੈਸੇ ਰਹੇ, ਕੈਮਰੇ ਵੀ ਲੱਗੇ ਆ, ਵੀਡੀਓ ਵੀ ਬਣੀ ਹੈ, ਸਾਰਾ ਕੁਛ ਹੈਗਾ। ਕਿਉਂ ਨਹੀਂ ਜੇ ਮੋਬਾਈਲ 'ਤੇ ਆਉਂਦੇ ਤਾਂ ਕਿਉਂ ਨਹੀਂ ਉਹਨਾਂ ਦੇ ਅੰਦਰ ਕੈਮਰੇ ਲਾਉਂਦੇ? ਸਰਕਾਰ ਨੂੰ ਚਾਹੀਦਾ ਜਿੱਥੇ ਤਹਿਸੀਲਦਾਰ ਬੈਠਾ, ਜਿੱਥੇ ਨਾਇਬ ਤਹਿਸੀਲਦਾਰ ਬੈਠਾ, ਜਿੱਥੇ ਵਸੀਕਾ ਨਵੀਸ ਬੈਠਾ, ਤੇ ਕੈਮਰੇ ਲਾਓ ਉੱਥੇ, ਹਰ ਜਗ੍ਹਾ ਲਾਏ ਜੇ, ਆਪਣੇ ਆਪ ਰਿਕਾਰਡ ਹੋ ਜੂ। ਮਜ਼ਾਕ ਕਰਦੇ ਨੇ, ਕਹਿੰਦੇ ਇਹ ਕਰਪਸ਼ਨ ਨਹੀਂ ਹੈਗੀ, ਇਹ ਕੋਆਪਰੇਸ਼ਨ ਹੈ। ਹਾਂ ਬਸ ਕੋਆਪਰੇਟ ਕਰੋ, ਉਹੀ ਹੈ, ਸਹਿਯੋਗ ਆ। ਹਾਂ ਚਲੋ ਜੀ ਅੱਗੇ ਵਧੀਏ ਆਪਾਂ। ਹਾਂ ਅੱਗੇ ਇਹ ਜੀ ਕਿ ਪਰਾਲੀ ਦੀ ਆਪਾਂ ਗੱਲ ਕੀਤੀ ਸੀ, ਜਦੋਂ ਖੇਤੀਬਾੜੀ ਦੀ ਗੱਲ ਕੀਤੀ ਕਿ ਰੋਜ਼ਗਾਰ ਦੇਣਾ ਹੈ ਇੰਡਸਟਰੀ ਦੀ, ਜਦੋਂ ਗੱਲ ਕੀਤੀ ਖੇਤੀਬਾੜੀ ਦੀ ਗੱਲ ਕੀਤੀ, ਪਰਾਲੀ ਦਾ ਜ਼ਿਕਰ ਕੀਤਾ, ਉਹ ਪਰਾਲੀ ਸਾੜਨ ਦਾ ਰਿਕਾਰਡ ਕਾਇਮ ਹੁੰਦਾ ਪਿਆ, ਰੋਜ਼ ਨਵੀਂ ਗੱਲ ਤੁਰਦੀ ਪਈ ਹੈ। ਤੇ ਹੁਣ ਸਰਕਾਰ ਵੱਲੋਂ ਫਰਮਾਨ ਜਾਰੀ ਹੋ ਗਿਆ ਕਿ ਜਿਹੜਾ ਪਿੰਡ ਦਾ ਸਰਪੰਚ ਹੈ ਨਾ, ਉਹਦੀ ਖੈਰ ਜਿਹੜਾ ਨੰਬਰਦਾਰ ਹੈ ਪਿੰਡ ਦਾ, ਉਹਦੀ ਖੈਰ ਨਹੀਂ ਜੇ ਉਸ ਪਿੰਡ 'ਚੋਂ ਪਰਾਲੀ ਦਾ ਧੂੰਆਂ ਉੱਠਦਾ ਵੇਖਿਆ ਗਿਆ। ਹੁਣ ਨੰਬਰਦਾਰ ਕੀ ਕਰੇ, ਕਿਹਦੇ ਨਾਲ ਜਾ ਕੇ ਲੜੇ ਵੀ ਤੁਸੀਂ ਨਾ ਸਾੜੋ, ਉਹਦੀ ਤਾਂ ਜਾਨ ਕੜਿੱਕੀ 'ਚ ਆ ਗਈ। ਵੈਸੇ ਤੁਹਾਡੇ ਜ਼ੁਬਾਨ ਤੋਂ ਸੱਚ ਵੀ ਨਿਕਲਿਆ, ਜਿਸ ਤਰ੍ਹਾਂ ਨੰਬਰਦਾਰ ਦਾ ਉਹਨਾਂ ਨੇ ਇਸ ਵੇਲੇ ਕਰ ਦਿੱਤਾ, ਉਹਨੂੰ ਕਹਿ ਦਿੱਤਾ ਕਿ ਇਹ ਹੀ ਕਰੂਗਾ, ਜੇ ਨਹੀਂ ਧਿਆਨ ਦੇਊਗਾ ਤਾਂ ਇਹਦਾ ਅਸੀਂ ਤਨਖਾਹ ਜਾਂ ਜੋ ਕੁਛ ਦੇ ਰਹੇ ਹਾਂ ਮਾਮਲਾ, ਉਹ ਅਸੀਂ ਬੰਦ ਕਰ ਦਾਂਗੇ। ਵੈਸੇ ਤੁਹਾਡੇ ਅਕੋਰਡਿੰਗ ਜੇ ਤੁਸੀਂ ਗੱਲ ਕਰੀ, ਸਰਪੰਚ ਵੀ ਨਾਲ ਹੋਣਾ ਚਾਹੀਦਾ, ਪੰਚਾਇਤ ਦਾ ਰੋਲ ਵੀ ਇਹਦੇ ਨਾਲ ਬਰਾਬਰ ਦਾ ਹੋਣਾ ਚਾਹੀਦਾ, ਕਿਉਂਕਿ ਪੰਚਾਇਤ ਸਰਪੰਚ ਦੀ ਜ਼ਿਆਦਾ ਅਥਾਰਟੀ ਹੈ। ਸਰਪੰਚ ਇੱਕ ਉਸ ਪਿੰਡ ਦਾ ਜੱਜ ਹੀ ਹੁੰਦਾ, ਜੋ ਚਾਹਵੇ ਤਾਂ ਬੜਾ ਕੁਝ ਕਰ ਸਕਦਾ। ਮੈਂਬਰ ਆ ਉਹਦੇ ਕੋਲ, ਪੰਚਾਇਤ ਆ ਉਹਦੇ ਕੋਲ, ਪੂਰੀ ਦੀ ਪੂਰੀ ਰਾਜ ਸਭਾ ਵਰਗੀ ਇੱਕ ਬੜੀ ਜਿਊਰੀ ਆ, ਜੋ ਕਵੇ ਤਾਂ ਕਹਿ ਸਕਦਾ। ਹੁਣ ਨੰਬਰਦਾਰ ਇਕੱਲਾ ਵਿਚਾਰਾ ਉਹ ਮਾਮਲਾ ਇਕੱਠਾ ਕਰੂਗਾ, ਜਾਂ ਗਰਦੌਰੀ ਲੋਕਾਂ ਨਾਲ ਕਰੂਗਾ, ਪਟਵਾਰੀਆਂ ਨੂੰ ਸੰਭਾਲੂ, ਜਾਂ ਤਹਿਸੀਲਦਾਰ ਨੂੰ, ਜਾਂ ਵੀ ਕੰਮ ਕਰੂਗਾ। ਪਰਾਲੀ ਦਾ ਮਾਮਲਾ ਬੜਾ ਸੰਗੀਨ ਮਾਮਲਾ ਔਰ ਬੜਾ ਭਿਆਨਕ ਮਾਮਲਾ, ਜਿਹਨੂੰ ਅਜੇ ਤੱਕ ਨਹੀਂ ਸੋਲਵ ਕਰ ਸਕੀ ਕੋਈ ਗੌਰਮੈਂਟ ਵੀ। ਜਿੱਦਾਂ ਆਪਾਂ ਕਿ ਜ਼ਿਕਰ ਕੀਤਾ ਸੀਗਾ ਕਿ ਜਿਹਦੇ ਵਿੱਚ ਇਹਨਾਂ ਨੇ ਇੰਡਸਟਰੀ
ਇੱਥੇ ਲਾ ਰਹੇ ਆ ਇੰਡਸਟਰੀ ਦੇ ਲਈ ਇਹਨਾਂ ਨੇ ਨੀਤੀ ਬਣਾ ਦਿੱਤੀ ਹੈ। ਕਿਉਂ ਨਹੀਂ ਪਰਾਲੀ ਨੂੰ ਉਹਦੇ ਵਿੱਚ ਇੱਕ ਇਸ ਤਰ੍ਹਾਂ ਦਾ ਇੱਕ ਇੰਡਸਟਰੀ ਲਾ ਦੇਣ ਜਿਹਦੇ ਵਿੱਚ ਗੱਤਾ ਬਣੇ, ਜਿਹਦੇ ਵਿੱਚ ਕਾਗਜ਼ ਬਣੇ, ਜਿਹਦੇ ਵਿੱਚ ਹੋਰ ਚੀਜ਼ਾਂ ਬਣ ਸਕਦੀਆਂ ਪਰਾਲੀ ਤੋਂ, ਬਹੁਤ ਕੁਝ ਬਣ ਸਕਦਾ। ਈਵਨ ਪਸ਼ੂਆਂ ਦੀ ਖੁਰਾਕ ਵੀ ਬਣ ਸਕਦੀ ਹੈ, ਬੜਾ ਕੁਝ ਹੋ ਸਕਦਾ। ਪਰ ਜੇ ਕੋਈ ਸਾਇੰਟਿਸਟ ਲੈ ਲੈਣ ਜਿਹਦੇ ਵਿੱਚ ਜਿਹੜੇ ਜਾਣਕਾਰ ਨੇ, ਪੰਜਾਬ ਖੇਤੀਬਾੜੀ ਦੇ ਵਿੱਚ ਬਰੀਡਰ ਬੈਠੇ, ਸਾਇੰਟਿਸਟ ਬੈਠੇ ਆ, ਬੜਾ ਕੁਝ ਸੋਚਵਾਨ ਬੈਠੇ ਆ, ਉਹਨਾਂ ਨੂੰ ਇੱਥੇ ਲਿਆਉਣ, ਉਹਨਾਂ ਨੂੰ ਐਕਸਟਰਾ ਸਹੂਲਤ ਦੇਣ, ਉਹਨਾਂ ਨੂੰ ਗੱਡੀਆਂ ਦੇਣ। ਕਿਉਂ ਨਹੀਂ ਕਰਨੀ ਸਾਰਾ ਕੁਝ? ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇੱਕ ਡਿਪਾਰਟਮੈਂਟ ਵੱਖਰਾ ਬਣਾ ਦੇਣਾ, ਜਿਸ ਤਰ੍ਹਾਂ ਗੜਵਾਸੂ ਯੂਨੀਵਰਸਿਟੀ ਵੱਖਰੀ ਬਣਾ ਦਿੱਤੀ ਉਹਨਾਂ ਐਨੀਮਲ ਦੀ ਅਤੇ ਡੇਅਰੀ ਦੀ। ਇਸ ਤਰ੍ਹਾਂ ਕਿਉਂ ਨਹੀਂ ਹੋ ਸਕਦਾ? ਪੈਸਾ ਲਾਉਣ ਤਾਂ ਸਭ ਕੁਝ ਹੋ ਸਕਦਾ। ਤੁਸੀਂ ਜਿੱਦਾਂ ਜ਼ਿਕਰ ਕੀਤਾ ਸੀ ਪ੍ਰੋਗਰਾਮ ਦੇ ਸ਼ੁਰੂ ਵਿੱਚ ਵੀ ਇੱਥੇ ਖੇਤੀ ਇੰਡਸਟਰੀ ਜ਼ਰੂਰੀ ਹੈ, ਜ਼ਰੂਰੀ ਇਹਦੇ ਨਾਲ ਲੱਗਣਾ, ਕਿਉਂਕਿ ਪੰਜਾਬ ਜਿਹੜਾ ਸੂਬਾ ਹੀ ਖੇਤੀ ਦਾ ਸੂਬਾ ਹੈਗਾ। ਔਰ ਜੇ ਇਸੇ ਗੱਲ ਤੱਕ ਜੇ ਨੰਬਰਦਾਰ ਦਾ ਕਰਾਈ ਤਾਂ ਇਹ ਗੱਲ ਪੂਰੀ ਨਹੀਂ ਪੈਣੀ। ਇਸ ਹਿਸਾਬ ਨਾਲ ਅੱਜ ਆਪਾਂ ਗੱਲ ਕੀਤੀ ਹੈ। ਜੇ ਆਪਾਂ ਕਈ ਵਾਰੀ ਕਈ ਭਵਿੱਖਬਾਣੀਆਂ ਕੀਤੀਆਂ, ਪੂਰੀਆਂ ਹੋਈਆਂ ਹੈ ਨਾ, ਰਿਸ਼ੀ ਸੂਨਕ ਵਾਲੀ ਭਵਿੱਖਬਾਣੀ ਕੀਤੀ ਸੀ, ਬਿਲਕੁਲ ਪੂਰੀ ਦੀ ਪੂਰੀ ਗਈ ਉਹ ਗੱਲ। ਔਰ ਇਸੇ ਤਰ੍ਹਾਂ ਆਪਾਂ ਅੱਜ ਵੀ ਕਹਿ ਰਹੇ ਹਾਂ, ਇਹਨਾਂ ਨੂੰ ਇਕੱਲਾ 1 ਤੇ 2 11 ਵਾਲੀ ਗੱਲ ਹੁੰਦੀ ਹੈ। ਦੂਜੇ ਇਹਨਾਂ ਨੂੰ ਸਰਪੰਚ ਨੂੰ ਨਾਲ ਲਾਉਣਾ ਚਾਹੀਦਾ, ਪੰਚਾਇਤ ਹੋ ਜੇ, ਨੌਜਵਾਨ ਲੈ ਆਉਣ, ਕੁਝ ਖੇਤੀਬਾੜੀ ਯੂਨੀਵਰਸਿਟੀ ਤੋਂ ਮੁੰਡੇ ਇਕੱਠੇ ਕਰ ਲੈਣ, ਉਹ ਵਿਹਲੇ ਮੁੰਡੇ ਹੈਗੇ ਬਹੁਤ। ਇੱਦਾਂ ਦਾ ਇੱਕ ਇਹਨਾਂ ਨੂੰ ਪੂਰੇ ਦਾ ਪੂਰਾ ਇੱਕ ਗਰੁੱਪ ਜਾਂ ਬਣਾਉਣਾ ਚਾਹੀਦਾ। ਉਹ ਗਰੁੱਪ ਉਹ ਕੰਮ ਕਰੇ, ਕਾਫਲਾ ਬਣਾਓ ਵਧੀਆ। ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਉੱਥੋਂ ਦੇ ਇਲਾਕੇ ਦੇ ਕੋਈ MLAs ਹੋਣ, ਜਿਹੜੇ ਇਦਾਂ ਦੇ ਪੋਲੀਟੀਸ਼ੀਅਨਸ ਹੋਣ, ਜੀ ਉਹਨਾਂ ਨੂੰ ਵੀ ਇਨਵੋਲਵ ਕੀਤਾ ਜਾਵੇ, ਤਾਂ ਕਿ ਚਾਹੇ ਉਹ ਵਿਰੋਧੀ ਧਿਰ ਦੇ ਨੇ, ਚਾਹੇ ਉਹ ਵਿਰੋਧੀ ਪਾਰਟੀ ਦੇ ਨੇ, ਕਿਉਂਕਿ ਇਹ ਤੇ ਵਾਤਾਵਰਣ ਦਾ ਮਸਲਾ ਹੈ। ਬਿਲਕੁਲ, ਇਹਦੇ ਵਿੱਚ ਉਹਨਾਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਕਿ ਤੁਸੀਂ ਵੀ ਆਓ ਜੀ। ਇਹ ਲੋਕ ਸੇਵਾ ਹੀ ਹੈ, ਇਹ 'ਚ ਲੈਣਾ ਦੇਣਾ ਕੁਝ ਨਹੀਂ ਹੈਗਾ। ਕੰਮ ਕਰੋ, ਤੁਹਾਡੇ ਬੱਚੇ ਵੀ ਸੁਰਖਰੂ ਰਹਿਣਗੇ, ਤੁਹਾਡੀ ਨਿਗਾਹ ਨਹੀਂ ਖਰਾਬ ਰਹੂਗੀ, ਤੁਹਾਡੀਆਂ ਮਾਵਾਂ ਵੀ ਸੁਖੀ ਰਹਿਣਗੀਆਂ, ਨਾਲੇ ਅੱਗੇ ਵਾਸਤੇ ਵੋਟ ਬੈਂਕ ਮਜ਼ਬੂਤ ਹੋਏਗਾ। ਇਹਨਾਂ ਨੇ ਕੰਮ ਕਰਤਾ, ਲੋਕ ਕਹਿੰਦੇ ਨੇ ਵੀ ਕੰਮ ਕਰਦਾ ਪਿਆ। ਜੇ ਕੰਮ ਕਰ ਦੇਣਗੇ ਤਾਂ ਬੜੀ ਅੱਛੀ ਗੱਲ ਹੈ, ਫਿਰ ਲੋਕ ਵੋਟਾਂ ਦੇ ਕੇ ਵੀ ਖੁਸ਼ ਰਹਿਣਗੇ। ਅਗਲੀਆਂ ਵੋਟਾਂ ਤਾਂ ਜੇ ਬਾਅਦ ਚ ਆਉਣੀਆਂ, ਪਹਿਲੀਆਂ ਵੋਟਾਂ ਦਾ ਤਾਂ ਨਤੀਜਾ ਭੁਗਤ ਲੈਣ। ਚਲੋ ਇਹ ਵੀ ਠੀਕ ਹੈ, ਨਤੀਜਾ ਭੁਗਤ ਲੈਣ ਜੀ। ਸੋ ਇੱਕ ਇਹ ਬੜੀ ਜਿਹੜੀ ਭਿਆਨਕ ਹਾਦਸਾ ਹੋਇਆ ਹੈ ਗੁਜਰਾਤ ਦੇ ਵਿੱਚ ਪੁਲ ਦੇ ਟੁੱਟਣ ਦਾ। ਹੁਣ ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਪੁੱਜ ਗਿਆ ਤੇ 2 ਨਵੰਬਰ ਨੂੰ ਸਰਕਾਰੀ ਤੌਰ ਦੇ ਉੱਤੇ ਝੰਡਾ ਚੁੱਕਿਆ ਰਹੇਗਾ ਗੁਜਰਾਤ ਦੇ ਵਿੱਚ, ਤੇ ਨਾਲ ਸੋਗ ਵੀ ਰੱਖਿਆ ਜਾਏਗਾ, ਸਰਕਾਰੀ ਸੋਗ। ਸੋ ਇੱਕ ਮਾੜੀ ਘਟਨਾ ਹੈ, ਤਹਿਕੀਕਾਤ ਵੀ ਹੋ ਰਹੀ ਹੈ, ਕੁਝ ਹਿਰਾਸਤ ਵਿੱਚ ਵੀ ਲਏ ਗਏ ਨੇ ਲੋਕ। ਸੋ ਇਹ ਸਭ ਮਾਮਲਾ ਬੜਾ ਦੁੱਖ ਦਾ ਔਰ ਬੜੀ ਗੰਭੀਰ ਘਟਨਾ ਹੈ ਆਪਣੇ ਆਪ। ਹਾਂ, ਇਹ ਬੜਾ ਭਿਆਨਕ ਹਾਦਸਾ ਹੋਇਆ। ਹਿੰਦੁਸਤਾਨ 'ਚ ਲੋਕ ਜਿਹੜੇ ਆ ਉਹ ਬੜੇ ਇਸ ਉਦਾਸੀ ਵੱਲ ਵੱਧ ਗਏ। ਇਸ ਕਰਕੇ ਵਧੇ ਕਿ ਬਹੁਤ ਲੋਕ ਮਰੇ ਉੱਥੇ, ਜਦੋਂ ਕਿ ਪੁਲ ਡਿੱਗਿਆ, ਟੁੱਟ ਗਿਆ, ਉਹਦੇ ਵਿੱਚ ਬੜੀਆਂ ਜਿਹੜੀਆਂ ਜਾਨਾਂ ਗਈਆਂ। ਔਰ ਇਹ ਬਹੁਤ ਪੁਲ ਪੁਰਾਣਾ ਸੀ। ਵੈਸੇ ਇਹ ਜਿਹੜਾ ਪੁਲ ਸੀਗਾ, ਇਹਦੇ ਵਿੱਚ ਮੂਵਮੈਂਟ ਵਾਲਾ ਪੁਲ, ਹਲਾਰਾ ਲੈਂਦਾ ਪੁਲ, ਇਹਦੇ ਵਿੱਚ ਸਰੀਆ ਤੇ ਜਿਹੜਾ ਉਹ ਪਾ ਕੇ ਲੋਹਾ ਉਹਦੇ ਨਾਲ ਬਣਦਾ। ਇਹ ਜਦੋਂ ਇਹ ਇੰਗਲੈਂਡ ਤੋਂ ਮਟੀਰੀਅਲ ਮੰਗਾਇਆ ਗਿਆ ਸੀਗਾ, ਅਤੇ ਪੁਰਾਣਾ ਪੁਲ ਸੀ, ਇੰਜੀਨੀਅਰ ਵੀ ਇੰਗਲੈਂਡ ਦੇ ਸੀਗੇ ਜਦੋਂ ਬਣਿਆ, ਪਰ ਬੜਾ ਚੱਲਿਆ। ਉਹ ਕਹਿੰਦੇ ਨੇ ਕਿ ਇੱਦਾਂ ਦਾ ਹਾਦਸਾ ਲੰਡਨ 'ਚ ਹੋਇਆ ਸੀਗਾ। ਉਹਦੇ 'ਚ ਫੌਜੀ ਜਿਹੜੇ ਤਾਲਮੇਲ ਕਰਦੇ ਚੱਲ ਰਹੇ ਸੀਗੇ, ਪੈਰ ਨਾਲ ਪੈਰ ਜੋੜ ਕੇ ਜਦੋਂ ਚੱਲਦੇ ਆ ਤਾਂ ਜਿਹੜਾ ਇਹ ਹਲਾਰਾ ਜ਼ਿਆਦਾ ਲੈਂਦਾ, ਉਹਦੀ ਮੂਵਮੈਂਟ ਜਿਹੜੀ ਉਹ ਤਿਲਕਦੀ, ਫਿਰ ਟੁੱਟਦਾ ਹੈਗਾ। ਇਹਦੇ ਵਿੱਚ ਮੰਨ ਲਓ ਇਹਦਾ ਸਾਹ ਲੈਂਦਾ, ਜਿਸ ਤਰ੍ਹਾਂ ਦਾ ਨੈਚੁਰਲ ਹਵਾ ਨਾਲ ਚੱਲਦਾ ਨਾ, ਉਹ ਇਸ ਤਰ੍ਹਾਂ ਦਾ ਸੀਗਾ। ਅਤੇ ਉਹ ਹੁਣ ਇਹਦੇ ਵਿੱਚ ਜਦੋਂ ਇਹਨਾਂ ਨੇ ਸ਼ੁਰੂ ਕੀਤਾ, ਕਰਦਿਆਂ ਬਾਅਦ ਟਾਈਮ ਤਾਂ ਵੈਸੇ ਇਹਨੂੰ ਜ਼ਿਆਦਾ ਹੋ ਗਿਆ ਸੀਗਾ। ਇਹਨੂੰ ਦੇਖ ਰੇਖ ਰੱਖਣੀ ਚਾਹੀਦੀ ਸੀ, ਇਹਨੂੰ ਜਾਂ ਤਾਂ ਬੰਦ ਕਰ ਦੇਣਾ ਚਾਹੀਦਾ ਸੀਗਾ, ਇਹਦੀ ਮੁਰੰਮਤ ਕਰਾਉਣੀ ਚਾਹੀਦੀ ਸੀ, ਇਹਦਾ ਸਾਰਾ ਇਤਿਹਾਸ ਕੱਢਣਾ ਚਾਹੀਦਾ ਸੀਗਾ, ਜਾਂ ਇਹਨੂੰ ਆਪ ਤੋੜ ਦਿੰਦੇ, ਕਿਉਂਕਿ ਜੋ ਦਾ ਇਹਦੀ ਜ਼ਿਆਦਾ ਉਮਰ ਹੋ ਗਈ, ਐਕਸਪਾਇਰ ਡੇਟ ਤੋਂ ਲੰਘ ਚੁੱਕਿਆ ਸੀਗਾ। ਇਹ ਆਪਣੇ 'ਤੇ ਹੁੰਦਾ ਵੀ ਆਪ ਟੁੱਟ ਗਿਆ, ਜਦੋਂ ਲੋਕ ਲੰਘਣਗੇ ਉਦੋਂ ਟੁੱਟੂਗਾ, ਆਪ ਨਹੀਂ ਤੋੜਨਾ ਇਹਨਾਂ ਨੂੰ ਕੁਝ ਵੀ। ਆਪ ਤਾਂ ਉਦੋਂ ਤੋੜਦੇ ਆ ਜਦੋਂ ਪੈਸਾ ਮਿਲ ਦੂਗਾ। ਹੁਣ ਇੱਕ ਅੱਗੇ ਹੋਰ ਵੀ ਵੀਡੀਓ ਸੀਗਾ, ਉਹ ਪੁਲ ਬਣਿਆ ਵਾ, ਉਹ ਪੁਲ ਬਣਿਆ ਸੀਗਾ ਅਤੇ ਮੁਕੰਮਲ ਹੋ ਗਿਆ, ਅਤੇ ਥੱਲੇ ਕੋਈ ਪਾਣੀ ਜਾ ਰਿਹਾ, ਛੋਟਾ ਕੋਈ ਨਾਲਾ ਜਾ ਰਿਹਾ। ਜਦੋਂ ਉਹਦਾ ਉਦਘਾਟਨ ਹੋ ਰਿਹਾ, ਜਦੋਂ ਉਦਘਾਟਨ ਹੋਇਆ, ਬੰਦੇ ਜ਼ਿਆਦਾ ਆ ਗਏ, ਜਿੱਥੇ 100 ਬੰਦਾ ਚਾਹੀਦਾ ਉੱਥੇ 150 ਬੰਦਾ ਆ ਗਿਆ। ਜਦੋਂ ਉਦਘਾਟਨ ਰਿਬਨ ਕੱਟਣ ਲੱਗੇ, ਉਦੋਂ ਪੁਲ ਟੁੱਟ ਗਿਆ, ਨਾਲ ਹੀ ਲੋਕ ਗਏ। ਇੱਦਾਂ ਦੀਆਂ ਵੀਡੀਓ ਵੀ ਹੈਗੀਆਂ। ਇਹ ਇਸੇ ਕਰਕੇ ਹੈਗੀਆਂ ਕਿ ਅਸੀਂ ਲਾਪਰਵਾਹੀ ਕਰਦੇ ਹਾਂ। ਇੰਜੀਨੀਅਰ ਜਿਹੜੇ ਹੈਗੇ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਵੀ ਇਹਦੀ ਕੈਪੈਸਿਟੀ ਕਿੰਨੀ ਹੈ। ਹੁਣ ਉਹ ਜਦੋਂ ਦਾ ਉਦਘਾਟਨ ਹੋ ਰਿਹਾ, ਜਦੋਂ ਬੰਦੇ ਜ਼ਿਆਦਾ ਚੜ੍ਹ ਕੇ ਤਾਂ ਡਿੱਗਣਾ ਹੀ ਡਿੱਗਣਾ। ਇਸੇ ਤਰ੍ਹਾਂ ਦਾ ਹੈਗਾ, ਦਰਿਆਵਾਂ ਤੋਂ ਦੀ ਪੁਲ ਜਿਹੜੇ ਜਾ ਰਹੇ ਆ, ਉਹਨਾਂ ਦੇ ਜੇ ਹੈਵੀ ਟੈਂਕ ਲੰਘਣਗੇ, ਲੋਡਡ ਗੱਡੀਆਂ ਲੰਘਣਗੀਆਂ, ਤਾਂ ਉਹ ਵੀ ਹਿੱਲਦੇ ਆ, ਉਹਨਾਂ ਦੀ ਧਮਕ ਆਉਂਦੀ ਹੈ। ਔਰ ਇਹਦੇ ਵਿੱਚ ਬੜੇ ਲੋਕ ਵਿਚਾਰੇ ਮਰ ਗਏ ਆ, ਘਰ ਉੱਜੜ ਗਏ ਕਈ। ਔਰ ਉਹਦੇ ਵਿੱਚ ਹੁਣ ਦੇਖੋ ਗੌਰਮੈਂਟ ਕੀ ਪੈਸਾ ਦਿੰਦੀ ਹੈ ਘਰ ਵਸਾਉਣ ਲਈ। ਕਈਆਂ ਦੇ ਵਿਚਾਰੇ ਜਵਾਨ ਮੁੰਡੇ ਗਏ ਆ, ਕਈ ਵਿਚਾਰੇ ਕਮਾਊ ਚਲੇ ਗਏ ਬੰਦੇ, ਔਰ ਔਰਤਾਂ ਵਿਚਾਰੀਆਂ ਵਿਧਵਾ ਹੋ ਗਈਆਂ। ਇਹਦੇ ਨੂੰ ਸਰਕਾਰ ਨੂੰ ਦੇਖਦੇ ਆ ਕੀ ਅਨਾਊਂਸ ਕਰਦੀ ਹੈ, ਪਰ ਉਹਦੇ ਨਾਲ ਉਮਰ ਦੀ ਰੋਟੀ ਤਾਂ ਹੈ ਨਹੀਂ। ਉਹ ਜਿਹਨਾਂ ਨੂੰ 15, 20 ਲੱਖ 50 ਲੱਖ ਦਿੰਦੇ ਆ, ਉਹ ਤਾਂ ਨਹੀਂ। ਬੰਦੇ ਤਾਂ ਚਲੋ ਗਏ, ਪਰ ਉਹਨਾਂ ਦੇ ਜਿਹੜੇ ਬੱਚੇ ਆ ਉਹ ਤਾਂ ਪੜ੍ਹ ਲਿਖ ਜਾਣ, ਉਹ ਤਾਂ ਆਪਣੇ ਘਰ ਬਣਾ ਲੈਣ।
ਇਹ ਚੀਜ਼ਾਂ ਜਦੋਂ ਹੁੰਦੀਆਂ, ਔਰ ਗੁਜਰਾਤ ਗੌਰਮੈਂਟ ਨੂੰ ਆਪ ਖੁਦ ਵੇਖਣਾ ਚਾਹੀਦਾ ਸੀਗਾ ਕਿ ਇਹਦੀ ਹਾਲਤ ਖਸਤਾ ਇਸ ਵੇਲੇ, ਇਹਨੂੰ ਅਸੀਂ ਤਰੀਕੇ ਨਾਲ ਬਣਾ ਦਈਏ, ਕਰ ਦਈਏ। ਨਹੀਂ ਤਾਂ ਇੰਗਲੈਂਡ 'ਚ ਇੰਜੀਨੀਅਰ ਹੈਗੇ ਆ, ਉਹਨਾਂ ਨੂੰ ਪਤਾ ਹੈਗਾ, ਉਹ ਉਹੀ ਇੰਜੀਨੀਅਰ ਦੁਬਾਰਾ ਬੁਲਾ ਲੈਂਦੇ ਔਰ ਉਹਨਾਂ ਦੇ ਨਾਲ ਇਹ ਨੁਕਸਾਨ ਰੁਕ ਵੀ ਸਕਦਾ ਸੀਗਾ। ਅਚਾਨਕ ਜਿਹੜਾ ਟੁੱਟਣਾ ਜਾਂ ਉਹ ਵੱਖਰੀ ਗੱਲ ਹੈ, ਇਹਦੀ ਤਾਂ ਉਮਰ ਪਹਿਲਾਂ ਦੇਖਣੀ ਚਾਹੀਦੀ ਉਹਨਾਂ ਨੂੰ ਜੀ। ਇਹ ਅੱਜ ਤਾਂ ਨਹੀਂ ਬਣਿਆ ਵੀ ਨਵਾਂ ਬਣ ਗਿਆ ਤੇ ਟੁੱਟ ਗਿਆ ਹੈਗਾ, ਉਦੋਂ ਦਾ ਬਣਿਆ। ਮਟੀਰੀਅਲ ਵੀ ਬੜਾ ਅੱਛਾ ਮਟੀਰੀਅਲ ਲੱਗਿਆ ਹੈਗਾ, ਪਰ ਇਹਦੀ ਮੂਵਮੈਂਟ ਸੀ, ਇਹਦਾ ਹਲਾਰਾ ਵਾ, ਉਹ ਹਲਾਰਾ ਜਦੋਂ ਮੂਵਮੈਂਟ ਜ਼ਿਆਦਾ ਦਿੰਦਾ, ਉਦੋਂ ਵਿੱਚੋਂ ਸਰੀਏ ਜਿਹੜੇ ਸਰੀਏ ਉਹ ਹਲਾਰਾ ਦਿੰਦੇ, ਉਹਦੇ ਨਾਲ ਟੁੱਟਿਆ। ਔਰ ਇਹਦੇ ਨਾਲ ਸਿਰਫ ਲਾਪਰਵਾਹੀ ਹੈ, ਇਹਦੇ ਵਿੱਚ ਸਿਰਫ ਇਹ ਨਹੀਂ ਗਾ ਕਿ ਉਹਦੀ ਹੁਣ ਤਾਂ ਇਹ ਰਹੇਗੀ ਕਿ ਉਹਦੀ ਹਿਸਟਰੀ, ਉਹਦਾ ਇਤਿਹਾਸ ਉਹਦੀ ਪੜ੍ਹਨੀ ਚਾਹੀਦੀ। ਸਮੱਸਿਆ ਤਾਂ ਇਹੀ ਹੈ ਨਾ ਜੀ, ਅਰਬਾਂ ਰੁਪਏ ਦੇ ਘਟਾਲੇ ਹੋ ਜਾਂਦੇ ਨੇ। ਸਹੀ ਗੱਲ। ਪਰ ਜਿਹੜਾ ਕਰਨ ਵਾਲਾ ਕੰਮ ਹੈ ਉਹ ਨਹੀਂ ਕਰਨਾ, ਉਧਰ ਨਹੀਂ ਜਾਣਾ, ਉਧਰ ਪੈਸਾ ਨਹੀਂ ਹੈਗਾ। ਹੁਣ ਜੇ ਇਹ ਪੁਲ ਵੀ ਬਣਾਉਣਾ ਹੈ ਤਾਂ ਜਿਹੜਾ ਪੈਸਾ ਸੈਂਕਸ਼ਨ ਹੋਏਗਾ ਨਾ ਗਵਰਨਮੈਂਟ ਵੱਲੋਂ, ਟੈਂਡਰ ਭਰੇ ਜਾਣਗੇ, ਪਹਿਲਾਂ ਹੀ ਹਿੱਸੇ ਤੈਅ ਹੋ ਜਾਣਗੇ, ਇਹ ਇੰਨਾ, ਇਹ ਇਹਦਾ ਇੰਨਾ, ਇਹਦਾ ਇੰਨਾ। ਉਹ ਯਾਰ ਕਿੰਨਾ ਕੁ ਖਾਣਾ ਹੈ ਤੁਸੀਂ? ਬਸ ਤੁਹਾਡਾ ਢਿੱਡ ਕਦੋਂ ਭਰਨਾ? ਬਸ ਇਹ ਨਹੀਂ ਭਰੂਗਾ। ਜਿਹਦਾ ਨਹੀਂ ਢਿੱਡ ਭਰਦਾ ਨਾ, ਉਹਨੇ ਤਾਂ ਨਹੀਂ ਭਰਨਾ, ਉਹਨੇ ਲੋਕਾਂ ਦੇ ਢਿੱਡਾਂ 'ਚੋਂ ਕੱਢ ਕੇ, ਲੋਕਾਂ ਦੇ ਗੀਸੀਆਂ 'ਚੋਂ ਕੱਢ ਕੇ ਪੈਸੇ ਖਾ ਰਹੇ ਆ। ਮਤਲਬ ਇਦਾਂ ਦੀ ਨੀਅਤ ਹੈ, ਹਰ ਗੱਲ ਦੇ ਵਿੱਚ ਪੈਸਾ, ਹਰ ਗੱਲ ਦੇ ਵਿੱਚ ਹਿੱਸਾ। ਕੀ ਕਰੋਗੇ ਯਾਰ ਇਹਨਾਂ ਨੂੰ? ਇਹ ਨਹੀਂ ਪਤਾ ਵੀ ਮੂਰਖੋ ਚਲੇ ਤਾਂ ਜਾਣਾ ਹੀ ਆ, ਤੁਸੀਂ ਮੁੜ ਕੇ ਰਹਿਣਾ ਤੇ ਇੱਥੇ ਕੋਈ ਨਹੀਂ। ਚਿਰ ਸਥਾਈ ਤਾਂ ਕੋਈ ਬੰਦਾ ਹੈ ਹੀ ਨਹੀਂਗਾ, ਚਿਰਜੀਵ ਤਾਂ ਬੰਦਾ ਹੈ ਹੀ ਨਹੀਂਗਾ। ਅੱਜ ਨਹੀਂ ਕੱਲ੍ਹ ਨਹੀਂ ਜਾਓਗੇ, ਬੱਚਿਆਂ ਲਈ ਉਹਨਾਂ ਕੁ ਜੋੜੋ, ਬੱਚਿਆਂ ਨੇ ਵੀ ਕੰਮ ਕਰਨਾ, ਬੱਚਿਆਂ ਨੇ ਵੀ ਤੁਹਾਡੇ ਵਾਂਗੂ ਇੱਥੇ ਕਮਾਈ ਕਰਨੀ ਆ। ਇਹ ਨਹੀਂ ਕਿ ਬੱਚਿਆਂ ਲਈ ਤੁਸੀਂ ਸਾਰੇ ਮਹਿਲ ਮਾੜੀਆਂ ਹੁਣੇ ਬਣਾ ਦੋਗੇ, ਹੈ ਨਾ, ਸਾਰਾ ਕੁਝ ਆਪ ਕਰ ਦੋਗੇ, ਫਿਰ ਬੱਚੇ ਅਜਾਸ਼ ਹੋ ਜਾਣਗੇ। ਉਹ ਫਿਰ ਜਾ ਕੇ ਉਹ ਪੈਸੇ ਦੀ ਜਿਹੜੀ ਦੁਰਵਰਤੋਂ ਕਰਨ, ਉਜਾੜਾ ਹੋਏਗਾ, ਉਜਾੜਾ ਹੋ। ਤੁਸੀਂ ਦੇਖੋ, ਸਾਡੇ ਬਜ਼ੁਰਗ ਅਕਸਰ ਕਹਿੰਦੇ ਹੁੰਦੇ ਨੇ, ਰਾਵਣ ਕੋਲ ਨਾ ਸੋਨੇ ਦੀ ਲੰਕਾ ਸੀ, ਉਹ ਵੀ ਇੱਥੇ ਹੀ ਰਹਿ ਗਈ। ਸਹੀ ਗੱਲ, ਖਾਲੀ ਹੱਥ ਤੁਰ ਗਿਆ। ਉਹ ਗੱਲ ਸਮਝਾਉਣ ਦੀ ਗੱਲ ਹੁੰਦੀ, ਸਮਝਾਉਣ ਦੀ ਗੱਲ ਹੈ ਵੀ ਮੂਰਖ ਨਾ ਬਣੋ। ਰੋਟੀਆਂ ਤਾਂ 2 ਖਾਣੀਆਂ ਸ਼ਾਮ ਨੂੰ, ਉਹ ਦਾਲ ਨਾਲ ਮਿਲ ਜਾਣ, ਦਹੀਂ ਨਾਲ ਮਿਲ ਜਾਣ, ਜਾਂ ਜਿਹਦੇ ਨਾਲ ਵੀ ਮਿਲ ਜਾਣਗੀਆਂ, ਢਿੱਡ ਤੇ ਭਰਨਾ 2 ਨਾਲ ਹੀ ਹੈਗਾ। ਉਹ ਗਰੀਬ ਆਦਮੀ ਉੱਦਾਂ ਹੀ ਰੋਟੀ ਖਾਂਦਾ, ਉਹ ਜਿਹੜਾ ਬਹੁਤ ਵੱਡਾ ਪੈਲਸ 'ਚ ਬੈਠਾ, ਉਹਨੇ ਵੀ ਉਹੀ ਰੋਟੀ ਖਾਣੀ ਹੈ, ਉਹਨੇ ਵੀ ਉੱਦਾਂ ਹੀ ਸੌਣਾ। ਉਹ ਤਾਂ ਜਦੋਂ ਗਰੀਬ ਆਦਮੀ ਜ਼ਿਆਦਾ ਘਰਾੜੇ ਮਾਰਦਾ, ਕਿਉਂਕਿ ਉਹਨੂੰ ਚਿੰਤਾ ਨਹੀਂ। ਜਿਹੜਾ ਤਕੜਾ ਆਦਮੀ ਹੈ ਨਾ, ਉਹਨੂੰ ਨੀਂਦ ਨਹੀਂ ਆਊਗੀ, ਉਹ ਉਸਲਵਾਟੇ ਲਊਗਾ ਜਾਂ ਦਵਾਈ ਲੈ ਕੇ ਸੌਂਗਾ। ਬਹੁਤ ਵੱਡੇ ਇੰਡਸਟਰੀਜ਼ ਜਿਹੜੇ ਉਹਨਾਂ ਰਾਤ ਨੂੰ ਨੀਂਦ ਨਹੀਂ ਆਉਂਦੀ, ਕਿਉਂਕਿ ਉਹਨਾਂ ਦੀ ਸੋਚ ਹੋਰ ਪਾਸੇ ਹੈ। ਗਰੀਬ ਆਦਮੀ ਨੂੰ ਰੋਟੀ ਮਿਲ ਗਈ, ਉਹਨੇ ਕਹਣਾ ਵਾਹਿਗੁਰੂ, ਸਭ ਕੁਝ ਮਿਲ ਗਿਆ। ਦੇਖੋ, ਵਾਹਿਗੁਰੂ ਦੀ ਤੁਸੀਂ ਗੱਲ ਕੀਤੀ, ਬਾਬਾ ਜੀ ਕਹਿੰਦੇ ਨੇ ਨਾ, ਭੁੱਖਿਆਂ ਭੁੱਖ ਨਾ ਉਤਰੇ। ਜਿਹੜੇ ਭੁੱਖੇ ਨੇ ਨਾ, ਨੀਅਤ ਭੁੱਖੀ ਹੈ, ਉਹਨਾਂ ਦੀ ਭੁੱਖ ਨਹੀਂ ਉਤਰਨੀ, ਜਿੰਨਾ ਮਰਜ਼ੀ ਆ ਜਾਵੇ, ਹੋਰ ਹੁੰਦਾ ਹੀ ਰਹਿਣਾ। ਹੋਰ ਚਾਹੀਦਾ, ਹੋਰ ਚਾਹੀਦਾ। ਚਲੋ, ਦੇਣਾ ਤਾਂ ਉਹਨੇ ਆ, ਉੱਤੇ ਵਿਸ਼ਵਾਸ ਰੱਖੋ, ਦਿੰਦਾ ਤਾਂ ਉਹੀ ਹੈ। ਜੇ ਤੁਹਾਡੀ ਸੱਚੀ ਨੀਤ ਹੈ ਤਾਂ ਉੱਤੇ ਪੱਥਰ 'ਚ ਕੀੜੇ ਨੂੰ ਵੀ ਰੋਟੀ ਦਿੰਦਾ, ਉਹ ਵੀ ਉੱਥੇ ਖਾਂਦਾ। ਬਿਲਕੁਲ ਸਹੀ ਗੱਲ ਹੈ। ਚਲੋ ਬਲਕਾਰ ਜੀ, ਆਪਾਂ ਅੱਗੇ ਵਧੀਏ। ਜੀ ਜ਼ਰੂਰ। ਉਹ ਪੈਸੇ ਦੀ ਤੁਸੀਂ ਗੱਲ ਕੀਤੀ ਸੀ ਨਾ, ਹੁਣ ਪੈਸੇ ਦਾ ਲਾਲਚ ਦੇਖੋ ਕਿੱਥੇ ਤੱਕ ਜਾਂਦਾ। ਮੈਂ ਤਾਂ ਨਹੀਂ ਕੋਈ ਤੁਹਾਨੂੰ ਪੈਸੇ ਦੇਣ ਲੈਣ ਦੀ, ਪੈਸੇ ਦੀ ਨਹੀਂ ਵੀ ਕੋਈ ਇਦਾਂ ਦਾ ਮੁੱਦਾ ਪੈਸੇ ਦੀਗਾ। ਮੈਂ ਡਰ ਗਿਆ, ਮੈਂ ਕਿਹਾ ਪੈਸੇ ਦੀ ਗੱਲ। 4 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ 7000 ਨਸ਼ਾ ਤਸਕਰ ਕਾਬੂ ਕੀਤੇ ਗਏ ਨੇ। ਇਹ ਡੀਜੀਪੀ ਵੱਲੋਂ ਸਟੇਟਮੈਂਟਸ ਨੇ ਕਿ ਇੰਨਾ ਨਸ਼ਾ ਪੰਜਾਬ ਦੇ ਅੰਦਰ ਹੈਗਾ। 7000 ਤਸਕਰ। ਬੱਲੇ ਬੱਲੇ, ਇਹਨੇ 4 ਮਹੀਨੇ 'ਚ ਦੇਖ ਲਓ ਕਿੰਨਾ ਐਵਰੇਜ, ਦੇਖੋ 1000 ਤੋਂ ਵੱਧ ਕਿੰਨੀ ਵੱਡੀ ਰੇਸ਼ੋ ਹੈ। ਇਹਦਾ ਮਤਲਬ ਬੜੀ ਸਫਲਤਾ ਹੈਗੀ ਹੈ। 1500 ਤੋਂ ਵੱਧ ਬੰਦੇ ਬੈਠਦੇ ਨੇ। ਔਰ ਜਦੋਂ ਉਹਨਾਂ ਨੇ ਫੜੇ ਮੁੰਡੇ, ਜਾਂ ਜਿੱਥੇ ਵੀ ਹੈਗਾ ਨਸ਼ਾ ਵੇਚਣ ਵਾਲੇ ਫੜੇ ਹੈ, ਖਾਣ ਵਾਲੇ ਨਹੀਂ ਗਏ। ਤਸਕਰ ਤਾਂ ਉਹੀ ਹੈ ਜਿਹੜੇ ਸਮਗਲਰ ਉਹ ਫੜੇ ਗਏ ਆ। ਔਰ ਉਹਦੇ ਵਿੱਚ ਦੇਖੋ ਪਿੰਡਾਂ 'ਚ, ਤੁਸੀਂ ਅੱਜ ਵੀ ਦੇਖੋ ਵੀਡੀਓ ਅੱਜ 'ਚ ਲਿਖਿਆ ਵੀ ਐਰੋ ਮਾਰਕ ਦੇ ਕੇ ਚਿੱਟਾ ਇੱਧਰ ਮਿਲਦਾ ਹੈ। ਪੁਲਿਸ ਕੀ ਕਰੂਗੀ? ਜਦੋਂ ਪੁਲਿਸ ਆਉਂਦੀ ਹੈ ਉਦੋਂ ਲਾ ਦਿੰਦੇ ਆ, ਬਾਕੀ ਜਦੋਂ ਜਿਹੜੇ ਗਾਹਕ ਉਹਨਾਂ ਦੇ ਆਉਂਦੇ ਆ। ਔਰ ਖ਼ਾਸ ਤੌਰ 'ਤੇ ਚਿੱਟਾ ਇੱਥੇ ਵਿਕ ਰਿਹਾ। ਪਹਿਲੇ ਜ਼ਮਾਨੇ 'ਚ ਫੀਮ ਵਿਕਦੀ ਹੁੰਦੀ ਸੀ। ਫੀਮ ਇੰਨੀ ਮਾੜੀ ਨਹੀਂ, ਮਾੜਾ ਤਾਂ ਨਸ਼ਾ ਹੈਗਾ, ਪਰ ਜਿੰਨਾ ਚਿੱਟਾ ਕੈਮੀਕਲ ਨਸ਼ੇ ਜਿੰਨੇ ਪੰਜਾਬ 'ਚ ਆ ਗਏ ਆ, ਵੜੇ ਆ, ਉਹਦੇ ਵਿੱਚ ਹੈਗਾ। ਪੰਜਾਬ ਗੌਰਮੈਂਟ ਨੇ ਅਜੇ ਸ਼ਰਾਬ 'ਤੇ ਇੰਨੀ ਜਿਹੜੀ ਪਾਬੰਦੀ ਨਹੀਂ ਲਾਈ, ਤਾਂ ਉਹਨੂੰ ਤਾਂ ਖੁੱਲ੍ਹਾ ਕਰ ਦਿੱਤਾ। ਅਤੇ ਇਹਨਾਂ ਨਸ਼ਿਆਂ 'ਤੇ ਵੀ ਇੰਨੀ ਪਾਬੰਦੀ ਲੱਗਣੀ ਚਾਹੀਦੀ ਆ, ਤਾਂ ਕਿ ਜਿਹੜੀ ਨੌਜਵਾਨੀ ਜਿਹੜੀ ਸਾਡੀ ਗਲਤਾਨ ਹੋ ਗਈ ਨਸ਼ਿਆਂ 'ਚ ਬਚ ਜੇ। ਦੂਜੇ ਪਾਸੇ ਇਸ ਵੇਲੇ ਜਿੰਨੇ ਮੁੰਡੇ ਫੜੇ ਉਹਨਾਂ 'ਤੇ ਕੇਸ ਚੱਲਣਗੇ, ਮਾਂ ਪਿਓ ਪੈਸਾ ਲਊਗਾ, ਪੈਸਾ ਲੈ ਕੇ ਕੋਰਟ ਕਚਹਿਰੀਆਂ 'ਚ ਜਾਣਗੇ, ਜੱਜ ਜਿਹੜੇ ਡਿਸੀਜਨ ਦੇਣਗੇ ਉਹ 'ਚ ਵਕੀਲ ਕਰਨਾ ਪਊਗਾ ਤੁਹਾਨੂੰ, ਹੈ ਕਿ ਨਹੀਂ? ਉਹਦੇ ਵਿੱਚ ਘਰ ਬਰਬਾਦ ਹੁੰਦਾ ਚਾਰੇ ਪਾਸਿਆਂ ਤੋਂ। ਪਰ ਵੇਚਣ ਵਾਲੇ ਜਿਹੜੇ ਹੈਗੇ ਉਹ ਤਾਂ ਹੱਥ ਰੰਗ ਲੈਂਦੇ ਆ। ਉਹਨਾਂ ਨੇ ਨਸ਼ਾ ਲਿਆਂਦਾ 1300 ਦਾ, ਵੇਚਿਆ 2600 ਦਾ, ਉਹਨਾਂ ਨੂੰ ਡਬਲ ਜਿਹੜਾ ਮਿਲਦਾ ਇਸੇ ਕਰਕੇ। ਔਰ ਜਿਹੜੇ ਜਵਾਨੀਆਂ ਜਿਹੜੀਆਂ ਉਹ ਬਿਲਕੁਲ ਖਤਮ ਹੋ ਰਹੀਆਂ। ਔਰ ਇਹਦੇ ਵਿੱਚ ਪੰਜਾਬ ਪੁਲਿਸ ਨੇ ਤਾਂ ਵੈਸੇ ਬਹੁਤ ਵੱਡੀ ਸਕਸੈਸਫੁਲ ਇਹਨਾਂ ਦੀ ਜਿਹੜੀ ਇਹ ਨੀਤੀ ਹੈਗੀ ਆ। ਇਹਨਾਂ ਨੇ ਫੜੇ ਆ ਯਾਦਵ ਸਾਹਿਬ, ਜਿਹੜੇ ਡਾਇਰੈਕਟਰ ਜਨਰਲ ਪੁਲਿਸ ਨੇ, ਉਹਨਾਂ ਦਾ ਗੌਰਵ ਯਾਦਵ ਜੀ। ਉਹਨਾਂ ਨੇ ਕਹਿਤਾ ਕਿ ਨਸ਼ੇ ਨੂੰ ਅਸੀਂ ਨੱਥ ਪਾਵਾਂਗੇ, ਨਕੇਲ ਪਾਵਾਂਗੇ। ਔਰ ਜੋ ਇਹਨਾਂ ਨੇ ਕਰ ਦਿੱਤਾ, ਹੁਣ ਇੱਕਦਮ ਤਾਂ ਇਹ ਨਹੀਂ ਘਰੋਂ ਘਰ ਜਾ ਸਕਦੇ। ਲੋਕ ਤਾਂ ਰਾਤ ਨੂੰ ਖਾਂਦੇ ਨਸ਼ਾ, ਪਰ ਰਾਤ ਨੂੰ ਹੀ ਆ ਜਾਂਦਾ ਲੋਕਾਂ ਕੋਲ। ਹੁਣ ਪੰਜਾਬ ਪੁਲਿਸ ਉਹਨਾਂ ਦੇ ਬੂਹੇ ਅੱਗੇ ਤਾਂ ਨਹੀਂ ਬਹਿ ਸਕਦੀ, ਪਰ ਲੋਕਾਂ ਨੂੰ ਥੋੜ੍ਹੀ ਜਿਹੀ ਆਪਣੋ ਆਪ ਵੀ ਸਮਝ ਚਾਹੀਦੀ ਹੈ, ਸੋਚ ਸਮਝ ਚਾਹੀਦੀ ਹੈ। ਜਿਹੜੀ ਪਬਲਿਕ ਹੈ ਨਾ,
ਅਕੋਰਡਿੰਗ ਟੂ ਲਾਅ, ਕਾਨੂੰਨ ਦੇ ਮੁਤਾਬਿਕ ਉਹ ਵੀ ਪੁਲਿਸ ਹੀ ਹੈ। ਬਿਲਕੁਲ ਸਹੀ ਗੱਲ। ਪੁਲਿਸ ਦੇ ਨਾਲ ਸਹਿਯੋਗ ਦੇ ਕੇ ਸਹਿਯੋਗ ਦੇਣਾ ਜ਼ਰੂਰੀ ਪਬਲਿਕ ਦਾ ਚੱਲੇ, ਪੁਲਿਸ ਨੂੰ ਇਨਫੋਰਮ ਕਰੇ ਕਿ ਫਲਾਣੀ ਥਾਂ ਤੇ ਇਦਾਂ, ਫਲਾਣੀ ਥਾਂ ਤੇ ਬੰਦੇ ਤਸਕਰ ਬੈਠੇ ਨੇ, ਫਲਾਣੀ ਥਾਂ ਦੇ ਉੱਤੇ ਨਸ਼ਾ ਪਤਾ ਹੁੰਦਾ ਉਹਨਾਂ ਨੂੰ, ਪੁਲਿਸ ਨੂੰ ਇਹਨਾਂ ਪਤਾ ਨਹੀਂ ਜਿੰਨਾ ਲੋਕਾਂ ਨੂੰ ਪਤਾ, ਲੋਕੀ ਦੱਸਣ ਤੇ ਫਿਰ ਪੁਲਿਸ ਕੰਮ ਨਾ ਕਰੇ, ਫਿਰ ਪੁਲਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਕਿਉਂ ਨਹੀਂ ਕਰਦੇ, ਕਿਉਂਕਿ ਹਰ ਥਾਂ ਦੇ ਉੱਤੇ ਇਨਫੋਰਮੇਸ਼ਨ ਕਿੱਦਾਂ ਪਹੁੰਚੀ ਉਹਨਾਂ ਕੋਲ, ਪੁਲਿਸ ਕੋਲ ਇਨਫੋਰਮੇਸ਼ਨ ਪਹੁੰਚਾਓ। ਅੱਜ ਜਿਹੜੇ ਆ ਗੈਂਗਸਟਰ 4 ਫੜੇ ਆ ਪੂਰੇ ਏਰੀਏ 'ਚ, ਜਿਹੜਾ ਕਮਾਲ 'ਚ ਵੜੇ ਸੀਗੇ, ਉਹਨਾਂ ਨੂੰ ਕਿਸੇ ਕਿਸਾਨ ਨੇ ਦੇਖਿਆ ਪਹਿਲੋਂ, ਵੇਖਣ ਤੋਂ ਬਾਅਦ ਉਹਨੇ ਇਮੀਡੀਏਟ ਪੁਲਿਸ ਨੂੰ ਇਨਫੋਰਮ ਕੀਤਾ, ਪੁਲਿਸ ਆ ਗਈ, ਉਹਨਾਂ ਨੇ ਘੇਰਾ ਪਾ ਲਿਆ, ਘੇਰਾ ਪਾਉਣ ਤੋਂ ਬਾਅਦ ਉਹ ਫੜੇ ਗਏ। ਔਰ ਪੰਜਾਬ ਪੁਲਿਸ ਆਪਣੇ ਆਪ ਤੋਂ ਨਹੀਂ, ਫਿਰ ਉਹਨਾਂ ਨੂੰ ਫੜਨ ਤੋਂ ਬਾਅਦ ਉਹਨਾਂ ਕੋਲ ਪੁੱਛਤਾਛ ਕਰਨਗੇ, ਹੋਰ ਮੁੰਡੇ ਕਿੰਨੇ ਕੁ ਘੁੰਮ ਰਹੇ ਆ, ਔਰ ਇਹਦੇ 'ਚ ਵੀ ਜਵਾਨੀ ਬਰਬਾਦ ਹੀ ਹੋ ਰਹੀ ਆ। ਮੁੰਡੇ ਤੇ ਪੰਜਾਬ ਦੇ ਹੀ ਆ ਨਾ, ਕੋਈ ਬਾਹਰੋਂ ਤਾਂ ਪਾਕਿਸਤਾਨੋਂ ਤੋਂ ਆਏ ਨਹੀਂਗੇ, ਇੱਥੇ ਮਾਵਾਂ ਦੇ ਪੋਤੀ ਆ ਜਿਹੜੇ ਕਮਾਦਾਂ 'ਚ ਲੁਕੇ ਫਿਰਦੇ ਆ, એનર્ਜੀ ਇੰਨੀ ਜ਼ਿਆਦਾ, ਕੰਮ ਕੋਈ ਕਰ ਨਹੀਂ ਰਹੇ, ਵਿਹਲੇ ਹੈਗੇ ਆ, ਹੁਣ ਉਹਨਾਂ ਤੇ ਕੇਸ ਚੱਲੂਗਾ, ਮਾਂ ਪਿਓ ਤੰਗ ਹੋਊਗਾ ਵਿਚਾਰਾ। ਦੇਖੋ ਅਮਰੀਕਾ ਤੋਂ ਡਰੱਗਸ ਚੱਲਦੇ ਸੀ, ਕੈਨੇਡਾ ਵਿੱਚ ਬੰਦੇ ਫੜੇ ਗਏ, ਜੀ ਜੀ ਜੀ, ਉਹ ਜਲੰਧਰ ਦੇ ਲਾਗਲੇ ਪਿੰਡ ਦਾ ਹੀ ਬੰਦਾ ਜਿਹੜਾ ਉੱਥੇ ਇਨਵੋਲਵ ਹੈ। ਸੋ ਕਈ ਵਾਰ ਮਜ਼ਾਕ ਵਿੱਚ ਗੱਲਾਂ ਹੁੰਦੀਆਂ ਨੇ, ਕਹਿੰਦਾ ਜੀ ਜਰਮਨ ਦੇ ਵਿੱਚ ਨਾ ਠੇਕੇ ਖੁੱਲਣ ਲੱਗੇ ਨੇ, ਜਿਹੜੀ ਹੁੰਦੀ ਹੈਰੋਇਨ, ਸ਼ਾਇਦ ਨਹੀਂ ਗਾਂਜੇ ਦੇ ਖੁੱਲਣ ਲੱਗੇ ਨੇ, ਕਹਿੰਦਾ ਜੀ ਓਪਰਚੁਨਿਟੀ ਤਾਂ ਹੈਗੀ ਹੈ ਨਾ ਫਿਰ ਉੱਥੇ ਜਾਣ ਦੀ। ਮੈਂ ਕਿਹਾ ਦੱਸ ਹੁਣ ਗਾਂਜਾ ਵੇਚਣਾ ਹੀ ਜਾ ਕੇ, ਲੋਕਾਂ ਦਾ ਕੰਮ ਨਹੀਂ ਹੈਗਾ, ਨੈਗੇਟਿਵ ਲੋਕੀ ਦੂਜੇ ਕੰਮ ਨੂੰ ਕਰਨਗੇ, ਇਹਦੇ ਵਿੱਚ ਪੈਸਾ ਜ਼ਿਆਦਾ, ਇਹੋ ਕੰਮ ਨਹੀਂ ਕਰ ਰਹੇ ਕਿ ਜੇ ਇਹਦੇ ਵਿੱਚ ਕੋਈ ਛੋਟਾ ਮੋਟਾ ਕੰਮ ਇੱਥੇ ਕਰ ਲਈਏ, ਖੇਤੀਬਾੜੀ ਨਾਲ ਸੰਬੰਧਿਤ ਕੋਈ ਕੰਮ ਕਰ ਲਈਏ, ਇੱਥੇ ਕੋਈ ਭਾਵੇਂ ਰੇਹੜੀ ਲਾ ਲਈਏ ਚੰਗੀ ਜੀ, ਉਹਦੇ ਵਿੱਚ ਮੁੰਡੇ ਆਉਣਗੇ ਖਾਣਗੇ, ਜੂਸ ਵੇਚ ਕੇ ਕੰਮ ਕਰ ਲਈਏ। ਆ ਮਾਈਗ੍ਰੇਟਰੀ ਲੇਬਰ ਪੰਜਾਬ 'ਚ ਆ ਕੇ ਬਿਹਾਰ, ਯੂਪੀ, ਮਦਰਾਸ 'ਚੋਂ ਸਾਰੇ ਇੱਥੇ ਕੰਮ ਕਰ ਰਹੇ। ਇੱਕ ਮੁੰਡਾ ਕਿੰਨਾ ਮਸ਼ਹੂਰ ਹੈ ਅੰਮ੍ਰਿਤਸਰ ਗੁਰੂ ਕੀ ਨਗਰੀ ਹਰਿਮੰਦਰ ਸਾਹਿਬ ਦੇ ਬਾਹਰ, ਜੂਸ ਵੇਚਦਾ, ਯੂਪੀ ਦਾ, ਔਰ ਡਰਾਈ ਫਰੂਟ ਵਾਲਾ ਜੂਸ ਵੇਚਦਾ। ਤੁਸੀਂ ਜਦੋਂ YouTube ਤੇ ਦੇਖੋ ਤੁਹਾਨੂੰ ਉਹ ਬੰਦਾ ਮਿਲ ਜਾਊਗਾ। ਤੁਸੀਂ ਇਹ ਗੱਲ ਕਰ ਰਹੇ ਜੇ ਜਦੋਂ ਤੁਸੀਂ ਜਾਂਦੇ ਜੇ ਉੱਚੇ ਪੁਲ ਤੋਂ ਰੇਲਵੇ ਸਟੇਸ਼ਨ ਨੂੰ, ਤੇ ਉੱਚਾ ਪੁਲ ਦੇ ਨਾਲ ਕ੍ਰਾਸ ਕਰਦਾ ਪੌੜੀਆਂ ਵਾਲਾ ਪੁਲ ਆ, ਉੱਥੇ ਇੱਕ ਸਾਈਡ ਤੇ ਪਕੌੜੇ ਵੇਚਣ ਵਾਲੇ ਆ, ਔਰ ਪਕੌੜੇ ਉਹਨਾਂ ਦੇ ਇੰਨੇ ਸਵਾਦ ਔਰ ਇੰਨਾ ਕੁਛ, ਅੱਗੇ ਵੀ ਆਪਾਂ ਜ਼ਿਕਰ ਕੀਤਾ, ਅਸੀਂ ਉਹਨਾਂ ਦੀ ਮਸ਼ਹੂਰੀ ਤਾਂ ਨਹੀਂ ਕਰ ਰਹੇ, ਪਰ ਅਸੀਂ ਕਹਿੰਦੇ ਵੀ ਕੰਮ ਦੇਖੋ ਕਰਕੇ ਇਨਕਮ ਟੈਕਸ ਦੇ ਰਹੇ ਆ। ਇਨਕਮ ਟੈਕਸ ਵਾਲਾ ਕੋਈ ਆਫੀਸਰ ਕਿਤੇ ਪੁਰਾਣੇ ਜ਼ਮਾਨੇ ਦੀ ਗੱਲ ਉੱਥੇ ਆਇਆ, ਉਹਨੇ 10 ਮਿੰਟ ਬਹਿ ਕੇ ਵਾਚ ਕੀਤਾ, ਜਦੋਂ ਖਾਧਾ ਵੇਖਿਆ ਵੀ ਇੰਨਾ ਪੈਸਾ ਆ ਰਿਹਾ, ਸ਼ਾਮ ਨੂੰ ਉਦੋਂ ਟਾਂਗਿਆਂ ਦੇ ਪੈਸੇ ਉਹਨਾਂ ਦੇ ਪਰਚੂਨ, ਜਿਹੜਾ ਪੈਸੇ ਹੁੰਦਾ ਭਾਨ, ਉਹ ਜਾ ਰਿਹਾ ਸੀ। ਇਮੀਡੀਏਟ ਉਹਨੇ ਕਾਊਂਟ ਕੀਤਾ, ਕਰਕੇ ਉਹਨਾਂ 'ਤੇ ਇਨਕਮ ਟੈਕਸ ਦਿੱਤਾ, ਔਰ ਹਰ ਤਰ੍ਹਾਂ ਦੇ ਉੱਥੇ ਪਕੌੜੇ ਬਣਦੇ ਆ, ਲੋਕ ਆਉਂਦੇ ਆ, ਵਨਸਵੰਤਾ ਦੇ ਪਕੌੜੇ ਆ। ਔਰ ਦੇਖ ਲਓ ਇਹ ਕੋਈ ਠੱਗੀ ਤਾਂ ਨਹੀਂ, ਇਹ ਕੋਈ ਨਸ਼ਾ ਤਾਂ ਨਹੀਂ ਵੇਚ ਰਹੇ, ਇਹ ਮਿਹਨਤ ਹੈ, ਕੰਮ ਕਰਦੇ ਆਪਣਾ, ਕਲਾ ਉਹਨਾਂ ਕੋਲ ਕੰਮ ਦੀ, ਇਹ ਹੈ। ਇੱਦਾਂ ਦੇ ਕੰਮ ਕਰਨੇ ਚਾਹੀਦੇ ਪੰਜਾਬੀਆਂ ਨੂੰ। ਬਿਲਕੁਲ ਕੰਮ ਕਰਨੇ ਚਾਹੀਦੇ ਨੇ, ਕੰਮ ਕਰੋ, ਸਿੱਧੇ ਕੰਮ ਕਰੋ ਬਸ, ਔਰ ਸਿੱਧੇ ਕੰਮਾਂ ਨਾਲ ਪੈਸੇ ਕਮਾਓ, ਖੂਬ ਕਮਾਓ, ਔਰ ਖੂਬ ਟੈਕਸ ਦਿਓ, ਜਿਹੜਾ ਟੈਕਸ ਬਣਦਾ। ਬਿਲਕੁਲ ਬਹੁਤ ਵਧੀਆ ਗੱਲ ਹੈ। ਚਿੰਤਾ ਮੁਕਤ ਹੋ ਕੇ ਸੌਵੋ, ਚਿੰਤਾ ਮੁਕਤ ਹੋ ਕੇ ਸੋਵੋ, ਚੱਲਿਆ ਜਾਏ ਜ਼ਰੂਰ। ਪਰ ਇੱਕ ਪ੍ਰੋਮਿਸ ਕਰੋ, ਜਿਹੜੇ ਪਕੌੜਿਆਂ ਦਾ ਜ਼ਿਕਰ ਕੀਤਾ ਨਾ, ਤੁਸੀਂ ਖਵਾਓਗੇ ਜ਼ਰੂਰ ਸਾਨੂੰ। ਬਿਲਕੁਲ ਬਿਲਕੁਲ, ਪਰ ਪਕੌੜੇ ਤੁਹਾਨੂੰ ਕਰਾਰੇ ਖਵਾਵਾਂਗੇ, ਜਿਹੜੇ ਬਿਲਕੁਲ ਤੁਹਾਨੂੰ ਚੰਗਾ ਲੱਗਣਗੇ, ਇਹੋ ਜਿਹਾ ਸਵਾਦ ਹੋਣਗੇ, ਜਿਸ 'ਚ ਮਿਰਚਾਂ ਵਾਲੇ ਵੀ ਹੋਣਗੇ, ਜਿਸ 'ਚ ਹਰੀਆਂ ਮਿਰਚਾਂ ਵੀ ਪਾਉਣਗੇ, ਨਾਲ ਮਸਾਲੇਦਾਰ ਪਕੌੜੇ ਹੋਣਗੇ। ਬਿਲਕੁਲ ਠੀਕ ਹੈ ਜੀ। ਹੁਣ ਅਸੀਂ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਪਕੌੜੇ ਖਾਣ ਜਾਂਦੇ ਹਾਂ ਬਲਕਾਰ ਜੀ ਦੇ ਨਾਲ, ਤੇ ਪਕੌੜੇ ਇੰਜੋਏ ਕਰਦੇ ਹਾਂ। ਤੇ ਤੁਸੀਂ ਸਾਡੇ ਆਪਣੇ ਵਿਚਾਰ ਜ਼ਰੂਰ ਇਨਬਾਕਸ ਕਰਿਆ ਕਰੋ ਇਸ ਪ੍ਰੋਗਰਾਮ ਦੇ ਵਿੱਚ, ਤੁਸੀਂ ਹੋਰ ਕੀ ਕੁਝ ਚਾਹੁੰਦੇ ਹੋ, ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਦਾ, ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ ਜੀ। ਜ਼ਰੂਰ ਜੀ, ਸਤਿ ਸ਼੍ਰੀ ਅਕਾਲ ਜੀ।